ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇ। ਵੇਖਣਾ ਨਾ ਭੁੱਲਣਾ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਹਰ ਸੋਮਵਾਰ ਦੀ ਤਰ੍ਹਾਂ ਡਾਕਟਰ ਸ਼ਾਰਦਾ ਮੇਰੇ ਨਾਲ ਆ ਗਏ ਨੇ। ਅੱਜ ਬਹੁਤ ਮਹੱਤਵਪੂਰਨ ਦਿਨ ਹੈ ਤੇ ਅੱਜ ਦੇ ਦਿਨ ਡਾਕਟਰ ਸ਼ਾਰਦਾ ਹਰਾਂ ਕੋ ਅਸੀਂ ਭਰਪੂਰ ਐਨਾਲਿਸਿਸ ਲਵਾਂਗੇ ਕਿ ਕਿਸ ਤਰੀਕੇ ਨਾਲ ਅੱਜ ਦਾ ਪੋਲਿੰਗ ਦਾ ਜਿਹੜਾ ਦਿਨ ਹੈ ਉਹ ਨਿਕਲਿਆ ਔਰ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਸਾਡੇ ਸਾਹਮਣੇ ਨੇ ਕਿ ਕਿਹੜੀ ਸਰਕਾਰ ਬਣ ਜਾ ਰਹੀ ਆ। ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਦੀ ਕਿ ਕੱਲ ਅਸੀਂ ਵਿਸ਼ੇਸ਼ ਪ੍ਰੋਗਰਾਮ 7 ਤੋਂ 9 ਲਗਾਤਾਰ 2 ਘੰਟੇ ਜਿਹੜਾ ਉਹ ਰਿਜ਼ਲਟ ਦੇ ਉੱਤੇ ਡਿਸਕਸ਼ਨ ਜਿਹੜੀ ਆ ਉਹ ਕਰਾਂਗੇ। ਡਾਕਟਰ ਸ਼ਾਰਦਾ ਹੋਣਗੇ ਸਾਡੇ ਨਾਲ, ਨਿਰਮਲ ਢੀਂਡਸਾ ਹੋਣਗੇ ਤੇ ਨਾਲ ਜਗੀਰ ਸਿੰਘ ਕਾਲੋਂ ਵੀ ਹੋਣਗੇ। ਅਸੀਂ ਮਿਲ ਕੇ ਕੱਲ ਜਦੋਂ ਰਿਜ਼ਲਟ ਆ ਰਹੇ ਹੋਣਗੇ, ਕਿਉਂਕਿ ਰਿਜ਼ਲਟ ਜਿਹੜੇ ਅੱਜ ਦੇਰ ਰਾਤ ਸਾਨੂੰ ਪ੍ਰੋਜੈਕਸ਼ਨ ਦੇ ਨਜ਼ਰ ਆ ਜਾਣਗੇ ਸ਼ਾਇਦ, ਤੇ ਪਰ ਜਿਹੜੀ ਕੰਪਲੀਟ ਰਿਜ਼ਲਟ ਨੇ ਉਹ ਕੱਲ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ। ਉਹਦੇ ਤੇ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਜ਼ਰੂਰ। ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ 'ਚ ਡਾਕਟਰ ਸਾਹਿਬ ਦਾ ਕਰ ਲਈਏ ਸਵਾਗਤ। ਡਾਕਟਰ ਸਾਹਿਬ ਵੈਲਕਮ ਜੀ, ਜੀ ਆਇਆਂ ਨੂੰ। बहुत बहुत धन्यवाद जगजीत जी और अपनी प्रोड्यूसर जी है ज्योति, ਉਹਦਾ भी बहुत बहुत धन्यवाद। जिन्ने भी साढ़े दर्शक ने उन्होंने सारिਆਂ ਦਾ ਵੀਕਐਂਡ ਦੇ ਬਾਅਦ ਕਰਦੇ ਹਾਂ ਸਵਾਗਤ। ਹੋਪਫੁਲੀ ਦੇ ਹੈਡ ਅ ਵੰਡਰਫੁਲ ਵੀਕਐਂਡ ਐਂਡ ਦੇ ਵਿਲ ਹੈਵ ਅਨਦਰ ਨਾਈਸ ਵੀਕ ਟੁਡੇ। ਅਜੇ ਵੀ ਟਾਈਮ ਹੈਗਾ, ਕਮ ਸੇ ਕਮ 2.5 ਘੰਟੇ ਹੋਰ ਪਏ ਨੇ। ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਪਲੀਜ਼ ਜਾ ਕੇ ਆਪਣੀ ਵੋਟ ਜ਼ਰੂਰ ਪਾਓ। ਵੋਟ ਦਾ ਇਸਤੇਮਾਲ ਕਰਨਾ ਜ਼ਰੂਰੀ ਹੁੰਦਾ ਇਸ ਕਰਕੇ ਕਿ ਤੁਹਾਨੂੰ ਵੀ ਇਹ ਮਹਿਸੂਸ ਹੋਵੇ ਕਿ ਤੁਸੀਂ ਵੀ ਪਾਰਟ ਆਫ ਦਾ ਗਵਰਨਮੈਂਟ ਹੋ। ਹਾਲਾਂਕਿ ਡੈਮੋਕ੍ਰੇਸੀ 'ਚ ਇੱਦਾਂ ਹੁੰਦਾ ਨਹੀਂ, ਜਦੋਂ ਤੁਸੀਂ ਕੋਈ ਵੋਟ ਪਾ ਦਿੰਦੇ ਹੋ ਫਿਰ ਤੁਹਾਡੀ ਕੋਈ ਕਦਰ ਨਹੀਂ ਹੁੰਦੀ 4-5 ਸਾਲ। ਮੈਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ 18 ਮਹੀਨੇ 20 ਮਹੀਨੇ ਬਾਅਦ ਤੁਹਾਡੀ ਕਦਰ ਪੈ ਗਈ ਹੈ। ਅਗਲੀ ਵਾਰੀ ਵੀ 18-20 ਮਹੀਨੇ ਬਾਅਦ ਕਦਰ ਤੁਹਾਡੀ। ਸੋ ਇਸ ਕਰਕੇ ਤੁਸੀਂ ਜਿਨ੍ਹਾਂ ਨੇ ਵੋਟ ਨਹੀਂ ਪਾਈ ਪਲੀਜ਼ ਅਜੇ ਵੀ ਆਪਣੇ ਉਸ ਇਲਾਕੇ ਦੇ ਵਿੱਚ ਜਾ ਕੇ ਜਿਹੜਾ ਤੁਹਾਡੇ ਘਰ ਕਾਰਡ ਆਇਆ ਵਾ ਉੱਥੇ ਜਾ ਕੇ ਵੋਟ ਜ਼ਰੂਰ ਪਾ ਕੇ ਆਓ, ਕਿਉਂਕਿ ਵੋਟ ਪਾਉਣਾ ਜਿਹੜਾ ਹੈ ਬਹੁਤ ਇੰਪੋਰਟੈਂਟ ਹੈ। ਜੇ ਤੁਸੀਂ ਚਾਹੁੰਦੇ ਹੋ ਡੈਮੋਕ੍ਰੇਸੀ ਜੀ ਭਈ ਜਿਹੜੀ ਆ ਸਰਵਾਈਵ ਕਰੇ, ਉਹਦੇ 'ਚ ਪਬਲਿਕ ਪਾਰਟੀਸਪੇਸ਼ਨ ਐਂਡ ਵੋਟਰਸ ਪਾਰਟੀਸਪੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ। ਵੈਸੇ ਤਾਂ ਡੈਮੋਕ੍ਰੇਸੀ ਰਹੇਗੀ ਜਾਂ ਨਹੀਂ ਰਹੇਗੀ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ, ਲੇਕਿਨ ਫॉर द ਟਾਈਮ ਬੀਇੰਗ ਜਦੋਂ ਅਸੀਂ ਉਹਦੇ 'ਚ ਰਹਿੰਦੇ ਪਏ ਹਾਂ ਇਟ ਇਜ਼ ਇੰਪੋਰਟੈਂਟ ਦੈਟ ਵੀ ਸ਼ੁੱਡ ਪਾਰਟੀਸਪੇਟ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਔਰ ਜਿਵੇਂ ਤੁਸੀਂ ਦੱਸਿਆ ਤੁਹਾਡੇ ਕੋਲ ਨੀਅਰ ਬਾਈ ਤੁਹਾਡੇ ਸਟੇਸ਼ਨ ਬਣੇ ਹੋਏ ਨੇ ਕਾਫੀ ਸਾਰੇ। ਇਸ ਵੇਲੇ ਰਸ਼ ਵੀ ਨਹੀਂ ਹੋਏਗਾ। 9:30 ਵਜੇ ਤੱਕ ਵੋਟ ਦੇ ਅਧਿਕਾਰ ਦੀ ਵਰਤੋਂ ਤੁਸੀਂ ਕਰ ਸਕਦੇ ਹੋ। ਇਹ ਜਿਹੜਾ ਦਿਨ ਹੁੰਦਾ ਹੈ ਵੋਟਰ ਦਾ ਖਾਸ ਕਰਕੇ ਦਿਨ ਹੁੰਦਾ, ਇੱਕ ਦਿਨ ਦੇ ਬਾਦਸ਼ਾਹ ਕਹਿ ਲਈਏ ਜੀ, ਬਾਦਸ਼ਾਹ ਹੀ ਹੁੰਦਾ ਕਿਉਂਕਿ ਵੋਟਰ ਦੀ ਬਹੁਤ ਜ਼ਰੂਰਤ ਹੁੰਦੀ ਸਭ ਨੂੰ, ਜਿਵੇਂ ਤੁਸੀਂ ਕਹਿ ਰਹੇ ਹੋ। ਔਰ ਕੋਈ ਗੱਲ ਨਹੀਂ ਡਾਕਟਰ ਸਾਹਿਬ, ਜਦੋਂ ਫਿਰ ਵੀ ਘੱਟੋ ਘੱਟ ਜਦੋਂ ਵਿਅਕਤੀ ਕਿਸੇ ਪਾਰਟੀ ਨੂੰ ਆਪਣੇ ਮਨਪਸੰਦ ਕੈਂਡੀਡੇਟ ਨੂੰ ਵੋਟ ਪਾ ਕੇ ਆਉਂਦਾ ਤੇ ਭਾਵੇਂ ਚਲੋ ਬਾਕੀ ਰਹਿੰਦਾ ਸਮਾਂ ਉਹਦੀ ਕੋਈ ਪੁੱਛ ਨਾ ਵੀ, ਉਹਨੂੰ ਲੱਗਦਾ ਰਹਿੰਦਾ ਹੈ ਕਿ ਮੇਰਾ ਰਿਪਰੈਜ਼ੈਂਟੇਟਿਵ ਹੈ, ਮੈਂ ਇਹਨੂੰ ਚੁਣਿਆ ਹੋਇਆ, ਤੇ ਬੰਦਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੈਟਿਸਫਾਈ ਮਹਿਸੂਸ ਕਰਦਾ ਕਿ ਮੈਂ ਵੀ ਇਸ ਸਿਸਟਮ ਦਾ ਹਿੱਸਾ ਹਾਂ ਜੀ। ਪੁਰਾਣੇ ਜ਼ਮਾਨੇ 'ਚ ਰਾਜੇ ਹੁੰਦੇ ਸੀ, ਕਦੀ ਕਦੀ ਆਪਣੀ ਪ੍ਰਜਾ ਵਿੱਚੋਂ ਇੱਕ ਬੰਦੇ ਨੂੰ ਚੁਣ ਕੇ ਕਹਿੰਦੇ ਸੀ ਕਿ ਦਿਨ ਤੈਨੂੰ ਰਾਜਾ ਬਣਾ ਦਿੰਦੇ। ਹਾਂਜੀ, ਉਹ ਆਪਣੇ ਜਿਹੜੇ ਨੇ ਜਿਹੜੇ ਸਿੱਕੇ ਸੀਗੇ, ਇੱਕੋ ਇਹ ਕਹਾਣੀ ਬਕਾਇਦਾ ਰਿਐਲਿਟੀ ਆ। ਉਸਨੇ ਕਿਹਾ ਵੀ ਇਹ ਸਿੱਕੇ ਲੋਹੇ ਜਿਹੜੇ ਤੁਸੀਂ ਬਣਾਉਂਦੇ ਹੋ ਲੋਹੇ ਤਾਂਬੇ ਦੇ, ਇਹ ਗਲਤ ਨੇ, ਇਹ ਚਮੜੇ ਦੇ ਬਣਨੇ ਚਾਹੀਦੇ ਨੇ, ਕਿਉਂਕਿ ਉਹ ਕੰਮ ਕਰਦਾ ਸੀਗਾ ਚਮੜੇ। ਸੋ ਇਸ ਕਰਕੇ ਕਮ ਸੇ ਕਮ ਇੱਕ ਦਿਨ ਤੇ ਅਸੀਂ ਰਾਜੇ ਹੈਗੇ ਆ, ਬਾਕੀ ਦੇਖੀ ਜਾਏਗੀ। ਉਹ ਵੀ ਸਿਰਫ ਉਹੀ 5 ਮਿੰਟ ਜਿਹੜੀ ਤੁਸੀਂ ਵੋਟ ਪਾਉਣੀ ਹੈ। ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਸੋ ਕਿੱਦਾਂ ਰਿਹਾ ਜੀ ਅੱਜ ਪੋਲਿੰਗ ਦਾ ਦਿਨ? ਕਿੰਨੀ ਕੁ ਪਰਸੈਂਟੇਜ ਵੋਟ ਪੋਲ ਹੋਣ ਦੀ ਹੈ ਪੂਰੀ ਸੰਭਾਵਨਾ ਆ? ਕਿਸ ਤਰ੍ਹਾਂ ਦਾ ਰਿਹਾ ਦਿਨ ਅੱਜ ਦਾ? ਐਤਕੀ ਮੈਨੂੰ ਲੱਗਦਾ ਜੀ ਰਿਕਾਰਡ ਤੋੜੇਗੀ ਵੋਟਿੰਗ। ਐਤਕੀ ਇਲੈਕਸ਼ਨ ਦੇ ਵਿੱਚ ਜਿਹੜੇ ਤਿੰਨੋਂ ਲੀਡਰਸ ਹੈਗੇ ਨੇ, ਚੌਥਾ ਲੀਡਰ ਜਿਹੜਾ ਕਿਊਬਿਕ ਦਾ, ਇਹਨਾਂ ਨੇ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਕਰ ਦਿੱਤਾ, ਕੰਟਰੋਵਰਸੀ ਕ੍ਰੀਏਟ ਕਰ ਦਿੱਤੀਆਂ ਨੇ। ਜਦੋਂ ਕੰਟਰੋਵਰਸੀਜ਼ ਕ੍ਰੀਏਟ ਹੋ ਜਾਂਦੀਆਂ ਨੇ ਫਿਰ ਲੋਕ ਜਿਹੜੇ ਨੇ ਉਹ ਪਾਰਟੀਸਪੇਟ ਕਰਨ 'ਚ ਬਿਲੀਵ ਕਰਦੇ ਨੇ। ਸੋ ਅਲੱਗ-ਅਲੱਗ ਕੰਟਰੋਵਰਸੀ ਟਰੂਡੋ ਨੇ ਕੀਤੀ। ਅੱਜ ਮੇਰੇ ਕੋਲ ਇੱਕ ਮੇਰਾ ਪੇਸ਼ੈਂਟ ਆਇਆ, ਹਾਂਜੀ, ਹੀ ਬਿਲੋਂਗ ਟੂ ਪਾਕਿਸਤਾਨ, ਕਹਿੰਦਾ ਜੀ ਵੀ ਡੋਂਟ ਲਾਈਕ ਵੀ ਟਰੂਡੋ ਨੇ ਜਿਹੜਾ ਇਲੈਕਸ਼ਨ ਕਾਲ ਕੀਤਾ, ਲੇਕਿਨ ਸਾਡੀ ਮਜਬੂਰੀ ਆ, ਅਸੀਂ ਤਾਂ ਸਿਰਫ ਲਿਬਰਲ ਪਾਰਟੀ ਨੂੰ ਵੋਟ ਪਾਉਣੀ ਆ, ਉਹ ਮੈਂ ਪਾ ਕੇ ਆਇਆ। ਸੋ ਇੱਦਾਂ ਦੀਆਂ ਮਜਬੂਰੀਆਂ ਨੇ ਕਈਆਂ ਦੀਆਂ, ਲੇਕਿਨ ਐਟ ਦੀ ਸੇਮ ਟਾਈਮ
ਇਹ ਜਿਹੜਾ ਇਲੈਕਸ਼ਨ ਕਾਲ ਕੀਤਾ ਇਹਦਾ ਰਿਜ਼ਲਟ ਬਹੁਤ ਅੱਛਾ ਨਹੀਂ ਨਿਕਲਣਾ। ਐਨਾਲਿਸਿਸ ਮੈਂ ਅੱਜ ਨਹੀਂ ਕਰਨਾ, ਮੇਰੇ ਦਿਮਾਗ 'ਚ ਸੀਗਾ ਮੈਂ ਅੱਜ ਗੱਲ ਕਰਾਂਗਾ, ਪਰ ਹੁਣ ਤੁਸੀਂ ਕੱਲ੍ਹ ਦਾ ਅਨਾਉਂਸ ਕਰ ਦਿੱਤਾ। ਕੱਲ੍ਹ ਅਨਾਉਂਸ ਕਰਾਂਗੇ ਕਿ ਜਿਹੜੇ ਲੀਡਰ ਹਾਰ ਜਾਣਗੇ ਹੈ ਜੀ, ਇੰਕਲੂਡਿੰਗ ਟਰੂਡੋ, ਜਿਹੜੇ ਹਾਰ ਜਾਣਗੇ ਉਹਨਾਂ ਲੀਡਰਾਂ ਦਾ ਫਿਊਚਰ ਕੀ ਹੋਏਗਾ, ਕਿਆ ਉਹ ਰਿਜ਼ਾਈਨ ਕਰਨਗੇ ਜਾਂ ਨਹੀਂ ਸੇ ਕਰਨਗੇ। ਸਿਰਫ ਇੱਕ ਫਿਊਚਰ ਨੇ ਆਪਣੀ ਸੀਟ ਪੱਕੀ ਕੀਤੀ ਹੈ, ਆਪਣੀ ਲੀਡਰਸ਼ਿਪ ਪੱਕੀ ਕੀਤੀ ਹੈ, ਔਰ ਉਹ ਹੈ ਜਗਮੀਤ ਸਿੰਘ ਜੀ। ਜਗਮੀਤ ਸਿੰਘ ਦੀਆਂ ਵੋਟਾਂ ਜਿਹੜੀਆਂ ਨੇ ਉਹ 20 ਤੋਂ ਜੀ 35-40 ਦੇ ਵਿਚਕਾਰ ਆਉਣ ਦੀ ਉਮੀਦ ਹੈਗੀ ਹੈ। ਸੋ ਉਹਦੀ ਤੇ ਲੀਡਰਸ਼ਿਪ ਹੈਗੀ ਅਗਲੇ 2-3 ਸਾਲ 4 ਸਾਲ ਪੱਕੀ। ਬਾਕੀ ਕੁਐਸਚਨ ਮਾਰਕ ਉੱਠੇਗਾ ਟਰੂਡੋ ਦੇ ਉੱਪਰ, ਕੁਐਸਚਨ ਮਾਰਕ ਉੱਠੇਗਾ ਕੰਜ਼ਰਵੇਟਿਵ ਪਾਰਟੀ ਐਰਨ ਓਟੂਲ ਦੇ ਉੱਪਰ, ਔਰ ਜਿਹੜੀ ਗ੍ਰੀਨ ਪਾਰਟੀ ਦੀ ਆ ਅਗਰ ਉਹ ਆਪਣੀ ਸੀਟ ਹਾਰ ਗਈ, ਜਿਹੜਾ ਲੱਗਦਾ ਉਹਨੇ ਹਾਰ ਜਾਣਾ, ਸੋ ਸ਼ੀ ਹੈਜ਼ ਟੂ ਰਿਜ਼ਾਈਨ, ਉਹ ਨੋ ਇਫੈਕਟ। ਅੱਛਾ ਡਾਕਟਰ ਸਾਹਿਬ, ਮੈਂ ਕੁਐਸਚਨ ਪੁੱਛ ਹੀ ਲਵਾਂ। ਵੈਸੇ ਅੱਜ ਆਪਾਂ ਬਹੁਤਾ ਐਨਾਲਿਸਿਸ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਸਾਡੇ ਤੇ ਪਾਬੰਦੀ ਵੀ ਆ। ਮੇਰੇ ਖਿਆਲ ਕਿ ਰਾਤ ਨੂੰ 11 ਵਜੇ ਤੋਂ ਬਾਅਦ ਜਿਹੜੀ ਪ੍ਰੋਜੈਕਸ਼ਨ ਹੋਣੀ ਉਹ ਤੋਂ ਬਾਅਦ ਆਪਾਂ ਇਲੈਕਸ਼ਨ ਤੇ ਬਹੁਤੀ ਗੱਲ ਕਰ ਸਕਦੇ ਸੀਗੇ। ਚਲੋ ਕੋਈ ਨਹੀਂ, ਆਪਾਂ ਸਿਰਫ ਜਸਟ ਗੱਲਾਂ ਬਾਤਾਂ ਹੀ ਕਰਨੀਆਂ ਨੇ ਕਿਉਂਕਿ ਇਹਦੇ ਨਾਲ ਕੋਈ ਬਹੁਤਾ ਅਸਰ ਨਹੀਂ ਹੋਣਾ, ਕੋਈ ਉਲੰਘਣਾ ਨਹੀਂ ਕਰ ਰਹੇ। ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜੇ ਮਿਨੋਰਟੀ ਸਰਕਾਰ ਲਿਬਰਲ ਦੀ ਨਹੀਂ ਬਣਦੀ, ਕੰਜ਼ਰਵੇਟਿਵ ਵੱਧ ਵੋਟਾਂ ਲੈ ਜਾਂਦੇ ਆ, ਫਿਰ ਕੀ ਹੋਏਗਾ? ਤੇ ਜੇਕਰ ਮਿਨੋਰਟੀ ਸਰਕਾਰ ਟਰੂਡੋ ਸਾਹਿਬ ਦੀ ਜਿਹੜੀ ਕਮਾਂਡ ਉਹਦੇ ਥੱਲੇ ਬਣਦੀ ਹੈ ਤੇ ਕੀ ਉਹਨਾਂ ਦੀ ਲੀਡਰਸ਼ਿਪ ਨੂੰ ਕੋਈ ਚੈਲੰਜ ਹੈ ਜੇ ਉਹ ਮਿਨੋਰਟੀ ਸਰਕਾਰ ਵੀ ਬਣਾਉਂਦੇ ਆ ਤਾਂ? ਦੇਖੋ, ਮੈਂ ਇਹ ਕੁਐਸਚਨ ਹੁਣੇ ਤੁਹਾਨੂੰ ਜਵਾਬ ਦੇ ਕੇ ਹਟਿਆ ਕਿ ਆਪਾਂ ਇਹਨਾਂ ਨੂੰ ਕੱਲ ਡਿਸਕਸ ਕਰਾਂਗੇ। ਅੱਛਾ ਜੀ ਹੋਏਗਾ, ਇਸ ਕਰਕੇ ਉਹਦਾ ਰੀਜ਼ਨ ਇਹ ਹੈਗਾ ਕਿ ਜਵਾਬ ਮੇਰੇ ਕੋਲ ਹੈਗੇ ਨੇ। ਮੈਂ ਸੋਚਿਆ ਸੀ ਅੱਜ ਹੀ ਸ਼ਾਇਦ ਅਸੀਂ ਕਰਾਂਗੇ, ਕੱਲ ਜਵਾਬ ਹੈਗੇ ਨੇ, ਲੇਕਿਨ ਆਪਾਂ ਕੱਲ ਇਸ ਕਰਕੇ ਗੱਲ ਕਰਾਂਗੇ ਕਿ ਸਾਡੇ ਸਾਹਮਣੇ ਇਲੈਕਸ਼ਨ ਹੋਏਗਾ। ਮੈਨੂੰ ਲੱਗਦਾ ਕਿ ਪਪੂਲਰ ਵੋਟ ਜਿਹੜੀ ਹੈ ਉਹ ਮੈਂ ਲੀਡਰਾਂ ਦੀ ਗੱਲ ਨਹੀਂ ਹੁਣ ਕਰ ਰਿਹਾ, ਪਪੂਲਰ ਵੋਟ ਮੈਨੂੰ ਲੱਗਦਾ ਕੰਜ਼ਰਵੇਟਿਵ ਪਾਰਟੀ ਨੂੰ ਪਏਗੀ, ਲੇਕਿਨ ਸੀਟਾਂ ਜਿਹੜੀਆਂ ਨੇ ਜ਼ਿਆਦਾ ਜੀ ਉਹ ਆਉਣਗੀਆਂ ਲਿਬਰਲ ਪਾਰਟੀ ਦੀਆਂ। ਸੋ ਦੇਖਦੇ ਹਾਂ ਹੁਣ ਆਪਾਂ ਕੱਲ੍ਹ ਨੂੰ ਪ੍ਰੋਜੈਕਸ਼ਨ ਕਰਨੀ। ਪ੍ਰੋਜੈਕਸ਼ਨ ਜਿਹੜੀ ਹੈ ਉਹ ਵੈਸੇ ਟੀਵੀ ਦੇ ਉੱਪਰ ਪ੍ਰੋਜੈਕਸ਼ਨ ਸ਼ੁਰੂ ਹੋ ਗਈ ਹੈ ਕਿਉਂਕਿ ਈਸਟ ਵਿੱਚ ਇਲੈਕਸ਼ਨ ਬੰਦ ਹੋ ਗਿਆ। ਠੀਕ ਹੈ, ਈਸਟ ਵਿੱਚ ਵੋਟ ਪੈਣੀ ਬੰਦ ਹੋ ਗਈ ਹੈ, ਸੋ ਪ੍ਰੋਜੈਕਸ਼ਨਾਂ ਉੱਥੇ ਸ਼ੁਰੂ ਹੋ ਗਈਆਂ ਨੇ। ਇਸ ਇਲਾਕੇ ਦੇ ਵਿੱਚ 9:30 ਤੋਂ ਬਾਅਦ ਪ੍ਰੋਜੈਕਸ਼ਨ ਆਣੀ ਹੈ, ਔਰ BC ਦੇ ਵਿੱਚ ਰਾਤ ਨੂੰ 11:30 ਦੇ ਬਾਅਦ ਪ੍ਰੋਜੈਕਸ਼ਨ। ਆਪਾਂ ਪੋਲਿੰਗ ਤੇ ਡਾਕਟਰ ਸਾਹਿਬ ਗੱਲ ਕਰ ਹੀ ਸਕਦੇ ਹਾਂ। ਪੋਲਿੰਗ ਲੱਗਦਾ ਹੈ ਕਿ ਮਤਲਬ 65% ਦੇ ਨੇੜੇ ਤੇੜੇ ਪੋਲਿੰਗ ਹੋ ਜਾਏਗੀ, ਔਰ ਜੇ ਪੋਲਿੰਗ ਵੱਧ ਹੁੰਦੀ ਆ ਮਤਲਬ ਜੇ ਪੋਲਿੰਗ ਨੂੰ ਇੱਕ ਦਾ ਆਪਣਾ ਮੰਨ ਲਈਏ ਕਿ ਇੱਕ ਕ੍ਰਾਈਟੇਰੀਆ ਹੈ ਕਿ ਵੱਧ ਪੋਲਿੰਗ ਹੁੰਦੀ ਆ ਤੇ ਇਹਦਾ ਮਤਲਬ ਕੀ ਨਿਕਲਦਾ, ਜੇ ਘੱਟ ਪੋਲਿੰਗ ਹੁੰਦੀ ਹੈ ਇਹਦਾ ਕੀ ਮਤਲਬ ਨਿਕਲਦਾ? ਅਜੇ ਤੱਕ ਜਿੰਨੇ ਵੀ ਪੋਲੀਟੀਕਲ ਸਾਇੰਟਿਸਟ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਜਦੋਂ ਵੋਟ ਵੱਧ ਪੈਂਦੀ ਹੈ ਤਾਂ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਨੂੰ ਨੁਕਸਾਨ ਪਹੁੰਚਦਾ। ਲੇਕਿਨ ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਇਹ ਡੈਮੋਕ੍ਰੇਸੀਆਂ ਜਿਹੜੀਆਂ ਨੇ ਇਹਦੇ ਵਿੱਚ ਅਗਰ ਪਪੂਲਰ ਵੋਟ ਤੁਹਾਨੂੰ ਜ਼ਿਆਦਾ ਮਿਲ ਜਾਏ ਤਾਂ ਤੁਸੀਂ ਤਾਂ ਵੀ ਹਾਰ ਸਕਦੇ। ਔਰ ਅਸੀਂ ਪਿਛਲੇ 2-3 ਇਲੈਕਸ਼ਨਾਂ 'ਚ ਦੇਖਿਆ ਅਮਰੀਕਾ ਦੇ ਵਿੱਚ ਕਿ ਪਪੂਲਰ ਵੋਟ ਜਿਹੜੀ ਹੈ ਉਹਨਾਂ ਦੇ ਜਿਹੜੇ ਅਪੋਜੀਸ਼ਨ ਜਿਹੜੇ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਦੇ ਅਪੋਜੀਸ਼ਨ ਨੂੰ ਜ਼ਿਆਦਾ ਪਈਆਂ ਨੇ। ਲੇਕਿਨ ਕਿਉਂਕਿ ਉੱਥੇ ਇੱਕ ਕਾਲਜ ਸਿਸਟਮ ਹੈਗਾ, ਡਿਫਰੈਂਟ ਸਿਸਟਮ ਹੈ, ਜਦੋਂ ਉਹ ਵੋਟਾਂ ਮਿਲਦੀਆਂ ਨੇ ਤੇ ਉਹ ਉਹਨਾਂ ਦੀਆਂ ਘੱਟ ਮਿਲਦੀਆਂ ਨੇ। ਸੋ ਇਸ ਕਰਕੇ ਇੱਕ ਬੜੀ ਵੱਡੀ ਘਾਟ ਹੈ ਕਿ ਪਪੂਲਰ ਮੇਰੇ ਹਿਸਾਬ ਨਾਲ ਜੇ ਡੈਮੋਕ੍ਰੇਸੀ ਦਾ ਮਤਲਬ ਹੈ ਜਿਹਨੂੰ ਪਪੂਲਰ ਵੋਟ ਪਈ ਹੈ ਹਾਂਜੀ ਹੀ ਔਰ ਸ਼ੀ ਸ਼ੁੱਡ ਵਿਨ, ਲੇਕਿਨ ਨਹੀਂ ਇੱਦਾਂ ਨਹੀਂ ਹੁੰਦਾ। ਅੱਛਾ ਕਿਉਂ? ਹੁਣ ਇੱਕ ਕੁਐਸਚਨ ਰੇਜ਼ ਹੋ ਰਿਹਾ ਪਿਛਲੇ 3-4 ਦਿਨਾਂ ਦੇ ਵਿੱਚ ਕਿ ਜੀ ਇਲੈਕਸ਼ਨ ਦੇ ਵਿੱਚ ਕਿਉਂ ਨਾ ਚੇਂਜ ਲਿਆਈ ਜਾਏ, ਕਿਉਂ ਨਾ ਪ੍ਰਪੋਰਸ਼ਨਲ ਵੋਟਿੰਗ ਸਿਸਟਮ ਲਾਇਆ ਜਾਏ। ਉਹ ਟਰੂਡੋ ਸਾਹਿਬ ਨੇ ਸਿੰਪਲੀ ਰਿਜੈਕਟ ਕਰ ਦਿੱਤਾ। ਉਹਨਾਂ ਨੇ ਕੱਲ੍ਹ ਕਿਹਾ ਕਿ ਨਹੀਂ, ਮੈਂ ਪ੍ਰਪੋਰਸ਼ਨਲ ਰਿਪਰੈਜ਼ੈਂਟੇਟਿਵ ਦੇ ਹੱਕ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਫਿਰ ਕਦੀ ਦੁਬਾਰਾ ਕਦੀ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦੇ ਪ੍ਰਪੋਰਸ਼ਨਲ ਅਗਰ ਸਿਸਟਮ ਹੋ ਜਾਵੇ। ਸੋ ਇੱਦਾਂ ਦਾ ਹਰ ਪੋਲੀਟੀਸ਼ੀਅਨ ਆਪਣੇ ਆਪਣੇ ਹਿਸਾਬ ਦੇ ਨਾਲ ਗੇਮ ਖੇਡਦੇ। ਡਾਕਟਰ ਸਾਹਿਬ 2-3 ਚੀਜ਼ਾਂ ਨੇ ਜਿਹੜੀਆਂ ਹਰ ਇਲੈਕਸ਼ਨ 'ਚ ਪਬਲਿਕ ਦਾ ਇੱਕ ਓਪੀਨੀਅਨ ਹੁੰਦਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੋਟ ਪਰਸੈਂਟ ਦੇ ਹਿਸਾਬ ਨਾਲ ਜਿਹੜੇ ਕੈਂਡੀਡੇਟ ਆ ਉਹ ਜਾਣ। ਕਈ ਵਾਰ ਇਦਾਂ ਹੁੰਦਾ ਕਿ ਵੋਟ ਪਰਸੈਂਟੇਜ ਜ਼ਿਆਦਾ ਕਿਸੇ ਪਾਰਟੀ ਨੂੰ ਪਈ ਹੁੰਦੀ ਆ ਪਰ ਉਹਦੀਆਂ ਸੀਟਾਂ ਘੱਟ ਨਿਕਲਦੀਆਂ। ਜੇ ਅੱਜ ਵੀ ਅਸੀਂ ਕਹਿ ਰਹੇ ਹਾਂ ਵੀ ਪੋਸੀਬਿਲਿਟੀ ਇਹ ਆ ਕਿ ਸੀਟਾਂ ਜ਼ਿਆਦਾ ਲਿਬਰਲ ਕੱਢ ਲਏ ਪਰ ਵੋਟ ਪਰਸੈਂਟੇਜ ਜ਼ਿਆਦਾ CP ਨੂੰ ਵੀ ਪੈ ਸਕਦੀ ਆ। ਪਰ ਇਹ ਕ੍ਰਾਈਟੇਰੀਆ ਜਿਹੜਾ ਆ ਇਹਦੇ 'ਚ ਕੀ ਰੁਕਾਵਟ ਆ, ਕਿਉਂ ਇਦਾਂ ਨਹੀਂ ਹੁੰਦਾ? ਇੱਕ ਤੇ ਇਹ ਗੱਲ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ। ਇੱਕ ਹਮੇਸ਼ਾ ਰੀਕਾਲ ਦੀ ਗੱਲ ਹੁੰਦੀ ਆ ਕਿ ਜੇ ਕੋਈ ਵਿਅਕਤੀ ਤੁਹਾਡਾ ਕੈਂਡੀਡੇਟ ਜਾਂ ਤੁਹਾਡੀ ਪੂਰੀ ਸਰਕਾਰ ਨਹੀਂ ਕੰਮ ਕਰਦੀ ਪ੍ਰੋਪਰਲੀ ਜਿੱਦਾਂ ਤੁਸੀਂ ਉਮੀਦ ਨਾਲ ਚੁਣਿਆ ਹੁੰਦਾ
ਤੇ ਲੋਕਾਂ ਕੋਲ ਕੋਈ ਪਟੀਸ਼ਨ ਪਾ ਕੇ ਰੀਕਾਲ ਦਾ ਅਧਿਕਾਰ ਹੋਵੇ। ਬਾਕੀ ਗੱਲਾਂ ਆਪਾਂ ਹੋਰ ਕਰਦੇ ਹਾਂ। ਇਲੈਕਸ਼ਨ ਦੀ ਡੈਮੋਕ੍ਰੇਸੀ ਦੀਆਂ ਜਿਹੜੀਆਂ ਘਾਟਾਂ ਤੁਸੀਂ ਗਿਣਾਉਂਦੇ ਹੁੰਦੇ ਹੋ, ਉਹਦੇ ਵਿੱਚ ਇਹ 2-3 ਚੀਜ਼ਾਂ ਬਹੁਤ ਵੱਡੀਆਂ ਜਿਹੜੀਆਂ ਨੇ ਇਹ ਕਮਜ਼ੋਰੀਆਂ ਨਜ਼ਰ ਆਉਂਦੀਆਂ ਨੇ ਅਕਸਰ। ਦੇਖੋ ਜਿਹੜੇ ਪੋਲੀਟੀਸ਼ੀਅਨ ਨੇ ਨਾ, ਪਹਿਲੀ ਗੱਲ ਤਾਂ ਹੈ ਕਿ ਰਿਪਰੈਜ਼ੈਂਟੇਸ਼ਨ ਨੂੰ ਕਿਉਂ ਨਹੀਂ ਐਕਸੈਪਟ ਕਰਦੇ। ਇਸ ਕਰਕੇ ਨਹੀਂ ਕਰਦੇ ਕਿ ਪਿਛਲਾ ਰਿਕਾਰਡ ਹੈਗਾ ਨਾ ਜੀ, ਮਤਲਬ 68 ਤੋਂ ਤਾਂ ਮੈਂ ਜਾਣਦਾ ਕਿ ਰਿਕਾਰਡ 68 ਤੋਂ ਲੈ ਕੇ ਹੁਣ ਤੱਕ ਕਦੀ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ 50% ਤੋਂ ਜ਼ਿਆਦਾ ਸੀਟਾਂ 50% ਤੋਂ ਜ਼ਿਆਦਾ ਵੋਟਾਂ ਨਹੀਂ ਲਈਆਂ। ਸੋ ਅਗਰ ਉਹ ਰਿਪਰੈਜ਼ੈਂਟੇਸ਼ਨ ਤੇ ਆ ਜਾਣ ਤੇ ਸ਼ਾਇਦ ਉਹ ਜਿਹੜੀ ਪਾਰਟੀ ਲਗਾਤਾਰ 3-3 4-4 ਵਾਰੀ 20-20 ਸਾਲ ਰਾਜ ਕਰਦੀ ਹੈ, ਸ਼ਾਇਦ ਉਹ ਕਰ ਹੀ ਨਾ ਸਕਣ। ਸੋ ਦੈਟ ਫੀਅਰ ਇਨ ਦ ਪੋਲੀਟੀਸ਼ੀਅਨ ਕਿ ਅਸੀਂ ਇੱਕ ਵੋਟ ਨਾਲ ਵੀ ਜਿੱਤਣਾ। ਹੁਣ ਦੇਖੋ ਨਾ, ਇੱਥੇ 38.9% ਦੇ ਨਾਲ ਪਿਛਲੀ ਵਾਰੀ ਟਰੂਡੋ ਸਾਹਿਬ 155 ਸੀਟਾਂ ਲੈ ਕੇ ਪ੍ਰਾਈਮ ਮਿਨਿਸਟਰ ਬਣ ਗਏ। ਮੋਦੀ ਦਾ ਨਾਮ ਨਾ, ਹੁਣ ਮੈਂ ਹਿੰਦੁਸਤਾਨ ਦਾ ਨਾਮ ਜ਼ਰੂਰ ਲਵਾਂਗਾ ਕਿ ਮੋਦੀ ਪਹਿਲੀ ਵਾਰੀ 2015 ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਬਣੇ 14 ਦੇ ਵਿੱਚ, ਉਸ ਵਕਤ ਉਹਨਾਂ ਨੂੰ 32.9% ਵੋਟਾਂ ਬੀਜੇਪੀ। ਹਾਂਜੀ, ਐਤਕੀ ਪ੍ਰਾਈਮ ਮਿਨਿਸਟਰ ਬਣੇ 38.9% ਵੋਟਾਂ ਪਈਆਂ, ਮਤਲਬ 40% ਵੀ ਵੋਟਾਂ ਨਹੀਂ ਪਈਆਂ, ਲੇਕਿਨ ਉਹ ਡਿਕਟੇਟਰ ਨੇ। ਪਰ ਸਰ ਸਵੀਪ 38.9 ਨਾਲ ਸਵੀਪ ਕਰ ਗਏ। ਨੰਬਰ ਆਫ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ 300 ਤੋਂ ਟੱਪ ਗਏ, 302 304 ਹੈ ਨਾ। ਨਹੀਂ, ਉਹ ਇਸ ਕਰਕੇ ਕੋਈ ਰੀਜ਼ਨ ਨਹੀਂ ਹੈਗਾ ਕਿ ਜਦੋਂ ਇੱਕ ਸੀਟ ਦੇ ਉੱਪਰ 5-5 6-6 ਬੰਦੇ ਲੜਦੇ ਨੇ। ਹੁਣ ਮੈਂ ਤੁਹਾਨੂੰ ਦੱਸਦਾ, ਯੂਪੀ ਦੇ ਵਿੱਚ ਇਲੈਕਸ਼ਨ ਹੋਣ ਵਾਲਾ, ਸਭ ਤੋਂ ਵੱਡੀ ਬੇਵਕੂਫੀ ਕਿਹੜੀ ਪਾਰਟੀ ਕਰ ਰਹੀ ਹੈ? ਕਾਂਗਰਸ। ਉਹ ਕਹਿੰਦੇ ਅਸੀਂ ਇੰਡੀਪੈਂਡੈਂਟ ਇਲੈਕਸ਼ਨ ਲੜਨਾ। ਇੰਡੀਪੈਂਡੈਂਟ ਇਲੈਕਸ਼ਨ ਲੜ ਕੇ ਕਾਂਗਰਸ ਨੂੰ, ਅਗਰ ਅੱਜ ਮੇਰੀ ਗੱਲ ਨੋਟ ਕਰ ਲਓ, 6 ਔਰ 10 ਦੇ ਵਿਚਕਾਰ ਸੀਟਾਂ ਮੈਂ ਬਹੁਤ ਜ਼ਿਆਦਾ ਦੇ ਰਿਹਾ ਹਾਂਜੀ, ਲੱਗਦਾ 3-4 ਹੀ ਆਉਣਗੀਆਂ। ਤੇ ਲੇਕਿਨ ਉਹਨਾਂ ਨੇ ਜਿਹੜੀ ਗੇਮ ਖਰਾਬ ਕਰਨੀ ਹੈ ਹਾਂਜੀ, ਯੋਗੀ ਨੂੰ ਜਿਹੜਾ ਉਹਨਾਂ ਨੇ ਜਿਤਾਣਾ, ਉਹ ਅਲੱਗ ਬਹੁਤ ਵੱਡਾ ਰੋਲ ਆ ਉਹਨਾਂ ਦਾ। ਉਹ ਸੋ ਇਸ ਕਰਕੇ ਪੋਲੀਟੀਸ਼ੀਅਨ ਸਮ ਔਰ ਦੀ ਅਦਰ ਇਹਨਾਂ ਗੱਲਾਂ ਨੂੰ ਨਹੀਂ ਸੋਚਦੇ। ਉਹ ਇਹ ਸੋਚਦੇ ਨੇ ਕਿ ਅਸੀਂ ਕਿੱਦਾਂ ਆਪਣੀ ਪ੍ਰਿਯੰਕਾ ਗਾਂਧੀ ਨੂੰ ਲੀਡਰ ਬਣਾਉਣਾ, ਯੂਪੀ ਦਾ, ਕੱਲ੍ਹ ਨੂੰ ਭਾਵੀ ਚੀਫ ਮਿਨਿਸਟਰ ਬਣਾਉਣਾ, 2-3 ਹੋਰ ਇਲੈਕਸ਼ਨ ਹਾਰ ਜਾਵਾਂਗੇ, ਤੇਰਾ ਪੈਸਾ ਅਸੀਂ ਲੜੀ ਜਾਵਾਂਗੇ। ਲੇਕਿਨ ਇੱਦਾਂ ਨਹੀਂ ਗੱਲਾਂ ਬਣਦੀਆਂ। ਹੁਣ ਗੱਲਾਂ ਬਣਦੀਆਂ ਨੇ ਬਕਾਇਦਾ ਤੁਹਾਡੇ ਵਿੱਚ ਕੋਈ ਨਾ ਕੋਈ ਲਿਆਕਤ ਹੋਣੀ ਚਾਹੀਦੀ। ਲੋਕਾਂ ਦੇ ਵਿੱਚ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਵੀ ਤੁਸੀਂ ਰਾਜ ਕਰ ਸਕਦੇ ਹੋ। ਅਜੇ ਤੱਕ ਜਿਹੜੀ ਡੈਫੀਨੇਸ਼ਨ ਆਈ ਹੈ, ਹੁਣ ਟਰੂਡੋ ਸਾਹਿਬ ਦੀ ਅਗਰ ਅਸੀਂ ਗੱਲ ਕਰੀਏ ਤਾਂ ਡੈਫੀਨੇਟਲੀ ਇਹ ਗੱਲ ਤਾਂ ਕਲੀਅਰ ਹੈ ਹਾਂਜੀ ਕਿ ਉਹ ਨਹੀਂ ਚਾਹੁੰਦੇ ਰਿਪਰੈਜ਼ੈਂਟੇਸ਼ਨ, ਕਿਉਂਕਿ ਨਾ ਤਾਂ ਉਹਨਾਂ ਦੇ ਫਾਦਰ ਕਦੀ 50% ਲੈ ਸਕੇ ਇੰਨੀ ਪੋਪੂਲੈਰਿਟੀ ਦੇ ਵਿੱਚ, ਤੇ ਨਾ ਹੀ ਜਸਟਿਨ ਟਰੂਡੋ ਲੈ ਸਕੇ ਨੇ। ਸੋ ਇਸ ਕਰਕੇ ਵਾਈ ਵੁੱਡ ਹੀ ਗੋ ਫॉर दैट ਵੇਅਰ ਹੀ ਵੁੱਡ ਲੂਜ਼ ਹਿਸ ਓਨ ਪ੍ਰਾਈਮ ਮਿਨਿਸਟਰਸ਼ਿਪ? ਨੋ, ਯੂ ਵੋਂਟ ਡੂ ਇਟ। ਨੋ ਲੀਡਰ ਵਿਲ। ਮੇਰਾ ਜਿਹੜਾ ਕੁਐਸਚਨ ਸੀਗਾ, ਬਹੁਤ ਸਾਰੇ ਲੋਕ ਚੁੱਪ ਚਪੀਤੇ ਗੱਲ ਕਰਦੇ ਆ ਆਪਸ ਚ, ਵੋਟਰ ਵੀ ਗੱਲ ਕਰਦੇ ਆ, ਕਹਿੰਦੇ ਆ ਕਿ ਜਿਹੜੀ ਲੋਕਾਂ ਦੀ ਆਵਾਜ਼ ਹੁੰਦੀ ਆ ਉਹ ਕਿਤੇ ਨਾ ਕਿਤੇ ਉੱਪਰ ਤੱਕ ਪਹੁੰਚਦੀ ਆ, ਭਾਵੇਂ ਕਿਸੇ ਰਸਤੇ ਪਹੁੰਚੇ, ਕਿ ਕਿਉਂਕਿ ਇੱਕ ਬਲੰਡਰ ਗਿਣੀ ਗਈ ਆ ਟਰੂਡੋ ਸਾਹਿਬ ਦੀ ਇਲੈਕਸ਼ਨ ਕਾਲ ਕਰਨਾ ਇਹਨਾਂ ਦਿਨਾਂ ਦੇ ਵਿੱਚ, ਤੇ ਲੀਡਰਸ਼ਿਪ ਕੁਆਲਿਟੀ ਜਿਹੜੀ ਲੀਡਰ ਦੀ ਹੁੰਦੀ ਆ ਉਹਦੇ ਤੇ ਇੱਕ ਵੱਡੀ ਮਤਲਬ ਇੱਕ ਹੁੰਦੀ, ਇਹ ਉਹਨਾਂ ਦੇ ਉੱਤੇ ਕੁਐਸਚਨ ਹੈ ਕਿ ਤੁਸੀਂ ਜਿਹੜੀ ਚੀਜ਼ ਤੇ ਉਹ ਸਾਰੀ ਜਿਹੜੀ ਕੰਪੇਨ ਆ ਉਹਦੇ ਵਿੱਚ ਕਿਤੇ ਨਾ ਕਿਤੇ ਡਿਪੈਂਡੈਂਟ ਕੈਂਡੀਡੇਟ ਵਾਂਗੂ ਰਹੇ, ਆਪਣੀ ਡਿਫੈਂਸ ਹੀ ਕਰਦੇ ਰਹੇ, ਇੱਕੋ ਸਵਾਲ ਉਹਨਾਂ ਦੇ ਆਲੇ ਦੁਆਲੇ ਰਿਹਾ। ਇਹ ਸਵਾਲ ਵਿਦਨ ਪਾਰਟੀ ਵੀ ਉਹਨਾਂ ਨੂੰ ਘੇਰ ਸਕਦਾ ਕਿ ਕੋਈ ਹੋਰ ਲੀਡਰ ਉੱਭਰ ਸਕਦਾ? ਪਾਰਟੀ ਦੇ ਵਿੱਚ ਹਿੰਮਤ ਹੀ ਨਹੀਂ। ਇੱਥੇ ਵੀ ਉਹੀ ਸਿਸਟਮ ਹੈ, ਇੱਥੇ ਵੀ ਇੱਕ ਕਿਸਮ ਦਾ ਹੀਰੋਸ਼ਿਪ ਹੈ, ਇੱਥੇ ਵੀ ਵਨਮੈਨਸ਼ਿਪ ਹੈ। ਇੱਥੇ ਜਿਹੜਾ ਲੀਡਰ ਬਣ ਜਾਂਦਾ, ਟਰੂਡੋ ਨੂੰ ਲੀਡਰ ਕਿਉਂ ਬਣਾਇਆ ਲਿਬਰਲ ਪਾਰਟੀ ਨੇ? ਕਿਉਂਕਿ ਦੇਖੋ, ਲਿਬਰਲ ਪਾਰਟੀ ਦਾ ਕੋਈ ਮਤਲਬ ਨਹੀਂ ਹੁੰਦਾ। ਪਾਰਟੀ ਦੇ ਵਿੱਚ ਜਿਹੜੇ ਬੰਦੇ ਹੁੰਦੇ ਨੇ ਉਹ ਪਾਵਰ ਗ੍ਰੈਬ ਕਰਨਾ ਚਾਹੁੰਦੇ ਨੇ, ਉਹ MP ਬਣਨਾ ਚਾਹੁੰਦੇ ਨੇ, ਉਹ ਮਿਨਿਸਟਰਸ ਬਣਨਾ ਚਾਹੁੰਦੇ ਨੇ, ਉਹ ਪਾਰਲੀਮੈਂਟ ਸੈਕਟਰੀ ਬਣਨਾ ਚਾਹੁੰਦੇ ਨੇ। ਸੋ ਦੇਖਦੇ ਨੇ ਕਿ ਕਿਹੜਾ ਸਭ ਤੋਂ ਵਧੀਆ ਘੋੜਾ ਦੌੜੇਗਾ, ਜਿਹੜਾ ਸਾਨੂੰ ਇਹ ਵਿਨ ਕਰਕੇ ਦੱਸੇਗਾ। ਹੁਣ ਸੈਕਟਰੀਏਟ ਇੱਕ ਬਹੁਤ ਵੱਡਾ, ਦੇਖੋ ਜਿਹਨਾਂ ਨੂੰ ਹਾਰਸ ਰੇਸਿੰਗ ਦਾ ਪਤਾ, ਉਹਦੇ ਵਿੱਚ ਐਸੇ ਹਾਰਸ ਹੋਏ ਨੇ। ਸੈਕਟਰੀਏਟ ਇੱਕ ਹਾਰਸ ਹੋਇਆ ਜਿਹਨੇ ਲਗਾਤਾਰ ਹਾਂਜੀ ਰੇਸਾਂ ਜਿੱਤੀਆਂ। ਉਹ ਰੇਸਾਂ ਜਿੱਤਣ ਦੇ ਬਾਅਦ ਜਦੋਂ ਉਹ ਰਿਟਾਇਰ ਹੋਇਆ, ਤੁਸੀਂ ਯਕੀਨ ਮੰਨਣਾ ਅਰਜੀਤ ਜੀ, ਉਹ 100 ਮਿਲੀਅਨ ਤੋਂ ਉੱਪਰ ਘੋੜਾ ਵੀ ਗਿਆ। ਹਾਂਜੀ, ਕਿਉਂ ਕਿ ਉਸ ਨੂੰ ਬਕਾਇਦਾ ਇੱਕ ਐਸੀ ਫਾਰਮ 'ਚ ਲੈ ਕੇ ਜਿੱਥੇ ਸਟੱਡ ਫਾਰਮ ਕਹਿੰਦੇ ਨੇ। ਸੋ ਉਹ ਉਸ ਘੋੜੇ ਦੇ ਨਾਲ ਕਿਸੇ ਘੋੜੀ ਦਾ ਮਿਲਾਪ ਕਰਦੇ ਸੀ ਨਾ ਦੂਜੇ, ਤੇ $1 ਮਿਲੀਅਨ ਦਿੰਦੇ ਸੀ। ਸੋ ਇੱਦਾਂ ਦਾ ਜਿਹੜੇ ਲੀਡਰਸ ਨੇ ਜਾਂ ਜਿਹੜੇ ਉਹਨਾਂ ਦੇ ਅੱਗੋਂ
ਚੇਲੇ ਨੇ ਜਾਂ ਜਿਹੜੇ ਪਾਰਟੀ ਨੂੰ ਬਿਲੋਂਗ ਕਰਦੇ ਨੇ, ਉਹ ਕਹਿੰਦੇ ਲੀਡਰ ਅਸੀਂ ਕੀ ਬਣ ਕੇ ਰਹਿਣਾ, ਪਾਵਰ ਲਵੋ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਵੀ ਪਾਰਟੀ ਦੇ ਵਿੱਚ, ਹਾਂ, ਜਿਹੜੇ ਇਹਨਾਂ ਦੇ ਕਲੋਜ਼ ਕਨਫੀਡੈਂਟਸ ਹੁੰਦੇ ਨੇ, ਜਿੱਦਾਂ ਕਿ ਭੱਟ ਸੀਗਾ ਬੜਾ ਕਲੋਜ਼ ਕਨਫੀਡੈਂਟ ਇਹਨਾਂ ਦਾ, ਹੀ ਕੁਡ ਟਾਕ ਟੂ ਜਸਟ ਐਨੀਥਿੰਗ। ਲੇਕਿਨ ਤੁਸੀਂ ਹੋਰ ਕਹੋ ਕਿ ਕੋਈ MP ਜਾਂ ਮਿਨਿਸਟਰ ਹਾਂਜੀ ਇਹ ਕਹਿ ਸਕੇ ਨਹੀਂ ਜੀ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ, ਨੋ, ਆਈ ਡੋਂਟ ਬਲੀਵ ਇਨ ਦੈਟ, ਆਈ ਡੋਂਟ ਥਿੰਕ ਦੇ ਕੈਨ ਡੂ ਇਟ। ਹਾਂਜੀ ਆਉਣੇ ਵਾਲੇ ਟਾਈਮ ਦੇ ਵਿੱਚ ਵੀ ਅਜੇ ਨਜ਼ਰ ਨਹੀਂ ਆਉਂਦਾ ਕਿ ਇਹ ਹੋਏ। ਪਰ ਜਦੋਂ ਸਾਡੇ MP ਸਾਡੇ ਕੋਲ ਆਉਂਦੇ ਨੇ, ਜਦੋਂ ਤੁਸੀਂ ਉਹਨਾਂ ਨੂੰ ਕੁਐਸਚਨ ਕਰਦੇ ਆ ਵੀ ਤੁਹਾਡੀ ਕਿੰਨੀ ਕੁ ਆਜ਼ਾਦੀ ਆ, ਤੁਸੀਂ ਕਹਿੰਦੇ ਉਹ ਤੇ ਪਹਿਲਾਂ ਇਸ ਤਰ੍ਹਾਂ ਸ਼ੋਅ ਕਰਦੇ ਆ ਕਿ ਨਹੀਂ ਨਹੀਂ ਐਸਾ ਕੁਝ ਨਹੀਂ ਆ, ਲੋਕਾਂ 'ਚ ਐਵੇਂ ਗਲਤੀ ਆ, ਐਦਾਂ ਕੁਝ ਨਹੀਂ ਆ, ਅਸੀਂ ਬੜੇ ਇੰਡੀਪੈਂਡੈਂਟ ਆ, ਅਸੀਂ ਆਪਣੇ ਹਲਕੇ ਦੀ ਗੱਲ ਕਰਦੇ ਆ, ਅਸੀਂ ਬੜਾ ਸਾਡਾ ਟੀਮ ਵਰਕ ਹੁੰਦਾ, ਅਸੀਂ ਕਾਕਸ 'ਚ ਖੁੱਲ੍ਹ ਕੇ ਆਪਣੇ ਸਵਾਲ ਜਵਾਬ ਕਰਦੇ ਆ, ਆਪਣੇ ਹਲਕੇ ਦੀਆਂ ਪ੍ਰੋਬਲਮ ਡਿਸਕਸ ਕਰਦੇ ਆ। ਔਰ ਤਿੰਨਾਂ ਲੈਵਲਾਂ ਦੇ ਉੱਤੇ ਮਿਊਨਿਸਪਲ ਗਵਰਨਮੈਂਟ ਜਿਹੜੀ ਆ ਉਹਦੇ ਉੱਤੇ, ਪ੍ਰੋਵਿੰਸ਼ੀਅਲ ਗਵਰਨਮੈਂਟ, ਔਰ 'ਚ ਜਿਹੜਾ MP ਹੁੰਦਾ ਇੱਕ ਕਿਸਮ ਦਾ ਕੋਆਰਡੀਨੇਟਰ ਦਾ ਕੰਮ ਕਰਦਾ। ਬਹੁਤ ਸਾਰੀਆਂ ਸਾਡੇ ਕੋਲ ਤਾਕਤਾਂ ਹੁੰਦੀਆਂ, ਇਸ ਤਰ੍ਹਾਂ ਦੀ ਉਹ ਜਿਹੜਾ ਪ੍ਰਭਾਵ ਜਿਹੜਾ ਘੱਟੋ ਘੱਟ ਦਿੰਦੇ ਆ ਜੀ ਆਪਣੇ ਇੰਟਰਵਿਊ ਦੇ ਵਿੱਚ। ਜਿਹਦਾ ਹਰਜੀਤ ਜੀ ਜਿਹਦਾ PM ਆਫਿਸ ਦੇ ਵਿੱਚ ਚੱਲਦੀ ਹੈ, ਜਿਹੜਾ PM ਆਫਿਸ ਦੇ ਵਿੱਚ ਜਿਹੜੇ ਬੈਠੇ ਹੋਏ ਨੇ, ਪ੍ਰਾਈਮ ਮਿਨਿਸਟਰ ਟੂਡੋ ਦੇ ਨਹੀਂ ਨਾ ਕੋਈ ਫੰਡ ਅਲਾਟ ਕਰਨੇ, ਅਲਾਟ ਤੇ ਉਹਨਾਂ ਨੇ ਕਰਨੇ ਨੇ ਜਿਹੜੇ ਉੱਥੇ ਬੈਠੇ ਹੋਏ ਜੀ। ਸੋ ਜਿਹਦੀ PM ਆਫਿਸ ਦੇ ਵਿੱਚ ਬਣਦੀ ਹੈ, ਚੱਲਦੀ ਹੈ, ਉਹ ਆਪਣੇ ਕੰਮ ਵੀ ਕਰਵਾ ਲੈਂਦੇ ਨੇ, ਉਹ ਪੈਸਾ ਵੀ ਲੈ ਆਉਂਦੇ ਨੇ। ਜਿਹਦੀ ਨਹੀਂ ਚੱਲਦੀ ਬਣਦੀ ਹਾਂਜੀ ਉਹ ਕੁਝ ਨਹੀਂ ਕਰਵਾ ਸਕਦੇ, ਉਹ ਜਿਹੜਾ ਰੂਟੀਨ ਹੈਗਾ ਉਹਦੇ ਵਿੱਚ ਹੀ ਉਹਨਾਂ ਨੇ ਕੰਮ ਕਰਨਾ। ਇਹ ਜੋ ਦੇਖੋ ਇਲੈਕਸ਼ਨ 'ਚ ਅਗਰ ਇਹ ਨਹੀਂ ਆ ਕੇ ਕਹਿਣਗੇ, ਕੀ ਕਹਿਣਗੇ ਤੁਹਾਨੂੰ? ਜਸਟਿਨ ਟਰੂਡੋ ਦੇ ਕੋਲ ਕੋਈ ਜਵਾਬ ਨਹੀਂ ਸੀਗਾ ਕਿ ਮੈਂ ਇਲੈਕਸ਼ਨ ਕਿਉਂ ਕਰਵਾਇਆ, ਬਾਰ-ਬਾਰ ਉਹਨੂੰ ਇਹ ਪੁੱਛਿਆ ਗਿਆ, ਲੇਕਿਨ ਉਹਨੇ ਇੱਕੋ ਹੀ ਜਵਾਬ ਦਿੱਤਾ ਕਿ ਮੈਂ ਦਿਸ ਇਜ਼ ਡੈਮੋਕ੍ਰੇਸੀ, ਪੀਪਲ ਆਰ ਦੀ ਮਤਲਬ ਰੀਅਲ ਪਾਵਰ, ਆਈ ਵਾਂਟ them to give power to whom they want। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਨਾ ਜੀ, ਇਹ ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਵੀ ਹੈਵ ਟੂ ਰੀਅਲਾਈਜ਼ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ PM ਆਫਿਸ ਹਾਂਜੀ ਬਹੁਤ ਵੱਡਾ ਰੋਲ ਪਲੇ। ਜੀ ਬਿਲਕੁਲ, they are the power, center of power। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ, ਇੱਕ ਬਹੁਤ ਜ਼ਿਆਦਾ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਵੱਖ-ਵੱਖ ਮੁਲਕਾਂ ਦੀ ਡੈਮੋਕ੍ਰੇਸੀ, ਤੇ ਇਹਦੇ ਵਿੱਚ ਇਹ ਸ਼ਬਦ ਅਸੀਂ ਬੜਾ ਯੂਜ਼ ਕਰਦੇ ਹਾਂ ਕਿ ਜਿਹੜੇ ਵੈਸਟਰਨ ਕੰਟਰੀ ਨੇ ਜਿੱਥੇ ਜਿਹੜੀ ਡੈਮੋਕ੍ਰੇਸੀ ਆ ਇਹ ਬੜੀ ਮਤਲਬ ਉਹਦੀ ਸੁਧਰੀ ਹੋਈ ਕਿਸਮ ਆ, ਆਪਾਂ ਜਿੱਦਾਂ ਸਮਝਦੇ ਆ ਕਿ ਇੱਥੇ ਡੈਮੋਕ੍ਰੇਸੀ ਫਿਰ ਵੀ ਲੋਕਾਂ ਨੂੰ ਨਜ਼ਰ ਆਉਂਦੀ ਹੈ ਕਿਤੇ ਨਾ ਕਿਤੇ, ਤੇ ਇੱਥੇ ਜਿਹੜੇ ਲੀਡਰ ਨੇ ਆਪਣੇ ਆਪ ਕੁਰਸੀ ਛੱਡਦੇ ਨੇ। ਨਵਦੀਪ ਦੀ ਮਿਸਾਲ ਲੈ ਸਕਦੇ ਆ, ਹੋਰ ਬਹੁਤ ਸਾਰੇ ਵੱਡੇ ਲੀਡਰ ਨੇ ਜਿਹੜੇ ਆਪਣੇ ਆਪ ਸਟੈਪ ਡਾਊਨ ਹੋ ਜਾਂਦੇ ਨੇ ਡਿਊਰਿੰਗ ਪਾਵਰ, ਵੀ ਉਹ ਕਹਿ ਦਿੰਦੇ ਆ ਨਹੀਂ ਵੀ ਬਸ ਇਨਫ, ਮੈਂ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਜਾਂ ਕੁਝ ਹੋਰ। ਤੇ ਸਾਡੇ ਉੱਥੇ ਪਿੱਛੇ ਛੱਡੇ ਮੁਲਕਾਂ ਦੀ ਡੈਮੋਕ੍ਰੇਸੀ ਇਹੋ ਜਿਹੀ ਆ ਕਿ ਜੇ ਕੋਈ ਬੰਦਾ ਇੱਕ ਵਾਰੀ ਮੈਂਬਰ ਪੰਚਾਇਤ ਵੀ ਬਣ ਜਾਵੇ ਤੇ ਉਹ ਫਿਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਅਲੱਗ ਸਮਝਣ ਲੱਗ ਪੈਂਦਾ। ਉਹ ਕਹਿੰਦੇ ਹੁੰਦੇ ਨਾ ਜਿੱਦਾਂ ਉੱਥੇ ਤੇ ਇਹ ਆ ਵੀ ਖੋਤੀ ਥਾਣੇ ਉਹ ਆਈ ਤੇ ਥਾਣੇਦਾਰ ਨਹੀਂ ਬਣ ਗਈ, ਤੇ ਉਹ ਫਿਰ ਬੰਦੇ ਨੂੰ ਬੰਦਾ ਹੀ ਨਹੀਂ ਗਿਣਦਾ। ਉਹ ਕਹਿੰਦਾ ਨਹੀਂ ਮੈਂ ਸਰਪੰਚ ਰਿਹਾ ਵਾਂ, ਸਰਪੰਚ ਆ ਮੈਂ ਇੱਥੋਂ ਦਾ। ਉਹ ਸਾਰੀ ਉਮਰ ਆਪਣੇ ਸਕੂਟਰ ਮੋਟਰਸਾਈਕਲ ਦੇ ਪਿੱਛੇ ਵੀ ਸਰਪੰਚ ਹੀ ਲਿਖਾਈ ਫਿਰਦਾ ਆ। ਤੇ ਪਰ ਇੱਥੇ ਜਿਹੜਾ ਥੋੜਾ ਜਿਹਾ ਵੱਖਰਾ ਸਿਸਟਮ ਆ, ਇਹਦੇ ਪਿੱਛੇ ਕੀ ਕਾਰਨ ਆ, ਖਾਸ ਕਰਕੇ ਜਿਹੜੇ ਮਤਲਬ ਮੇਰੇ ਦਿਮਾਗ 'ਚ ਕੋਈ ਜੇਨ ਚੱਲ ਰਹੀਆਂ ਨੇ ਗੱਲਾਂ, ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਕੀ ਕਾਰਨ ਨੇ ਇੱਥੇ ਵੀ ਲੋਕ। ਹਾਂਜੀ, ਸਭ ਤੋਂ ਵੱਡਾ ਕਾਰਨ ਹੈ ਜੀ ਇਕਨੋਮਿਕ ਜਿਹੜਾ ਕਾਰਨ ਹੈਗਾ ਹਿੰਦੁਸਤਾਨ ਦੇ ਵਿੱਚ, ਜਿਹੜਾ ਪੋਲੀਟੀਸ਼ੀਅਨ ਹੈ ਉਹ ਪੈਸਾ ਬਣਾਉਂਦਾ। ਇੱਥੇ ਜਿਹੜਾ ਪੋਲੀਟੀਸ਼ੀਅਨ ਹੈ ਉਹ ਉਹਨੇ ਪੈਸੇ ਨਹੀਂ ਬਣਾ ਸਕਦਾ, ਪੈਸਾ ਤੇ ਬਣਾਉਂਦਾ ਲੇਕਿਨ ਉਹਨੇ ਪੈਸੇ ਨਹੀਂ ਬਣਾ ਸਕਦਾ ਜਿੰਨੇ ਪੈਸੇ ਹਿੰਦੁਸਤਾਨ ਦਾ ਪੋਲੀਟੀਸ਼ੀਅਨ ਬਣਾਉਂਦਾ। ਔਰ ਇੱਥੇ ਮਜ਼ੇ ਦੀ ਗੱਲ ਇਹ ਹੈ ਕਿ ਅਗਰ ਪੋਲੀਟੀਸ਼ੀਅਨ ਕੱਲ੍ਹ ਰਿਟਾਇਰ ਹੋ ਜਾਏਗਾ ਤੇ ਉਹਨੂੰ 5-5, 7-7, 8-8 ਮਿਲੀਅਨ ਡਾਲਰ ਦੀ ਜੌਬ ਵੀ ਮਿਲ ਜਾਂਦੀ ਹੈ। ਸੋ ਸਮਟਾਈਮਸ ਹੀ ਥਿੰਕਸ ਕਿ ਮੈਂ ਪਾਵਰ ਦਾ ਮਜ਼ਾ ਲੈ ਲਿਆ, ਨਸ਼ਾ ਲੈ ਲਿਆ, ਹੁਣ ਮੈਂ ਥੋੜ੍ਹੇ ਕੁ ਪੈਸੇ ਵੀ ਕਮਾ ਲਵਾਂ। ਹਿੰਦੁਸਤਾਨ ਦੇ ਵਿੱਚ ਈਵਨ ਜਿਹੜਾ ਇੱਕ ਪਟਵਾਰੀ ਤੇ ਚਲੋ ਬਹੁਤ ਵੱਡੀ ਗੱਲ ਹੈ, ਪਟਵਾਰੀ ਤੇ ਮਲਟੀ ਮਿਲੀਅਨਰ ਆ, ਲੇਕਿਨ ਜਿਹੜੇ ਸਰਪੰਚ ਬਣਦੇ ਨੇ, ਪੰਚ ਬਣਦੇ ਨੇ, ਉਹਨਾਂ ਦਾ ਸਾਰੀ ਉਮਰ ਪੈਸਾ ਬਣਦਾ ਰਹਿੰਦਾ। ਉੱਥੇ ਇਕਨੋਮਿਕ ਇੰਡੀਪੈਂਡੈਂਸ ਬਹੁਤ ਘੱਟ ਹੈ, ਗਰੀਬੀ ਹੈ, ਗੁਰਬਤ ਹੈ। ਉਹ ਜਦੋਂ ਖਤਮ ਹੋ ਜਾਏਗੀ ਉੱਥੇ ਵੀ ਇਹੋ ਜਿਹਾ ਸਿਸਟਮ ਹੋ ਜਾਏਗਾ ਕਿ ਲੋਕ ਆਪ ਹੀ ਰਿਜ਼ਾਈਨ ਕਰ ਦੇਣਗੇ। ਹੁਣ ਅੱਜ 71 ਸਾਲ ਦਾ ਹੋ ਗਿਆ ਮੋਦੀ ਨੇ 75 ਸਾਲ ਦਾ ਲਗਾਇਆ ਦਾ ਬੀੜਾ ਕਿ 75 ਸਾਲ ਦੇ ਬਾਅਦ ਲੋਕ ਰਿਟਾਇਰ ਹੋ ਜਾਣੇ ਚਾਹੀਦੇ ਨੇ। ਤੁਹਾਨੂੰ ਕੀ ਲੱਗਦਾ ਕਿ ਮੋਦੀ 75 ਸਾਲ ਦਾ ਹੋ ਜਾਏਗਾ, ਰਿਟਾਇਰ ਹੋ ਜਾਏਗਾ? ਜਿਹੜੇ ਕੰਟਰੀਆਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਪਾਵਰ ਦਾ ਸ਼ੌਕ ਹੈ, ਹੁਣ ਪੁਤਿਨ ਜਿਹੜਾ ਹਾਂਜੀ ਰਸ਼ੀਆ ਦਾ ਪ੍ਰੈਜ਼ੀਡੈਂਟ, ਉਹਨੂੰ ਪਾਵਰ ਦਾ ਸ਼ੌਕ ਹੈ। ਉਹਨੇ ਕਿਹਾ ਜਦ ਤੱਕ ਮੈਂ ਨਹੀਂ ਮਰਨਾ ਮੈਂ ਪਾਵਰ ਰੱਖਣੀ ਹੈ। ਉਹਨੇ ਬਣਾ ਲਿਆ ਕਿ ਸਾਰੀ ਉਮਰ ਪ੍ਰੈਜ਼ੀਡੈਂਟ ਰਹਿਣਾ। ਇੱਦਾਂ ਹੀ
ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ, ਬੜਾ ਵਧੀਆ ਸਿਸਟਮ ਬਣਿਆ ਸੀ ਚਾਈਨਾ ਵਿੱਚ ਕਿ ਹਰ 10 ਸਾਲ ਦੇ ਬਾਅਦ ਲੀਡਰਸ਼ਿਪ ਬਦਲੇਗੀ। 3 ਵਾਰੀ ਲੀਡਰਸ਼ਿਪ ਬਦਲੀ ਹਰ 10-10 ਸਾਲ ਦੇ ਬਾਅਦ। ਲੇਕਿਨ ਇਹ ਜਦੋਂ ਆਇਆ, ਇਹਨੂੰ ਇੰਨਾ ਲਾਲਚ ਆ ਗਿਆ, ਇਹਨੇ ਕਿਹਾ ਮੈਂ ਮਾਓ ਸੇਤੁੰਗ ਤੋਂ ਘੱਟ ਹਾਂ, ਇਸ ਕਰਕੇ ਉਹਨੇ ਵੀ ਕੌਂਸਟੀਟਿਊਸ਼ਨ ਬਦਲ ਦਿੱਤਾ। ਉਹਨੇ ਵੀ ਕਹਿ ਦਿੱਤਾ ਕਿ ਮੈਂ ਸਾਰੀ ਉਮਰ ਪ੍ਰੈਜ਼ੀਡੈਂਟ ਰਹਿਣਾ। ਹੁਣ ਜਿੰਨੇ ਜਿਹੋ ਜਿਹੇ ਮਾਓ ਸੇਤੁੰਗ ਦੇ ਲੱਗਦੇ ਸੀਗੇ ਜੀ ਵੱਡੇ ਵੱਡੇ ਬੋਰਡ, ਉਸ ਤੋਂ ਵੀ ਵੱਡੇ ਬੋਰਡ ਜਿਹੜੇ ਨੇ ਹੁਣ ਜ਼ੀ ਤੇ ਲੱਗਦੇ ਪਏ ਨੇ ਸਾਰੇ ਚਾਈਨਾ ਦੇ ਵਿੱਚ। ਹਰ ਜਗ੍ਹਾ ਤੇ ਜ਼ੀ ਚੱਲ ਰਿਹਾ। ਸੋ ਇਹ ਜਿਹੜੀ ਇੱਕ ਪਾਵਰ ਦਾ ਨਸ਼ਾ ਹੁੰਦਾ ਨਾ, ਇਹ ਬੜਾ ਖਤਰਨਾਕ ਹੁੰਦਾ। ਹਿਟਲਰ ਨੂੰ ਦੇਖ ਲਓ ਜੀ, ਮੁਸੋਲੀਨੀ ਨੂੰ ਦੇਖ ਲਓ, ਜਾਂ ਆਪਣੇ ਅਰਬ ਲੀਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਦੇਖ ਲਓ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਪਾਵਰ ਉਦੋਂ ਹੀ ਛੱਡੀ, ਜਾਂ ਲੋਕਾਂ ਨੇ ਇਹਨਾਂ ਨੂੰ ਮਾਰ ਦਿੱਤਾ ਜਾਂ ਇਹ ਆਪ ਮਰ ਗਏ। ਸੋ ਇਹ ਜਿਹੜਾ ਸਿਸਟਮ ਹੈ ਨਾ ਪਾਵਰ ਦਾ, ਇਹ ਬਹੁਤ ਕਰਪਟਡ ਹੈ। ਇਹ ਮਾਈਂਡ ਨੂੰ ਕਰਪਟ ਕਰ ਦਿੰਦਾ। ਹੁਣ ਮੈਂ ਦੇਖੋ ਤੁਸੀਂ ਮੁਗਾਬੇ ਨੇ, ਆਪਾਂ ਸਿੰਪਲ ਐਗਜ਼ਾਮਪਲ ਲਈਏ, ਦੁਨੀਆ ਦੇ ਵਿੱਚ ਮੁਗਾਬੇ ਨੇ ਜੀ ਅਫਰੀਕਾ ਦੇ ਵਿੱਚ, ਉਹਨਾਂ ਉਦੋਂ ਉਹਨੂੰ ਰੋਡੇਸ਼ੀਆ ਕਹਿੰਦੇ ਹੁੰਦੇ ਸੀ, ਜਿਹੜਾ ਬਾਅਦ 'ਚ ਮੋਜ਼ੰਬੀਕ ਬਣ ਗਿਆ। ਅੱਛਾ, ਉਹ ਕਹੇ ਮੈਂ ਸਾਰੀ ਉਮਰ ਹਟਣਾ ਹੀ ਨਹੀਂ। ਉਸ ਨੇ ਮੁਲਕ ਦਾ ਸੱਤਿਆਨਾਸ਼ ਕਰ ਦਿੱਤਾ। ਹੀ ਵਾਜ਼ ਵਨ ਆਫ ਦ ਗ੍ਰੇਟੈਸਟ ਰੈਵੋਲੂਸ਼ਨਰੀ। ਲੇਕਿਨ ਅਲਟੀਮੇਟਲੀ ਜੋ ਲੋਕ ਸੜਕਾਂ 'ਤੇ ਆ ਗਏ, ਫਿਰ ਆਰਮੀ ਨੇ ਉਹਨੂੰ ਹਟਾਇਆ, ਲੇਕਿਨ ਫਿਰ ਵੀ 30 ਸਾਲ 'ਚ ਉਹਨੇ ਆਪਣਾ ਕੰਟਰੀ ਤਬਾਹ ਕਰ ਦਿੱਤਾ। ਦੀ ਓਨਲੀ ਵਨ ਲੀਡਰ ਔਨ ਦਿਸ ਅਰਥ, ਓਨਲੀ ਵਨ ਲੀਡਰ ਔਨ ਦਿਸ ਅਰਥ ਹੈ ਜੀ ਸਾਊਥ ਅਫਰੀਕਾ ਦਾ ਨੈਲਸਨ ਮੰਡੇਲਾ, ਜਿਹਨੇ 26 ਸਾਲ ਦੀ 28 ਸਾਲ ਦੀ ਕੈਦ ਕੱਟਣ ਦੇ ਬਾਅਦ ਵੀ ਆ ਕੇ 5 ਸਾਲ ਰਾਜ ਕੀਤਾ। ਉਹਨੇ ਕਿਹਾ ਨੋ, ਲੈਟ ਯੰਗ ਮੈਨ ਕਮ, ਆਈ ਵੋਂਟ ਕੰਟੈਸਟ ਨੈਕਸਟ ਟਾਈਮ। ਉਹਨੂੰ ਕੋਈ ਹਰਾ ਥੋੜਾ ਸਕਦਾ ਸੀ, ਲੇਕਿਨ ਉਹ ਇਕੱਲਾ ਇੱਕ ਲੀਡਰ ਹੈ। ਸੋ ਆਈ ਵਰਸ਼ਿਪ ਹਿਮ, ਫॉर मी ही इज एवरीथिंग। मेरा आइडल, मेरा गॉड, मेरा सब कुछ ਜਿਹੜਾ ਨੈਲਸਨ ਮੰਡੇਲਾ। क्या बात है डॉक्टर साहब, वाकई वो बंदा एक मिसाल है दुनिया ते अपनी किस्म की मिसाल। अच्छा, बहुत सारे लीडर कहते हैं नैल्सन मंडेला बनने की कोशिश करते हैं। जो मैनू याद है भारत में जो थोड़ी देर ਲਈ अपना ਸਿਮਰਨਜੀਤ ਮਾਨ अंदर जेल च गया तो पंजाब ਦੇ ਵਿੱਚ ਉਹਨਾਂ ਦੇ ਗਰੁੱਪ ਦੇ ਲੋਕ ਕਹਿੰਦੇ ਹੁੰਦੇ ਸੀ ਭਾਰਤ ਦਾ ਨੈਲਸਨ ਮੰਡੇਲਾ। मतलब ਕੰਪੇਅਰ ਵੀ ਕਿਹਨੂੰ ਕਿਹਦੇ ਨਾਲ ਕਰ ਦਿੱਤਾ ਜਾਂਦਾ ਕਿ ਯਾਰ ਬੜੀ ਅਜੀਬ ਗੱਲ ਹੁੰਦੀ ਹੈ। ਅੱਛਾ ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਜਿੱਦਾਂ ਪੋਲੀਟੀਕਲ ਜਿੰਨਾ ਚਿਰ ਪੋਜੀਸ਼ਨ 'ਚ ਰਹਿੰਦੇ ਆ ਪਾਵਰ ਜ਼ਰੂਰ ਹੁੰਦੀ ਆ, ਪੈਸਾ ਨਹੀਂ ਬਣਦਾ, ਤੇ ਉਸ ਤੋਂ ਬਾਅਦ ਜਦੋਂ ਇਹ ਛੱਡ ਦਿੰਦੇ ਨੇ ਤੇ ਉਹ ਫਿਰ ਐਡਵਾਈਜ਼ਰ ਦੇ ਤੌਰ ਤੇ ਜਿਹੜੀਆਂ ਕਾਰਪੋਰੇਸ਼ਨਾਂ ਨੇ, ਵੱਡੀਆਂ ਵੱਡੀਆਂ ਕਾਰਪੋਰੇਟ ਘਰਾਣੇ ਨੇ, ਉਹ ਇਹਨਾਂ ਨੂੰ $1 ਮਿਲੀਅਨ ਦੀ ਜੌਬ ਦੇ ਦਿੰਦੇ ਆ। ਪਰ ਇਹ ਸਾਰਿਆਂ ਤੇ ਲਾਗੂ ਨਹੀਂ ਨਾ ਹੁੰਦਾ ਡਾਕਟਰ ਸਾਹਿਬ। ਹੁਣ ਕਈ ਜੇ ਆਪਾਂ ਕੰਪੇਅਰ ਕਰੀਏ ਆਪਣੇ 5 MP ਨੂੰ ਕੰਪੇਅਰ ਕਰ ਲਈਏ ਜਿਹੜੇ ਸਾਡੇ ਬਰੈਂਪਟਨ ਵਾਲੇ ਆ, ਇਹ ਜੇ ਪਾਵਰ ਛੱਡ ਕੇ ਆਖਣ ਵੀ ਸਾਨੂੰ ਕੋਈ ਕਾਰਪੋਰੇਟ ਘਰਾਣਾ ਇਹਨਾਂ ਨੂੰ ਕਿਸੇ ਆਪਣਾ CEO ਬਣਾ ਦੂਗਾ ਜਾਂ ਇਹਨਾਂ ਨੂੰ ਕੋਈ ਆਪਣਾ ਵਾਈਸ ਪ੍ਰੈਜ਼ੀਡੈਂਟ ਬਣਾ ਦੂਗਾ, ਤੇ ਉਹ ਪੋਸਿਬਿਲਿਟੀ ਨਜ਼ਰ ਨਹੀਂ ਨਾ ਆਉਂਦੀ, ਕਿਉਂਕਿ ਇਹਨਾਂ ਕੋਲ ਸਕਿੱਲ ਹੀ ਨਹੀਂ ਹੈ। ਜਿਹੜਾ ਬੰਦਾ 10 ਸਾਲ ਇੱਕ ਸਕਿੱਲ ਹੈਗੀ ਨਾ ਬੜੀ ਵੱਡੀ, ਜਿਹੜਾ ਬੰਦਾ 10 ਸਾਲ MP ਰਹਿ ਗਿਆ, ਉਹਦੀ $1.25 ਲੱਖ ਤੇ ਸਾਲ ਦੀ ਪੈਨਸ਼ਨ ਹੋ ਗਈ। ਤੇ ਆਪਣਾ ਜਿਹੜਾ ਉਹਨੇ ਬਿਜ਼ਨਸ ਆ ਕੇ ਲੱਗ ਕਰਨਾ ਹੀ। ਮੈਂ ਸਾਰੇ ਜਿੰਨੇ ਵੀ ਰਿਟਾਇਰਡ MLA ਨੇ, MPs ਨੇ, ਉਹ ਆਪਣਾ ਬਹੁਤ ਵਧੀਆ ਬਿਜ਼ਨਸ ਵੀ ਰਨ ਕਰ ਰਹੇ ਨੇ। $1.25 ਲੱਖ ਵੀ ਕਿੰਨਿਆਂ ਨੂੰ ਮਿਲਦਾ? $1.25 ਲੱਖ ਜੀ ਕੈਨੇਡਾ ਦੇ ਵਿੱਚ। ਬਿਲਕੁਲ ਬਿਲਕੁਲ ਜੀ। ਹਾਂਜੀ, ਜਿਹੜੀਆਂ ਵਧੀਆ ਜੌਬ ਉਹ ਵੀ ਗਿਣੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੱਖ ਤੋਂ ਉੱਪਰ ਸੈਲਰੀ ਚਲ ਜਾਂਦੀ ਹੈ। ਹਾਂਜੀ, ਸੋ ਇਹ ਨਾ ਕਹੋ, ਉਹ ਆਲਰੇਡੀ ਉਹਨਾਂ ਨੇ ਅਰਨ ਕਰ ਲਿਆ ਆਪਣਾ ਪੈਸਾ। ਤੇ ਜਿਹੜਾ ਮਜ਼ੇ ਦੀ ਗੱਲ ਹੈ, ਛੱਡਦੇ ਉਹ ਵੀ ਨਹੀਂ ਜਦ ਤੱਕ ਹਾਰ ਨਾ ਜਾ। ਹਾਂਜੀ ਹਾਂਜੀ, ਸਾਡੇ ਮੱਲੀ ਸਾਹਿਬ ਦੀ ਮਿਸਾਲ ਆ, 7 ਵਾਰ ਰਹੇ ਨੇ, ਅਜੇ ਵੀ ਉਹ ਕਿਤੇ ਨਾ ਕਿਤੇ ਕਦੀ ਕਿਸੇ ਦੀ ਸਪੋਰਟ, ਕਦੀ ਕਿਸੇ ਦੀ ਕੋਸ਼ਿਸ਼ ਹੁੰਦੀ ਆ ਵੀ ਸ਼ਾਇਦ ਮੇਰਾ ਨਾਮ ਵੀ ਕਿਤੇ ਫੇਰ ਬੋਲ ਜੇ। ਤੇ ਕਈ ਵਾਰ ਹੈਰਾਨੀ ਵੀ ਹੁੰਦੀ ਆ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਹੁਣ ਬਹੁਤ ਸਾਰੇ ਯੰਗ ਬਲੱਡ ਦੇ ਬੱਚੇ ਅੱਗੇ ਆ ਗਏ ਨੇ, ਆਪਣੀ ਕਮਿਊਨਿਟੀ ਚੋਂ ਵੀ ਆ ਗਏ ਨੇ, ਹੋਰ ਵੀ ਬਹੁਤ ਸਾਰੇ ਜਿਹੜੇ ਨੇ ਇਸ ਕਾਬਲ ਨੇ ਕਿ ਉਹ ਇੱਥੋਂ ਦੀ ਐਜੂਕੇਸ਼ਨ ਲੈ ਕੇ ਪੜ੍ਹ ਲਿਖ ਕੇ ਅੱਗੇ ਜਾ ਕੇ ਕਰ ਸਕਦੇ ਆ। ਤੇ ਇਹ ਜਿਹੜਾ ਸਿਸਟਮ ਹੈ ਇਹਦੇ ਵਿੱਚ ਚੇਂਜ ਵੀ ਲਿਆ ਸਕਦੇ ਆ ਕਿਤੇ ਨਾ ਕਿਤੇ। ਸੋ ਬਦਲਾਅ ਤੇ ਹਰ ਜਗ੍ਹਾ ਹੁੰਦਾ ਜੀ, ਜਿੱਦਾਂ ਵੀ ਹੋਵੇ ਇਹਨਾਂ ਮੁਲਕਾਂ ਦੇ ਵਿੱਚ ਵੀ। ਲੇਕਿਨ ਇੱਕ ਗੱਲ ਤੇ ਹੈਗੀ ਹੈ, ਭਾਵੇਂ ਕੁਝ ਵੀ ਨਾ ਹੋਵੇ, ਫਿਰ ਵੀ ਉਹਨਾਂ ਦੀ ਕੋਈ ਨਾ ਕੋਈ ਸਿਕਿਉਰਿਟੀ ਹੁੰਦੀ ਹੈ। ਫਿਰ ਵੀ ਲੋਕ ਉਹਨਾਂ ਨੂੰ ਕੋਈ ਨਾ ਕੋਈ, ਉਹ ਪੈਸੇ ਵੱਲੋਂ ਉਹਨਾਂ ਦੀ ਤੰਗੀ ਨਹੀਂ ਅੱਜ ਤੱਕ ਹੋਈ। ਜਿਹਨੇ ਇੱਕ ਟਰਮ ਕੱਟੀ ਹੈ ਉਹਨੂੰ ਵੀ ਕਦੇ ਨਹੀਂ ਹੋਈ, ਜਿਹਨੇ 2 ਟਰਮਾਂ ਕੱਟੀਆਂ ਉਹਨੂੰ ਵੀ ਨਹੀਂ ਹੋਈਆਂ ਜੀ। ਉਹਨੂੰ ਕਿਤੇ ਨਾ ਕਿਤੇ ਉਹਦੇ ਰਿਸੋਰਸਿਸ ਬਣ ਜਾਂਦੇ ਨੇ, ਕਿਉਂਕਿ ਉਹ ਆਲਰੇਡੀ ਕਮਿਊਨਿਟੀ ਦੇ ਵਿੱਚ ਨੋਨ ਨੇਮ ਹੁੰਦਾ। ਇਹ ਵੱਖਰੀ ਗੱਲ ਹੈ, ਮਿਲੀਅਨ ਨਾ ਸਹੀ, ਲੇਕਿਨ ਹਜ਼ਾਰਾਂ ਲੱਖਾਂ ਵਿੱਚੋਂ ਜ਼ਰੂਰ ਖੇਲਦੇ ਨੇ। ਪਰ ਕਈ ਤਾਂ ਮੁੜ ਕੇ ਲੱਭਦੇ ਨਹੀਂ ਡਾਕਟਰ ਸਾਹਿਬ। ਰੂਬੀ ਡਾਲਾਰੀ ਮੇਰੇ ਖਿਆਲ ਕੰਟਰੀ ਛੱਡ ਗਏ। ਰੂਬੀ ਡਾਲਾਰੀ ਤੇ ਮਲਟੀ ਮਿਲੀਅਨਰ ਨੇ।
ਨਹੀਂ ਪੈਸਾ ਤਾਂ ਹੋਏਗਾ, ਪਰ ਕੰਟਰੀ 'ਚ ਜੇ ਆਪਾਂ ਕਹਿੰਦੇ ਆ ਸੁਪਨਿਆਂ ਦਾ ਮੁਲਕ ਹੈ ਹਾਂਜੀ, ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਬਿਲੀਅਨਰ ਮਿਲ ਗਿਆ। ਇਸ ਵੇਲੇ ਉਹਨਾਂ ਦੇ ਕੋਲ ਬਿਲੀਅਨਰ ਹੈ ਹਿੰਦੁਸਤਾਨ ਦੇ ਵਿੱਚ ਸਭ ਤੋਂ। ਚਲੋ ਕੀ ਗੱਲ ਕਰਨੀ ਇਸ ਵੇਲੇ, ਮਤਲਬ ਸ਼ੀ ਹੈਜ਼ ਲੋਟ ਆਫ ਪ੍ਰੋਪਰਟੀ ਦੇਅਰ, ਸ਼ੀ ਹੈਜ਼ ਐਵਰੀਥਿੰਗ। ਕਈਆਂ ਨੂੰ ਸ਼ੌਕ ਹੋ ਜਾਂਦਾ ਮੈਂ ਪੈਸਾ ਹੀ ਬਣਾਉਣਾ, ਪੈਸੇ ਬਣਾਉਣ ਲੱਗ ਪਈ, ਪਾਵਰ ਤੋਂ ਬਾਹਰ ਹੋ ਗਈ। ਬਿਲਕੁਲ। ਅੱਛਾ ਡਾਕਟਰ ਸਾਹਿਬ, ਹੁਣ ਮੈਨੂੰ ਥੋੜਾ ਜਿਹਾ ਇਹ ਦੱਸੋ, ਆਪਾਂ ਫਿਰ ਆਪਣੇ ਕੈਨੇਡਾ ਇਲੈਕਸ਼ਨ ਦੇ ਉੱਤੇ ਦੁਬਾਰਾ ਆ ਜਾਈਏ ਕਿ ਅੱਜ ਲੋਕਾਂ ਨੇ ਸ਼ਾਂਤ ਹੋ ਜਾਣਾ ਹੈ। ਬੜੀ ਬਹਿਸ ਮੁਬਾਸਾ ਵੀ ਚੱਲਿਆ ਇਸ ਵਾਰ ਕੁਝ ਲੋਕ ਕਹਿ ਰਹੇ ਆ ਕਿ ਜਿੱਦਾਂ ਜਗਮੀਤ ਦਾ ਤੁਸੀਂ ਜ਼ਿਕਰ ਕੀਤਾ ਕਿ ਉਹਨੇ ਗੇਨ ਕੀਤਾ ਕਿਤੇ ਨਾ ਕਿਤੇ, ਔਰ ਉਹਦੀ ਜਿਹੜੀ ਅਗਲੀ ਜੇ ਲਿਬਰਲ ਸਰਕਾਰ ਬਣਦੀ ਆ ਤੇ ਉਹਦੀ ਥੋੜੀ ਜਿਹੀ ਠੁੱਕ ਵੱਜੂਗੀ। ਮੈਨੂੰ ਲੱਗਦਾ ਕੋਈ ਲੋਕ ਇਹ ਸਮਝਦੇ ਆ ਕਿ ਕਾਫੀ ਜ਼ਿਆਦਾ NDP ਦੇ ਏਜੰਡੇ ਅੱਗੇ ਲਿਬਰਲ ਲੈਂਦਾ ਹੈ, ਪਰ ਹੁਣ ਉਹਨਾਂ ਕੋਲ ਇੱਕ ਐਸਾ ਪ੍ਰੈਸ਼ਰ ਹੋਊਗਾ ਕਿ ਅਗਲਾ 1.5 ਸਾਲ ਉਹ ਆਪਣੀਆਂ ਸ਼ਰਤਾਂ ਵੀ ਮਨਾ ਸਕਣਗੇ ਸਰਕਾਰ ਨੂੰ। ਦੇਖੋ ਉਹਨਾਂ ਨੇ ਅੱਗੇ ਮਨਾਈਆਂ ਨੇ, ਆਲਰੇਡੀ NDP ਵਾਲੇ ਕਹਿ ਰਹੇ ਨੇ ਕਿ ਸਾਡਾ ਏਜੰਡਾ ਹਾਈਜੈਕ ਕਰਕੇ, ਹਾਂਜੀ, ਜਿਹੜਾ ਫਿਕਰ ਪਿਆ NDP ਨੂੰ ਕਿ ਅਸੀਂ ਤਾਂ ਪਤਾ ਨਹੀਂ ਕਿੰਨੀਆਂ ਸੀਟਾਂ ਲੈ ਜਾਣੀਆਂ ਸੀ, ਲੇਕਿਨ ਟਰੂਡੋ ਨੇ ਸਾਡਾ ਏਜੰਡਾ ਹਾਈਜੈਕ ਕਰਕੇ ਲੋਕਾਂ ਦੇ ਵਿੱਚ ਸਾਡੇ ਏਜੰਡੇ ਦੀਆਂ ਹੀ ਗੱਲਾਂ ਕਰਦਾ ਪਿਆ। ਇਹਨਾਂ ਦੇ ਕੋਲ ਹੁਣ ਕੀ ਆ? ਇਹਨਾਂ ਕੋਲ ਸਿਰਫ ਇੱਕੋ ਹੀ ਆ ਨਾ ਕਿ ਉਹ ਵੀ ਟਰੂਡੋ ਨੇ ਇਹਨਾਂ ਨੂੰ ਅਜੇ ਨਹੀਂ ਸੀ ਆਪਣੇ ਏਜੰਡੇ 'ਚ ਰੱਖਿਆ। ਉਹਨੂੰ ਇੱਕ ਉਹਦੇ ਦਿਮਾਗ 'ਚ 50% ਸੀ ਕਿ ਜੇ ਮਾਈਨੋਰਿਟੀ ਆਈ ਤੇ ਫਿਰ ਮੈਂ NDP ਦੀ ਇਹ ਗੱਲ ਮੰਨਨੀ ਹੈ ਜਿਹਨੂੰ ਯੂਨੀਵਰਸਲ ਫਾਰਮਾ ਕੇਅਰ ਆਪਾਂ ਕਹਿੰਦੇ ਹਾਂ। ਅੱਛਾ, ਮਕਾਨ ਇਹਨਾਂ ਨੇ 5 ਲੱਖ ਕਹੇ, ਉਹਨੇ 1.5 ਮਿਲੀਅਨ, ਉਹਨੇ ਆਲਰੇਡੀ 15 ਲੱਖ ਕਹਿ ਦਿੱਤੇ ਨੇ। ਸੋ ਇਹਨਾਂ ਨੇ ਗੱਲ ਕਿਹੜੀ ਮਨਵਾਉਣੀ ਹੈ? ਇਹ ਪਾਈਪਲਾਈਨ ਤੇ ਨਹੀਂ ਨਾ ਰੁਕਵਾ ਸਕਦੇ, ਭਾਵੇਂ ਲੱਖ ਜ਼ੋਰ ਲਗਾ ਲੈਣ। ਪਾਈਪਲਾਈਨ ਕੀ ਬਣ ਰਹੀ ਹੈ ਉਹਨੂੰ ਨਹੀਂ ਰੁਕਵਾ ਸਕਦੇ, ਹਾਂਜੀ, ਉਹ ਤਾਂ ਬਣਨੀ ਹੈ। ਅੱਛਾ, ਫਿਰ ਐਟ ਦੀ ਸੇਮ ਟਾਈਮ ਇਹਨਾਂ ਕੋਲ ਮੁੱਦੇ ਕਿਹੜੇ ਨੇ? ਮੁੱਦਾ ਸਿਰਫ ਇੱਕੋ ਹੀ ਆ, ਫਾਰਮਾ ਕੇਅਰ ਜਾਂ ਸਟੂਡੈਂਟਸ ਦੇ ਜਿਹੜੇ ਪੈਸੇ ਨੇ ਯੂਨੀਵਰਸਿਟੀ ਜਿਨ੍ਹਾਂ ਦੇ ਲੋਨ ਚੜਿਆ ਦਾ, ਉਹਨੂੰ ਜਾਂ ਮਾਫ ਕਰੋ ਜਾਂ 50,000 ਮਾਫ ਕਰੋ ਜਾਂ ਉਹਨਾਂ ਦਾ ਇੰਟਰਸਟ ਮਾਫ ਕਰੋ। ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਮੰਨ ਜਾਏਗਾ, ਟੂਟੋ ਗੱਲ ਖਤਮ ਹੋ ਗਈ। ਉਹਦੇ ਬਾਅਦ ਕਿਹੜਾ ਮੁੱਦਾ ਰਹਿ ਜਾਏਗਾ? ਪਰ ਡਾਕਟਰ ਸਾਹਿਬ ਇਸ ਵਾਰ ਤੇ ਲੱਗਦਾ ਕਿ PC ਪਾਰਟੀ ਕੋਲ ਵੀ NDP ਵਾਲਾ ਹੀ ਮੁੱਦਾ ਸਾਰਾ। NDP ਦੇ ਜਿਹੜੇ ਪਬਲਿਕ ਪਲੇਟਫਾਰਮ ਹੈਗਾ ਜਿਸ ਤੇ ਜੋ ਪ੍ਰੋ ਪੀਪਲ ਜਿਹੜੀਆਂ ਗੱਲਾਂ ਕਰਦੇ ਨੇ, ਉਹੋ ਜਿਹਾ ਹੀ ਮੈਨੂੰ ਲੱਗਦਾ ਉਹਨਾਂ ਕੋਲ ਵੱਖਰਾ ਹੈ ਨਹੀਂ ਕੋਈ। ਮੈਨੂੰ ਕਿਤੇ ਲੱਗਦਾ ਵੀ ਨਹੀਂ ਕਿ PC ਪਾਰਟੀ ਦੀ ਆਪਣੀ ਆਈਡੀਓਲੋਜੀ ਕਿਤੇ ਕੰਮ ਕਰ ਰਹੀ ਹੈ। ਨਹੀਂ, PC ਨੇ ਸਭ ਤੋਂ ਵੱਡੀ ਮਾਰ ਇਹ ਖਾਧੀ ਹੈ, ਉਹਨੇ ਕੁਲਾੜੀ ਦੇ ਉੱਪਰ ਪੈਰ ਆਪ ਰੱਖਿਆ ਜੀ। ਉਹਨੇ ਮਾਰ ਖਾਧੀ ਹੈ 3 ਇਸ਼ੂਆਂ ਦੇ ਉੱਪਰ। ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਜਿਹੜਾ ਹੈਲਥ ਦਾ ਇਸ਼ੂ ਹੁੰਦਾ ਬੜਾ ਇੰਪੋਰਟੈਂਟ ਹੁੰਦਾ। ਉਹਨੇ ਕਹਿ ਦਿੱਤਾ ਕਿ ਮੈਂ ਇਹ ਮੈਂਡੇਟਰੀ ਨਹੀਂ ਕਰਨੇ ਜੀ ਆਪਣੇ ਵੈਕਸੀਨ। ਉਹਦੇ ਤੇ ਲੋਕ ਉਸ ਤੋਂ ਬਹੁਤ ਨਾਰਾਜ਼ ਹੋਏ। ਦੂਜਾ ਉਹਨੇ ਇਹ ਗੱਲ ਕਹੀ ਜਿਹੜੀ ਕਿ ਉਹਦੇ ਮੂੰਹੋਂ ਨਿਕਲ ਗਈ ਗੱਲ ਕਿ ਮੈਂ ਜਿਹੜੇ ਡਾਕਟਰ ਨਹੀਂ ਅਬੋਰਸ਼ਨ ਕਰਨਗੇ ਮੈਂ ਉਹਨਾਂ ਨੂੰ ਫਰੀडम ਦੇਵਾਂਗਾ ਕਿ ਉਹ ਕਹਿ ਦੇਣ ਕਿ ਮੈਂ ਨਹੀਂ ਕਰਨੀ, ਹੋਰ ਕਿਤੇ ਚਲੇ ਜਾਓ, ਕਰਵਾ ਲਓ। ਇਹ ਇੱਕ ਮੁੱਦਾ, ਇਹ ਮੁੱਦਾ ਹੈਗਾ ਅੱਜ ਕੱਲ੍ਹ ਦੇ ਨੌਜਵਾਨਾਂ ਦਾ। ਤੀਸਰਾ ਜਿਹੜੀ ਉਹਨੇ ਗੱਲ ਬੜੀ ਵੱਡੀ ਕੀਤੀ ਜੀ, ਉਹਨੇ ਇਹ ਗੱਲ ਕਹੀ ਕਿ ਜਿਹੜੇ ਵੋਟ ਹੈਗਾ ਜੀ, ਇਕੋਨਮੀ ਹੈਗੀ ਹੈ, ਉਸ ਨੂੰ ਮੈਂ ਫ੍ਰੀ ਢੰਗ ਦੇ ਨਾਲ ਚਲਾਵਾਂਗਾ ਤੇ ਲੋਕਾਂ ਦੀ ਜਿਹੜੀ ਸਪੋਰਟ ਹੈਗੀ ਆ ਬੱਚਿਆਂ ਲਈ, ਖਾਸ ਕਰਕੇ ਕਿੰਡਰਗਾਰਟਨ ਲਈ, ਉਹ ਮੈਂ ਨਹੀਂ ਦੇਵਾਂਗਾ। ਮੈਂ ਉਹਦੇ ਤੇ ਆਪਣਾ ਟੈਕਸ ਰਿਬੇਟ ਦੇਵਾਂਗਾ 5,000 ਤੱਕ ਦਾ। ਉਹ ਟੈਕਸ ਰਿਬੇਟ ਹੈ ਅਪੀਲ ਕਰਦਾ $10 ਪਰ ਡੇ, ਜਿਹੜਾ $10 ਪਰ ਡੇ ਉਹ ਅਪੀਲ ਕਰਦਾ। ਸੋ ਉਹਨੇ ਐਕਟਿਵ ਨੇ ਇਲੈਕਸ਼ਨ 'ਚ ਜਾਣਾ ਸੀ, ਹਾਂਜੀ। ਇਹ ਉਹਨੂੰ ਉਹ ਕੋਈ ਹਰਾ ਨਹੀਂ ਸਕਦਾ, ਉਹ ਆਪਣੇ ਆਪ ਆ ਰਿਹਾ। ਔਰ ਮੈਂ ਦੇਖਦਾ ਪਿਆ ਪਿਛਲੇ ਕੋਈ 30-40 ਸਾਲਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆਪ ਇਲੈਕਸ਼ਨ ਹਾਰਦੀ ਹੈ। ਉਹਨਾਂ ਨੂੰ ਲੀਡਰਾਂ ਨੂੰ ਹਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਹ ਕੋਈ ਇਹੋ ਜਿਹੇ ਬੇਵਕੂਫੀਆਂ ਦੀਆਂ ਗੱਲਾਂ ਕਰ ਜਾਂਦੇ ਨੇ, ਅਲਟੀਮੇਟਲੀ ਫਿਰ ਉਹਦੀਆਂ ਸਫਾਈਆਂ ਦਿੰਦੇ ਰਹਿੰਦੇ ਨੇ, ਫਿਰ ਕਦੀ ਕੁਝ ਕਰਦੇ ਰਹਿੰਦੇ ਨੇ। ਸੋ ਦਿਸ ਇਜ਼ ਵਾਟ ਦੇ ਆਰ ਡੂਇੰਗ। ਪਰ ਡਾਕਟਰ ਸਾਹਿਬ ਜਿਹੜੇ ਤੁਸੀਂ ਗੱਲ ਕਰ ਰਹੇ ਹੋ, ਜਿਹੜੀਆਂ 3 ਚੀਜ਼ਾਂ ਗਣਾਈਆਂ ਜਿਹੜੀਆਂ ਉਹਨਾਂ ਦੇ ਨੈਗੇਟਿਵ ਗਈਆਂ ਨੇ, ਇਹ ਤੇ ਵੈਸੇ PC ਪਾਰਟੀ ਦਾ ਹਮੇਸ਼ਾ ਹੀ ਏਜੰਡਾ ਰਿਹਾ ਆ ਕਿ ਇਕਨੋਮੀ ਉਹ ਪਹਿਲੇ ਨੰਬਰ ਤੇ ਰੱਖਦੇ ਆ। ਤੇ ਇਸੇ ਤਰ੍ਹਾਂ ਹੀ ਜਿੱਦਾਂ ਇਹ ਆ ਕਿ ਆਪਾਂ ਜੇ ਟੈਕਸ 'ਚ ਥੋੜੀ ਬਹੁਤੀ ਰਿਬੇਟ ਦੇ ਕੇ ਸਾਰ ਲਾਂਗੇ, ਇਦਾਂ ਤੇ ਗਵਰਨਮੈਂਟ ਫੰਡਿੰਗ ਕਰੂਗੀ। ਤੇ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਚੋਣਾਂ ਵਿੱਚ ਲੋਕ ਲਭਾਊ ਨਾਅਰੇ ਜਿਹੜੇ ਆ ਉਹ ਘੱਟ ਲਾਉਂਦੀ ਆ PC, ਉਹ ਜ਼ਿਆਦਾ ਕੋਸ਼ਿਸ਼ ਕਰਦੇ ਆ ਜੀ ਸਾਡੇ ਜਿਹੜੇ ਆ ਕੰਟਰੀ ਦਾ ਜਿਹੜਾ ਸਟੇਟਸ ਹੈ ਇੰਟਰਨੈਸ਼ਨਲ ਉਹ ਬਣਿਆ ਰਵੇ, ਸਾਡੀ ਇਕਨੋਮੀ ਸਟਰੋਂਗ ਹੋ ਜੇ। ਇਹੋ ਜਿਹੀਆਂ ਗੱਲਾਂ ਤਾਂ ਹਮੇਸ਼ਾ ਹੀ ਕਰਦੇ ਤੇ ਉਹਨਾਂ ਦੀ ਬੇਸਿਕ ਆਈਡੀਓਲੋਜੀ ਆ। ਤੇ ਫਿਰ ਇਹ ਚੀਜ਼ਾਂ ਹੁਣ ਯੁੱਗ ਪਲਟ ਗਿਆ, ਯੁੱਗ ਇਹ ਆ ਗਿਆ ਕਿ ਜਿਹੜੀ ਵੀ ਪਾਰਟੀ ਜਾਂ ਜਿਹੜਾ ਵੀ ਲੀਡਰ ਇਹ ਗੱਲ ਕਹੂਗਾ ਕਿ ਮੈਂ ਲੋਕਾਂ 'ਚ ਖੜਾ, ਮੈਂ ਲੋਕਾਂ ਵਰਗਾ, ਮੈਂ ਤੁਹਾਡੇ ਵਰਗਾ ਵਾਂ, ਮੈਂ ਤੁਹਾਡੇ ਨਾਲ ਮਿਲ ਕੇ ਚੱਲਣ ਨੂੰ ਤਿਆਰ ਹਾਂ,
ਕਰੇ ਭਾਵੇਂ ਉਹ ਕੁਝ ਵੀ ਨਾ, ਲੋਕ ਉਹਦੇ ਨਾਲ ਆਪਣੇ ਆਪ ਟਿਲਟ ਹੁੰਦੇ ਆ। ਫਿਰ ਇਸ ਹਿਸਾਬ ਨਾਲ ਤੇ ਪੀਸੀ ਪਾਰਟੀ ਵਾਲੇ ਸੁਪਨੇ ਲੈਂਦੇ ਰਹਿਣ, ਜੇ ਉਹ ਲੋਕਾਂ ਦੀ ਗੱਲ ਨਹੀਂ ਕਰਨਗੇ, ਕੱਲੀਆਂ ਵੱਡੀਆਂ ਵੱਡੀਆਂ ਗੱਲਾਂ ਕਰਨਗੇ, ਜਿੱਦਾਂ ਦੇਸ਼ ਭਗਤੀ ਦੀਆਂ ਗੱਲਾਂ ਭਾਰਤ ਵਰਗੇ ਮੁਲਕ 'ਚ ਹੋਈ ਜਾਂਦੀਆਂ ਨੇ, ਜਾਂ ਕੁਝ ਇਹੋ ਜਿਹੀਆਂ ਧਰਮਾਂ ਦੀਆਂ, ਜਾਂ ਫਿਰ ਜਿਹੜੀਆਂ ਜਿਹੜੇ ਉਹਨਾਂ ਦੀਆਂ ਜਿਹੜੀ ਕੰਜ਼ਰਵੇਟਿਵ ਸੋਚ ਹੈ ਪੁਰਾਣੀ, ਉਸ ਤੋਂ ਬਾਹਰ ਨਹੀਂ ਆਉਣਾ। ਜਿੱਦਾਂ ਤੁਸੀਂ ਅਬੋਰਸ਼ਨ ਦੀ ਗੱਲ ਕਰ ਰਹੇ ਹੋ, ਜਿੱਦਾਂ ਤੁਸੀਂ ਲੈਸਬੀਅਨ ਗੇ ਵਾਲੇ ਮਾਮਲਿਆਂ ਦੀ ਗੱਲ ਸੀਗੀ, ਸਕੂਲਾਂ ਦੇ ਵਿੱਚ ਸਿਲੇਬਸ ਦੀ ਗੱਲ ਸੀਗੀ, ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਦੇ ਵਿੱਚ ਉਹ ਐਂ ਲੱਗਦਾ ਹੈ ਕਿ ਉਹ ਪਿਛਲੀ ਸਦੀ ਦੀ ਗੱਲ ਕਰ ਰਹੇ ਹੁੰਦੇ ਆ ਜੀ। ਭਾਵੇਂ ਉਹ ਇਕਨੋਮੀ ਵਾਈਜ਼ ਤੋਂ ਬੜੇ ਚੰਗੀ ਗੱਲ ਕਰ ਰਹੇ ਹੁੰਦੇ ਆ, ਪਰ ਉਹਨਾਂ ਦੇ ਜਿਹੜੇ ਐਟੀਟਿਊਡ ਆ, ਉਹਨਾਂ ਦੀ ਬਾਡੀ ਲੈਂਗੁਏਜ ਆ, ਉਹਨਾਂ ਦੇ ਕੰਮ ਕਰਨ ਦਾ ਢੰਗ ਆ, ਉਹ ਇਦਾਂ ਲੱਗਦਾ ਕਿ ਉਹ 50 ਸਾਲ ਪੁਰਾਣੀ ਜਿਹੜੀ ਆ ਫਿਲਾਸਫੀ ਉਹ ਤੇ ਅੜੇ ਹੋਏ ਆ ਜੀ। ਜੀ 20% ਤੋਂ ਜ਼ਿਆਦਾ ਲੋਕ ਇਕਨੋਮੀ ਨਹੀਂ ਸਮਝਦੇ। ਹਾਂਜੀ, 20% ਤੋਂ ਜ਼ਿਆਦਾ ਕੋਈ ਇਕਨੋਮੀ ਨਹੀਂ ਸਮਝਦਾ ਕਿ ਇਕਨੋਮੀ ਕਿੱਦਾਂ ਰਨ ਹੁੰਦੀ ਹੈ, ਇਕਨੋਮੀ ਦਾ ਕੀ ਬੇਸਿਕ ਪ੍ਰਿੰਸੀਪਲ ਨੇ। ਹਾਂਜੀ, ਇਕਨੋਮਿਕਸ ਜਿਹੜੀ ਹੈ ਫੰਡਾਮੈਂਟਲੀ ਕਿਸ ਤਰ੍ਹਾਂ ਕੰਟਰੀ ਨੂੰ ਉੱਪਰ ਚੁੱਕ ਕੇ ਲੈ ਕੇ ਜਾਂਦੀ ਹੈ। ਸੋ 80% ਪੀਪਲ ਜਿਹੜੇ ਨੇ ਉਹ ਸਿਰਫ ਇਹ ਕੇਅਰ ਕਰਦੇ ਨੇ ਕਿ ਸਾਨੂੰ ਕੀ ਮਿਲ ਰਿਹਾ। ਦੇ ਡੋਂਟ ਕੇਅਰ ਇਵਨ ਫॉर द ਫਿਊਚਰ, ਉਹਨਾਂ ਦੇ ਬੱਚਿਆਂ ਦਾ ਕੀ ਬਣੇਗਾ, ਉਹ ਕੀ, ਦੇ ਡੋਂਟ ਕੇਅਰ, ਦੇ ਕੇਅਰ ਫॉर ਨਾਓ। ਇਸ ਵਕਤ ਸਾਡੇ ਨਾਲ ਤੁਸੀਂ ਕੀ ਕਰ ਰਹੇ ਹੋ, ਉਹਦਾ ਸਾਨੂੰ ਦੱਸੋ। ਉਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਲਿਬਰਲ ਪਾਰਟੀ ਜਿਹੜੀ ਹੈ ਉਹ ਸਕਸੈਸਫੁਲ ਹੋਈ ਹੈ, ਪਿਛਲੀ ਵਾਰੀ ਵੀ, ਔਰ ਐਤਕੀ ਵੀ ਲੱਗਦਾ ਕਿ ਉਹਨੇ ਸਕਸੈਸਫੁਲ ਹੋਣਾ ਹੈ ਲੋਕਾਂ ਨੂੰ ਉਹ ਲੁਭਾਵਣੀਆਂ ਗੱਲਾਂ ਕਰਕੇ। ਸੋ ਜਦ ਲੁਭਾਵਣੀਆਂ ਗੱਲਾਂ ਲੋਕਾਂ ਦੇ ਦਿਲਾਂ 'ਚ ਜਾਂਦੀਆਂ ਨੇ, ਇਫ ਪੀਪਲ ਡੋਂਟ ਥਿੰਕ ਅਬਾਊਟ ਦ ਇਕਨੋਮਿਕਸ, ਪੀਪਲ ਡੋਂਟ ਥਿੰਕ ਅਬਾਊਟ ਦ ਇਕੋਨਮੀ, ਸੋ ਲੀਡਰ ਜਿਹੜੇ ਨੇ ਉਹਨੂੰ ਮਾਰ ਹੀ ਖਾਣੀ ਹੈ। ਔਰ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਪਾਰਟੀਆਂ ਨੇ ਬੇਸਿਕਲੀ ਜਿਹੜੀਆਂ ਪ੍ਰਿੰਸੀਪਲਡ ਪਾਰਟੀਆਂ ਨੇ, ਹੁਣ ਅੱਜ ਤੱਕ ਐਨਡੀਪੀ ਨੇ ਮਾਰ ਕਿਉਂ ਖਾਧੀ ਹੈ, ਕਿਉਂ ਨਹੀਂ ਪਾਵਰ 'ਚ ਕਦੀ ਵੀ ਆ ਸਕੇ? ਇਸ ਕਰਕੇ ਕਿ ਉਹ ਜਦੋਂ ਬਹੁਤ ਜ਼ਿਆਦਾ ਸੋਸ਼ਲਿਜ਼ਮ ਦੀ ਗੱਲ ਕਰਦੇ ਨੇ, ਉਹ ਕੈਪੀਟਲਿਜ਼ਮ ਦੇ ਵਿੱਚ ਲੋਕਾਂ ਦਾ ਦਿਮਾਗ ਜਿਹੜਾ ਉਸ ਪਾਸੇ ਨਹੀਂ ਚੱਲਦਾ। 30% ਚੱਲ ਵੀ ਜਾਏ, 70% ਨਹੀਂ ਕਦੇ ਚੱਲਦਾ। ਸੋ ਉਹ ਉਹਨਾਂ ਨੂੰ ਹੀ ਹਮੇਸ਼ਾ ਇਹ ਘਾਟ ਰਹਿਣੀ ਹੈ। ਔਰ ਮੈਨੂੰ ਲੱਗਦਾ ਕਿ ਕੰਜ਼ਰਵੇਟਿਵ ਪਾਰਟੀ ਨੇ ਜਿਹੜੀ ਐਡੀ ਵੱਡੀ ਕਿਤਾਬ ਬਣਾਈ ਹੈ ਨਾ, ਮੋਟੀ ਜਿਹੀ, ਹਾਂਜੀ, ਉਹਨਾਂ ਨੂੰ ਸਾਰੀ ਚੇਂਜ ਕਰਨੀ ਪੈਣੀ ਹੈ ਅਗਲੀ ਵਾਰੀ ਇਫ ਦੇ ਵਾਂਟ ਟੂ ਪਾਵਰ। ਆਈ ਡੋਂਟ ਥਿੰਕ ਹੀ ਵਿਲ ਰਿਮੇਨ ਐਜ਼ ਅ ਲੀਡਰ, ਬਟ ਸਟਿਲ ਲੈਟਸ ਸੀ, ਵੀ ਵਿਲ ਟਾਕ ਅਬਾਊਟ ਇਟ ਇਨ ਡਿਟੇਲ ਟੁਮਾਰੋ। ਬਿਲਕੁਲ, ਜਿੱਦਾਂ ਕਮਿਊਨਿਸਟ ਪਾਰਟੀਆਂ ਨੂੰ ਦਾਸ ਕੈਪੀਟਲ ਦੇ ਫਾਰਮੂਲਿਆਂ ਚੋਂ ਬਾਹਰ ਨਿਕਲਣ ਦੀ ਲੋੜ ਹੈ, ਥੋੜਾ ਬਹੁਤਾ ਦੂਜੇ ਪਾਸੇ ਵੀ ਸੋਚਣਾ ਪੈਣਾ। ਇਸੇ ਤਰ੍ਹਾਂ ਕੰਜ਼ਰਵੇਟਿਵ ਨੂੰ ਹੀ ਹੁਣ ਜ਼ਮਾਨੇ ਦੇ ਨਾਲ ਆਪਣਾ ਬਦਲਣ ਦੀ ਲੋੜ ਹੈ। ਪਰ ਡਾਕਟਰ ਸਾਹਿਬ, ਕਈ ਵਾਰ ਇਦਾਂ ਵੇਖਣ ਨੂੰ ਮਿਲਦਾ ਕਿ ਖਾਸ ਬੈਲਟ, ਹੁਣ ਐਡਾ ਵੱਡਾ ਮੁਲਕ ਹੈ ਕੈਨੇਡਾ, ਕੁਝ ਖਾਸ ਏਰੀਏ ਨੇ ਜਿੱਥੇ ਲੋਕ ਬਿਲਕੁਲ ਕੰਜ਼ਰਵੇਟਿਵ ਸੋਚਦੇ ਲੋਕ ਨੇ। ਅਲਬਰਟਾ ਦੀ ਗੱਲ ਕਰ ਲਓ, ਹਨਾ, ਜੇ BC ਦੀ ਗੱਲ ਕਰਦੇ ਉੱਥੇ ਐਨਡੀਪੀ ਪਾਵਰ 'ਚ ਵੀ ਆ ਜਾਂਦੀ ਆ। ਫਿਰ ਇਹ ਕੀ ਗੱਲ ਹੈ, ਪ੍ਰੋਗਰਾਮ ਤਾਂ ਉਹਨਾਂ ਦੇ ਉਹੀ ਹੁੰਦੇ ਆ, ਕੁਝ ਖਾਸ ਬੈਲਟ ਹੁੰਦੀ ਆ ਜਿਹੜੀ ਉਸ ਚੀਜ਼ ਨੂੰ ਪਸੰਦ ਕਰਦੀ ਆ, ਕੁਝ ਉਹ ਪਸੰਦ, ਕੀ ਉੱਥੇ ਉਹ ਲੋਕੀ ਉਸੇ ਸੋਚ ਦੇ ਲੋਕ ਜ਼ਿਆਦਾ ਇਕੱਠੇ ਹੋ ਜਾਂਦੇ ਆ, ਜਾਂ ਕੀ ਹੋਰ ਕਾਰਨ ਹੁੰਦਾ? ਨਹੀਂ, ਜਿਹੜਾ ਰਿਲੀਜਨ ਹੈ ਬਹੁਤ ਵੱਡਾ ਰੋਲ ਪਲੇ ਕਰਦਾ। ਜਿਹੜੇ ਫੰਡਾਮੈਂਟਲ ਰਿਲੀਜੀਅਸ ਗਰੁੱਪਸ ਹੈਗੇ ਨੇ ਉਹ ਵੈਸਟ ਦੇ ਵਿੱਚ ਬੈਠੇ ਹੋਏ ਨੇ। ਜਿੱਥੋਂ ਤੁਸੀਂ ਐਨਡੀਪੀ ਦੀ ਗੱਲ ਕੀਤੀ, ਐਨਡੀਪੀ ਨੇ ਰੂਲ ਕੀਤਾ ਅਲਬਰਟਾ ਦੇ ਵਿੱਚ, ਲੇਕਿਨ ਐਨਡੀਪੀ ਨੇ ਜੀ ਜਗਮੀਤ ਸਿੰਘ ਲੀਡਰ ਹੁੰਦਿਆਂ ਵੀ ਉਹਦੇ ਅਗੇਂਸਟ ਕੰਮ ਕੀਤਾ ਕਿ ਨਹੀਂ, ਅਸੀਂ ਪਾਈਪ ਬਣਵਾਉਣੀ ਹੈ, ਦੇਖਦੇ ਹਾਂ ਕਿੱਦਾਂ ਦੀ ਪਾਈਪ ਬਣੇ। ਇਹ ਐਨਡੀਪੀ ਦੀ ਨੋਟਲੀ ਜਿਹੜੀ ਸੀਗੀ ਚੀਫ ਪ੍ਰੀਮੀਅਰ, ਉਹ ਲੜਦੀ ਰਹੀ ਕਿ ਨਹੀਂ ਪਾਈਪ ਬਣੇਗੀ। ਹਾਲਾਂਕਿ ਜਗਮੀਤ ਸਿੰਘ ਓਪਨਲੀ ਉਹਦੇ ਅਗੇਂਸਟ ਸੀਗਾ। ਇਸ ਕਰਕੇ ਸਾਸਕਾਚੁਆਨ ਦੇ ਵਿੱਚ ਬੜੀ ਬੁਰੀ ਤਰ੍ਹਾਂ ਮਾਰ ਖਾਧੀ ਇਹਨੇ ਪਿਛਲੀ ਵਾਰੀ। ਸੋ ਨੂੰ ਜਿਹੜੇ ਹੁਣ ਮੈਂ ਤੁਹਾਨੂੰ ਦੱਸਦਾ ਬੜੀ ਵਧੀਆ ਐਗਜ਼ਾਮਪਲ, 50 ਸਟੇਟਾਂ ਨੇ USA ਦੇ ਵਿੱਚ, 7 ਸਟੇਟਾਂ ਨੇ ਜਿਨ੍ਹਾਂ ਦੀ ਪਾਪੂਲੇਸ਼ਨ 1 ਮਿਲੀਅਨ ਤੋਂ ਘੱਟ ਹੈ, 1 ਮਿਲੀਅਨ ਤੋਂ ਘੱਟ, 7 ਸਟੇਟਾਂ। ਔਰ ਉਹਦੇ ਵਿੱਚੋਂ 50 ਚੋਂ 28 ਸਟੇਟਾਂ ਨੂੰ ਰੈੱਡ ਸਟੇਟ ਮੰਨਿਆ ਜਾਂਦਾ। ਉਹ ਲੋਕ ਜਿਹੜੇ ਨੇ ਉਹ ਇੰਨੇ ਪੁਰਾਣੇ ਵਿਚਾਰਾਂ ਦੇ ਬੈਠੇ ਹੋਏ ਨੇ, ਇੰਨੇ ਰਿਲੀਜੀਅਸ ਆਈਡੀਓਲੋਜੀ ਦੇ ਵਿੱਚ ਫਸੇ ਹੋਏ ਨੇ ਕਿ ਉਹਨਾਂ ਨੂੰ ਤੁਸੀਂ ਕਦੀ ਮੰਨਵਾ ਹੀ ਨਹੀਂ ਸਕਦੇ ਜੋ ਗੱਲਾਂ ਅੱਜ ਕੱਲ੍ਹ ਦੇ ਜ਼ਮਾਨੇ ਦੀਆਂ ਨੇ। ਇਸ ਕਰਕੇ ਕਿਤੇ ਨਾ ਕਿਤੇ ਡੈਮੋਕ੍ਰੈਟਿਕ ਪਾਰਟੀ ਜਿਹੜੀ ਆ ਉਹ ਮਾਰ ਖਾ ਜਾਂਦੀ ਹੈ, ਔਰ ਰਿਪਬਲਿਕਨ ਪਾਰਟੀ ਜਾਂ ਉਹਨਾਂ ਦੇ ਜਿਹੜੇ ਰੂਲ ਕਰਨ ਵਾਲੇ ਹੁੰਦੇ ਨੇ, ਜਿਸ ਤਰ੍ਹਾਂ ਕਿ ਹੁਣ ਸੁਪਰੀਮ ਕੋਰਟ ਜਿਹੜੀ ਆ ਉਹ ਟੋਟਲ ਬਦਲ ਗਈ। ਆਉਣ ਵਾਲੇ 30 ਸਾਲ ਦੇ ਵਿੱਚ ਤੁਸੀਂ ਸਮਝ ਲਓ ਅਮਰੀਕਾ ਦਾ ਪੂਰਾ ਹੀ ਸੱਤਿਆਨਾਸ਼ ਹੋਣਾ। ਜਿੰਨੀ ਤਰੱਕੀ ਕੀਤੀ ਸੀ ਲੇਡੀਜ਼ ਨੇ ਉਹ ਬਿਲਕੁਲ ਜ਼ੀਰੋ ਨਾ ਹੋਵੇ, ਲੇਕਿਨ 50% ਖਤਮ ਹੋ ਜਾਵੇ। ਸੋ ਇਸ ਕਰਕੇ ਇਹ ਕੁਛ ਲੋਕ ਐਸੇ ਫੰਡਾਮੈਂਟਲਿਸਟ ਹੁੰਦੇ ਨੇ, ਰਿਲੀਜੀਅਸ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਮਾਈਂਡਡ ਲੋਕ, ਇਹ ਸਾਰੇ ਰਿਲੀਜੀਅਸ ਮਾਈਂਡਡ ਲੋਕ ਨੇ। ਵੈਸਟ ਵਿੱਚ ਵੀ ਰਿਲੀਜੀਅਸ ਮਾਈਂਡਡ ਲੋਕ ਨੇ। ਜਿਹੜਾ ਤੁਸੀਂ ਮੈਨੀਟੋਬਾ ਤੋਂ ਲੈ ਕੇ, ਮੈਨੀਟੋਬਾ, ਸਾਸਕਾਚੁਆਨ, ਐਲਬਰਟਾ, ਬ੍ਰਿਟਿਸ਼ ਕੋਲੰਬੀਆ,
ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਚੇਂਜ ਆਈ ਹੋਈ ਹੈ ਜੀ, ਲੇਕਿਨ ਉੱਥੋਂ ਦਾ ਜਿਹੜਾ NDP ਦਾ ਲੀਡਰ ਹੈ ਜੀ, ਉਹ ਅੱਜ ਵੀ ਤੁਹਾਨੂੰ ਯਾਦ ਹੈ ਜਿਹੜੀ ਉਧਰ, ਮੈਨੂੰ ਹੁਣ ਉਹਦਾ ਨਾਮ ਭੁੱਲ ਗਿਆ, ਜਿਹੜੀ ਕ੍ਰਿਸ? ਨਹੀਂ ਜਿਹੜੀ ਨਾਰਥ ਵਿੱਚ ਪਾਈ ਬਣ ਰਹੀ ਹੈ, ਹਾਂ। ਜਿਹੜੀ ਕਿ $60 ਬਿਲੀਅਨ ਦੀ ਪਾਈ ਬਣ ਰਹੀ ਹੈ, ਜਿਹਦੇ ਵਿੱਚ ਮਤਲਬ ਭਾਈਚਾਰਾ ਹੈਗਾ ਉਹਨਾਂ ਦਾ ਇੰਡੀਜੀਨੀਅਸ ਲੋਕਾਂ ਦਾ। ਇਸ ਪ੍ਰੀਮੀਅਰ ਨੇ ਉਹਨਾਂ ਦੇ ਨਾਲ ਜਾ ਕੇ ਫੈਸਲਾ ਕਰਕੇ ਉਸ ਪਾਈਪ ਨੂੰ ਬਣਵਾਇਆ, ਫੈਸਲਾ ਕਰਕੇ। ਸੋ ਤੁਹਾਨੂੰ ਵਿਚਾਰ ਬਦਲਣੇ ਪੈਂਦੇ ਨੇ with the time, with the people and with so-called thinking process. ਅੱਛਾ, ਕੁਝ ਸਟੇਟਾਂ ਦੇ ਵਿੱਚ ਡਾਕਟਰ ਸਾਹਿਬ ਜਿੱਦਾਂ ਇਮੀਗ੍ਰੈਂਟ ਕਾਫੀ ਜ਼ਿਆਦਾ ਗਿਣਤੀ 'ਚ ਉਹਨਾਂ ਅਸੈਪਟ ਕਰਦੀਆਂ ਨੇ, ਸਟੇਟਾਂ ਪ੍ਰੋਵਿੰਸ ਕਰਦੀਆਂ ਨੇ, ਜਿੱਦਾਂ ਅੰਟਾਰੀਓ ਹੈ, BC 'ਚ ਵੀ ਇਦਾਂ ਹੀ ਆ। ਤੇ ਇਹ ਜਿਹੜਾ ਡੈਮੋਗ੍ਰਾਫਿਕ ਫੈਕਟਰ ਥੋੜਾ ਬਹੁਤਾ ਚੇਂਜ ਹੁੰਦਾ ਹਰ 4-5 ਸਾਲ ਬਾਅਦ, 4 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ, ਤੇ ਥੋੜਾ ਜਿਹੜਾ ਡੈਮੋਗ੍ਰਾਫਿਕ ਫੈਕਟਰ ਵੀ ਉਹਨੇ ਜਦੋਂ ਚੇਂਜ ਹੋ ਜਾਂਦਾ, ਇਹ ਵੀ ਕਿਤੇ ਨਾ ਕਿਤੇ ਕੋਈ ਮਾਇਨੇ ਰੱਖਦਾ। ਬਿਲਕੁਲ ਰੱਖੇਗਾ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹੈਗੇ ਨੇ ਰਿਪਬਲਿਕਨ, ਉਹਨਾਂ ਨੂੰ ਬੜਾ ਵੱਡਾ ਫਿਕਰ ਹੈ ਕਿ ਹਿਸਪੈਨਿਕਸ ਔਰ ਬਲੈਕ ਕਮਿਊਨਿਟੀ ਐਂਡ ਮਾਈਗ੍ਰੈਂਟਸ ਦੇ ਵਿਲ ਟੇਕ ਓਵਰ। ਐਸ ਫੋਕਸ 60% ਨੇ ਵਾਈਟ ਪੀਪਲ, ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਐਂਗਲੋ ਸੈਕਸਨ, ਹੂ ਆਰ ਵੈਰੀ ਮਤਲਬ ਰੀਅਲ ਵਾਈਟ ਕਮਿਊਨਿਟੀ। 40% ਦੂਜੇ ਲੋਕ ਨੇ। ਅਗਲੇ 20-30 ਸਾਲਾਂ ਦੇ ਵਿੱਚ ਇਹ 50 ਤੋਂ ਘੱਟ ਜਾਣੇ ਨੇ। ਸੋ ਪਾਪੂਲੇਸ਼ਨ ਦਾ ਜਿਹੜਾ ਵਰਲਡ ਦੇ ਵਿੱਚ 2050 ਤੱਕ ਵਰਲਡ ਵਿੱਚ ਹੀ ਪਾਪੂਲੇਸ਼ਨ ਜਿਹੜੀ ਹੈ ਉਹਦਾ ਸਾਰੇ ਦਾ ਸਾਰਾ ਡੈਮੋਗ੍ਰਾਫ ਚੇਂਜ ਹੋ ਜਾਣਾ ਕੰਪਲੀਟ। ਸੋ ਐਵਰੀਵੇਅਰ ਇਟ ਇਜ਼ ਚੇਂਜਿੰਗ ਐਂਡ ਮਾਈਗ੍ਰੇਸ਼ਨ ਜਿਹੜੀ ਹੈ ਦੈਟ ਇਜ਼ ਗੋਇੰਗ ਟੂ ਪਲੇ ਮੇਜਰ ਰੋਲ। ਜਿੱਥੇ ਲੋਕ ਭੁੱਖਮਰੀ ਹੈ ਦੁਨੀਆ ਦੇ ਵਿੱਚ, ਉਹਨਾਂ ਨੇ ਤਾਂ ਆਪਣੀ ਜਾਨਾਂ ਤੇ ਖੇਲ ਕੇ ਵੀ ਨਾ ਮਾਰਾ ਜਾ ਜਾਣਾ ਮੁਲਕਾਂ 'ਚ। ਤੁਸੀਂ ਕਿੰਨਿਆਂ ਨੂੰ ਬਾਹਰ ਕੱਢ ਲਓਗੇ, ਕਿੰਨਿਆਂ ਨੂੰ ਮਾਰ ਲਓਗੇ ਗੋਲੀਆਂ, ਕਿੰਨਿਆਂ ਨੂੰ ਜੇਲ੍ਹਾਂ 'ਚ ਪਾ ਲਓਗੇ। ਜੇਲ੍ਹਾਂ ਤੇ ਤੁਹਾਡੀਆਂ ਅੱਗੇ ਫੁੱਲ ਨੇ, ਜਿੱਥੇ 100 ਬੰਦਾ ਹੋਣਾ ਚਾਹੀਦਾ ਉੱਥੇ ਤੇ 500 ਬੰਦਾ। ਡਾਕਟਰ ਸਾਹਿਬ ਜੇਲ੍ਹਾਂ ਦਾ ਖਰਚਾ ਕਿੰਨਾ? ਬਿਲਕੁਲ। ਅੱਛਾ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਟਰੰਪ ਹਰਾਂ ਦਾ ਪਰਛਾਵਾਂ ਆਉਂਦੇ 20 ਸਾਲ ਉਹਨਾਂ ਦੀ ਜੁਡੀਸ਼ਰੀ ਜਿਹੜੀ ਆ ਉਹ ਸਿਸਟਮ ਦੇ ਉੱਤੇ ਪਿਆ ਰਹਿਣਾ ਆ, ਜਿਸ ਤਰੀਕੇ ਨਾਲ ਉਹ ਕਰ ਗਏ 30 ਈਅਰ। ਤੇ ਇਸੇ ਤਰ੍ਹਾਂ ਦੀਆਂ ਗੱਲਾਂ ਆਪਾਂ ਭਾਰਤ ਬਾਰੇ ਵੀ ਸੁਣਦੇ ਆ। ਕਰ ਭਾਰਤ ਦੀ ਫਿਰ ਆਪਾਂ ਵਿੱਚ ਲੈ ਆਉਨੇ ਆ ਗੱਲ, ਕਿਉਂਕਿ ਸਾਡੀ ਆਦਤ ਬਣੀ ਹੈ। ਜਾਂ ਇੱਕ ਆਪਣੇ ਮਿੱਤਰ ਨੇ ਉੱਥੇ ਬੜੇ ਅੱਛੇ, ਉਹਨਾਂ ਦਾ ਬੇਟਾ IAS ਅਫਸਰ ਬਣਿਆ ਔਰ ਬੜਾ ਉਹਦਾ ਟੌਪ ਰੈਂਕ ਸੀ 16ਵਾਂ ਨੰਬਰ ਦਾ। ਉਹ ਮੇਰੇ ਨਾਲ ਪ੍ਰਾਈਵੇਟ ਗੱਲਬਾਤ 'ਚ ਗੱਲ ਕਰ ਰਹੇ ਸੀ ਕਿ ਤੁਸੀਂ ਲੱਖ ਕਹਿ ਲਓ ਕਿ BJP ਨੂੰ ਅਗਲੀ ਸਾਲ 24 'ਚ ਹਰਾ ਦੇਣਾ, ਹਾਰ ਜੇਗੀ, ਪਰ 20 ਸਾਲ ਲਈ ਜਿਹੜੇ ਉਹ ਐਡਮਿਨਿਸਟ੍ਰੇਸ਼ਨ 'ਚ ਬੰਦੇ ਫਿੱਟ ਕਰ ਜਾਣਗੇ ਨਾ, ਜਿਸ ਤਰੀਕੇ ਮਤਲਬ ਕੋਈ IAS IPS ਨਾਗਪੁਰ ਦੀ ਲੱਤ ਥੱਲਿਓਂ ਲੰਘਿਆ ਨਹੀਂ ਬਣ ਸਕਦਾ, ਉੱਥੇ ਇਦਾਂ ਦਾ ਸਿਸਟਮ ਬਣ ਗਿਆ। ਐਗਜ਼ਾਮਪਲ ਹੈਗੀ ਆ, ਜਿਹੜੇ ਟੌਪਰ 2 4 5 ਬੱਚੇ ਆ ਉਹ ਉਹਨਾਂ ਨੂੰ ਹੋ ਜਾਂਦਾ, ਨਹੀਂ ਤੇ ਉਹਨਾਂ ਨੂੰ ਫਿਰ ਕੀ ਕੀਤਾ ਜਾਂਦਾ, ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਦੀ ਗ੍ਰੇਡਿੰਗ ਕੀਤੀ ਜਾਂਦੀ ਆ। ਉਹਨਾਂ ਨੂੰ ਉਹ ਜਿਹੜਾ ਕਮਿਊਨੀਕੇਸ਼ਨ ਡਿਪਾਰਟਮੈਂਟ ਆ ਉਧਰ ਜਿਹੜੀਆਂ ਜਦੋਂ IAS ਦੀ ਲੌਬੀ ਵਿੱਚ ਵੀ ਖੁੱਡੇ ਲੈਣ ਪੋਸਟਾਂ ਹੁੰਦੀਆਂ ਉੱਤੇ ਭੇਜ ਦਿੱਤਾ ਜਾਂਦਾ ਆ। ਤੇ ਅਗਲੇ 20-25 ਸਾਲ ਲਈ ਉਹ ਆਪਣਾ ਪ੍ਰਬੰਧ ਕਰ ਗਏ ਆ 7-8 ਸਾਲਾਂ 'ਚ, ਜਿੱਦਾਂ ਟਰੰਪ ਦੀ ਤੁਸੀਂ ਗੱਲ ਕਰ ਰਹੇ ਹੋ। ਇਹ ਵਰਲਡ ਵਾਈਡ ਹੀ ਫਿਨੋਮਨਾ ਆ, ਮੇਰੇ ਖਿਆਲ ਇਹ ਸਭ ਜਗ੍ਹਾ ਹੀ ਇਦਾਂ ਹੁੰਦਾ ਹੋਣਾ। ਬਿਲਕੁਲ ਸਾਰੀਆਂ ਗਵਰਨਮੈਂਟ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜੀਆਂ ਮੈਂ ਤੁਹਾਨੂੰ ਘਾਟਾਂ ਗਿਣਾਉਂਦਾ ਨਾ, ਉਹਦੇ 'ਚ ਇੱਕ ਬਹੁਤ ਵੱਡੀ ਘਾਟ ਹੈ ਜੀ ਕਿ ਲੋਕ ਆਪਣੇ ਬੰਦੇ ਜਿਹੜੇ ਨੇ, ਹੁਣ 4.5 ਲੱਖ ਬੰਦਾ ਅਪਾਇੰਟ ਕੀਤਾ ਯੋਗੀ ਨੇ, 4.5 ਲੱਖ UP ਦੇ ਵਿੱਚ ਗਵਰਨਮੈਂਟ ਜੌਬਸ ਦਿੱਤੀਆਂ ਨੇ। ਉਹਦੇ ਵਿੱਚੋਂ 4 ਲੱਖ ਜਿਹੜੇ ਨੇ ਉਹ RSS ਨੂੰ ਬਿਲੋਂਗ ਕਰਦੇ ਨੇ। ਸੋ ਇਹਦੇ 'ਚ ਕੀ ਆ, ਜੇ ਕੱਲ ਨੂੰ ਕਮਿਊਨਿਸਟ ਆ ਜਾਂਦੇ ਨੇ ਤਾਂ ਆਪਣੇ ਕਮਿਊਨਿਸਟਾਂ ਨੂੰ ਐਮਪਲਾਈ ਬਣਾਉਂਦੇ ਨੇ। ਕੁਦਰਤੀ ਵਰਤਾਰਾ। ਹਾਂਜੀ, this is everywhere. So I don't give it very big importance. ਟਾਈਮ ਦੇ ਨਾਲ ਜਿਹੜਾ IAS IPS ਵਾਲਾ ਬੰਦਾ ਨਾ ਜੀ, ਇਹ ਟਾਈਮ ਦੇ ਨਾਲ ਆਪਣੇ ਆਪ ਨੂੰ ਚੇਂਜ ਕਰ ਲੈਂਦਾ ਰੂਲਰ ਦੇ ਨਾਲ, ਕਿਉਂਕਿ ਇਹਨਾਂ ਨੂੰ ਸਲਾਮ ਕਰਨ ਦੀ ਆਦਤ ਹੈ, ਸਲਾਮ ਮਾਰਨ ਦੀ ਆਦਤ ਹੈ। ਸੋ ਇਹ ਆਪਣੇ ਆਪ ਨੂੰ ਚੇਂਜ ਕਰ ਲੈਂਦੇ ਨੇ ਵਿਦ ਦ ਰਜੀਮ। ਹਾਂਜੀ, ਹੁਣ ਪੰਜਾਬ ਦੇ ਚੰਨੀ ਸਾਹਿਬ ਆ ਗਏ, ਉਹਨੇ ਆਂਦੇ ਹੀ ਉਹ ਮਾਰਿਆ ਚੱਕ ਕੇ, ਠੀਕ ਹੈ, ਸਾਰੇ ਹੀ ਕਰਦੇ ਨੇ, ਐਵਰੀਵਨ ਡਜ਼ ਇਟ। ਸੋ ਇਹ ਤਾਂ ਹੋਣਾ ਹੀ ਹੈ, DGP ਵੀ ਬਦਲੇਗਾ, ਸਭ ਕੁਝ ਬਦਲੇਗਾ ਆਉਣ ਵਾਲੇ ਟਾਈਮ ਦੇ ਵਿੱਚ। ਅੱਛਾ, ਉਹਨਾਂ ਮੁਲਕਾਂ ਦੀ ਡੈਮੋਕ੍ਰੇਸੀ ਤੇ ਡਾਕਟਰ ਸਾਹਿਬ ਇਹ ਕਿਹਾ ਜਾਂਦਾ ਹੈ ਕਿ ਬੰਦਾ ਜਿਹੜਾ ਮਰਜ਼ੀ ਬਹਿ ਜਾਏ, ਚੰਨੀ ਬਹਿ ਜਾਏ ਜਾਂ ਕੋਈ ਹੋਰ ਆ ਕੇ ਬਿੱਟੂ ਬਹਿ ਜਾਏ, ਪੱਪੂ ਬਹਿ ਜਾਏ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉੱਥੇ ਜਿਹੜੀ ਆ ਬਿਊਰੋਕ੍ਰੇਸੀ ਆ ਅਸਲ 'ਚ ਉਹ ਰਨ ਕਰ ਰਹੀ ਹੁੰਦੀ ਆ। ਇਹ ਤੇ ਮਾੜਾ ਮੋਟਾ ਖਾਵਾ ਹੀ ਹੁੰਦੇ ਆ ਵੀ ਮੋਟੀ ਪਾਲਿਸੀ ਆ ਤੇ ਉਹਨਾਂ ਨੇ ਬਣਾਉਣੀ ਆ। ਹੁਣ ਜਿਹਦਾ ਕੈਪਟਨ ਸਾਹਿਬ ਨੇ 4.5 ਸਾਲ ਰਾਜ ਕੀਤਾ ਪੰਜਾਬ ਦੇ ਵਿੱਚ, ਉਹ ਕਹਿੰਦੇ ਉਹਨਾਂ ਨੇ ਕੋਈ ਐਕਸ਼ਨ ਹੀ ਨਹੀਂ ਕੀਤਾ, ਜੋ ਬਿਊਰੋਕਰੇਟ ਕਹੀ ਗਏ ਉਦਾਂ ਹੀ ਕੰਮ ਚੱਲਦਾ ਰਿਹਾ, ਆਪ ਉਹ ਨਿਕਲੇ ਹੀ ਨਹੀਂ, ਆਪ ਉਹ ਰਾਜਾ ਮਹਾਰਾਜਾ ਵਾਲੀ ਜ਼ਿੰਦਗੀ ਜੀਂਦੇ ਰਹੇ। ਸ਼ਾਮ ਨੂੰ ਸਕੌਚ ਪੀ ਲਿਆ, ਦਿਨੇ ਗੋਲਫ ਖੇਡ ਲਿਆ,
ਚਲੋ ਆਪਣੇ ਸੀਸਵਾ ਫਾਰਮ ਜਿਹੜਾ ਬਣਾਇਆ ਹੋਇਆ ਮਹਿਲ, ਉਹਨਾਂ ਉੱਥੇ ਆਪਣੀ ਜ਼ਿੰਦਗੀ ਜਿਹੜੀ ਆ ਮਜ਼ੇ ਨਾਲ ਬਿਤਾ ਰਹੇ ਆ। ਉਹਨਾਂ ਨੂੰ ਕੋਈ ਫਿਕਰ ਨਹੀਂ, ਪੰਜਾਬ 'ਚੋਂ ਆਏ ਨਹੀਂ, ਪੰਜਾਬ 'ਚ ਰਹੇ, ਹੁਣ ਸੀਐਮ ਹੁੰਦੇ ਵੀ ਪੰਜਾਬ 'ਚ ਨਹੀਂ ਗਏ। 4.5 ਸਾਲ 'ਚ ਕਹਿੰਦੇ 3 ਵਾਰੀ 4 ਵਾਰੀ ਉਹ ਮਾਲੀ ਦੀ ਹਿਸਾਬ ਟੱਪੇ ਆ। ਤਾਂ ਸੋ ਇਦਾਂ ਜੇ ਸਰਕਾਰਾਂ ਚੱਲਣਗੀਆਂ ਕਿ ਸਾਰਾ ਕੁਝ ਹੀ ਬਿਊਰੋਕਰੇਟ ਤੇ ਛੱਡਤਾ ਜਾਏਗਾ, ਜਿਹੜੇ ਪਬਲਿਕ ਨਾਲੋਂ ਟੁੱਟੇ ਹੋਏ ਵੀ ਆ ਤੇ ਨਾਲੇ ਉਹ ਹਾਈ ਸੁਸਾਇਟੀ ਜੋ ਆਏ ਲੋਕ ਆ, ਜਿਨ੍ਹਾਂ ਨੂੰ ਥੱਲੇ ਲੋਕਾਂ ਦੀ ਜਿਹੜੀ ਅਸਲ ਪੋਜੀਸ਼ਨ ਹੈ ਉਹਦੀ ਬਹੁਤੀ ਜਾਣਕਾਰੀ ਨਹੀਂ ਹੁੰਦੀ, ਤੇ ਉੱਥੇ ਵੀ ਤਾਂ ਬਹੁਤ ਸਾਰੀਆਂ ਪ੍ਰੋਬਲਮ ਪਈਆਂ ਹੋਈਆਂ ਨਾ ਡਾਕਟਰ ਸਾਹਿਬ। 30 ਸਾਲ ਰਾਜ ਕੀਤਾ ਜੋਤੀ ਬਸੂ ਨੇ ਬੰਗਾਲ ਦੇ ਵਿੱਚ। 30 ਸਾਲ ਉਹਦੇ 4 ਪੱਕੇ ਜੀ IAS ਅਫਸਰ ਸੀ ਜਿਹੜੇ ਉਹਦੇ ਕੋਲ ਹੀ ਰਹਿੰਦੇ ਹੁੰਦੇ ਸੀ ਐਡਵਾਈਜ਼ਰ ਜੀ। ਉਹਨਾਂ ਤੋਂ ਬਗੈਰ ਕਦੀ ਅਲੱਗ ਕੰਮ ਨਹੀਂ ਸੀ ਕਰਦਾ। ਇੱਕ ਮੈਂ ਅਫਸਰ ਦੀ ਬਦਲੀ ਜਿਹੜੀ ਸੀ ਉਹ ਬੰਗਾਲ ਦੇ ਵਿੱਚੋਂ ਪੰਜਾਬ ਹਿਮਾਚਲ ਲਿਆਉਣੀ ਸੀਗੀ। ਉਹਦੀ ਸਿਫਾਰਿਸ਼ ਹਰਕਿਸ਼ਨ ਸਿੰਘ ਸੁਰਜੀਤ ਦੇ ਕੋਲ ਮੈਂ ਗਿਆ ਹਾਂਜੀ। ਉਹਨੂੰ ਜਾ ਕੇ ਮੈਂ ਕਿਹਾ ਪਾਪਾ ਜੀ ਇਹ ਕਰਨਾ ਕੰਮ। ਉਹ ਕਹਿੰਦਾ ਮੈਂ ਉੱਥੇ ਜੋਤੀ ਨਾਲ ਤੇ ਨਹੀਂ, ਪਰ ਮੈਂ ਉਹਦੇ ਚੀਫ ਸੈਕਟਰੀ ਨਾਲ ਗੱਲ ਕਰਾਂਗਾ। ਇਹ ਗੱਲ ਉਹਦੇ ਮੂੰਹੋਂ ਮੈਨੂੰ ਕਹੀ ਕਿ ਮੈਂ ਚੀਫ ਸੈਕਟਰੀ ਨਾਲ ਗੱਲ ਕਰਾਂਗਾ, ਜੋਤੀ ਨਾਲ ਨਹੀਂ ਮੈਂ ਕਰਨੀ ਹਾਂਜੀ। ਖੈਰ ਐਨੀਵੇ ਉਹਨੇ ਕੰਮ ਕਰ ਦਿੱਤਾ ਉਹ ਜਿਹੜਾ ਕਰਨਾ ਸੀਗਾ। ਉਹ ਕੇਡਰ ਸੀਗਾ ਉਹਦਾ ਬੰਗਾਲ ਦਾ, ਲੇਕਿਨ ਸਪੈਸ਼ਲ ਅਪਾਇੰਟਮੈਂਟਾਂ ਦੇ ਨਾ ਲੋਕ ਜਾਂਦੇ ਨੇ ਉਹਦਾ ਸਟੇਟ ਜੀ ਬਿਲਕੁਲ ਹਾਂਜੀ ਹਾਂਜੀ। ਸੋ ਇਹ ਕਈ ਵਾਰ ਤੇ ਆਪਣੇ ਚਹਤਿਆਂ ਨੂੰ ਡੈਪੂਟੇਸ਼ਨ ਤੇ ਲੈ ਲੈਂਦੀਆਂ ਸਰਕਾਰਾਂ ਜੀ, ਫਟਾਫਟ ਆਉਂਦੇ ਆ, ਸਾਰੀ ਜਿੱਥੇ ਮਰਜ਼ੀ ਬੈਠਾ ਹੋਵੇ ਭਾਰਤ ਵਿੱਚ ਉਹਨੂੰ ਬੁਲਾ ਲੈਂਦੀਆਂ ਆਪੋ ਆਪਣੀ ਸਟੇਟ 'ਚ। ਤੁਹਾਨੂੰ ਦੇਖੋ ਹੁਣ ਕਰਨ ਦੀ ਵਧੀਆ ਗੱਲ ਸੁਣੋ। ਹੁਣ ਵੈਸਟ ਬੰਗਾਲ ਦੀ ਜਿਹੜੀ ਮਮਤਾ ਬੈਨਰਜੀ ਹੈ, ਕਿਹਾ ਜਾਂਦਾ ਜੀ ਉਹ ਬੜਾ ਬਸ ਆਪ ਹੀ ਰੂਲ ਕਰਦੀ ਹੈ। ਉਹਦੀ ਕੋਟਰੀ ਜਿਹੜੀ ਆ ਉਹ ਸਿਰਫ IAS ਹੈ ਜਾਂ ਉਹਦਾ ਪੰਜ ਹੈ। ਅੱਛਾ, ਉਹ ਵੀ IAS ਵਾਲਿਆਂ ਨੂੰ ਦਿੰਦਾ ਵੀ ਇੱਦਾਂ ਦੀ ਇਹਨੂੰ ਅਸੀਂ ਕੰਮ ਨੂੰ ਕਿੱਦਾਂ ਕਰ ਸਕਦੇ ਹਾਂ। ਸਲਾਹ IAS ਵਾਲੇ ਹੀ ਦਿੰਦੇ ਨੇ ਉਹਨੂੰ, IPS IAS ਜੋ ਵੀ ਹੈਗੇ ਨੇ ਉਹਦੇ ਇਰਦ ਗਿਰਦ। ਸੋ ਹੁਣ ਤੁਸੀਂ ਇਹਨੂੰ ਲੈ ਲਓ ਵਿਜੇ ਨੂੰ ਆਪਣੇ ਕੇਰਲਾ ਦੇ ਵਿੱਚ ਹਾਂਜੀ, ਉਹਦੇ ਤੇ ਇਲਜ਼ਾਮ ਹੀ ਇਹ ਲੱਗਦਾ ਵੀ ਇਹਨੇ ਆਪਣੇ ਇਰਦ ਗਿਰਦ ਕੋਟਰੀ ਜਿਹੜੀ ਹੈ ਅਫਸਰਾਂ ਦੀ ਬਿਠਾਈ ਹੋਈ ਹੈ, ਸਾਡੀ ਗੱਲ ਹੀ ਨਹੀਂ ਸੁਣਦਾ ਹੈ। ਸੋ what will you do? This is the system everywhere. ਹੁਣ ਜਿਹੜਾ ਪ੍ਰੈਜ਼ੀਡੈਂਟ ਬਣਦਾ ਅਮਰੀਕਾ ਦਾ, ਉਹ ਹੀ ਸਰਾਊਂਡਡ ਬਾਈ ਹਿਜ਼ ਓਨ ਵਾਈਟ ਹਾਊਸ ਪੀਪਲ। ਉਹ ਰਨ ਕਰਦੇ ਨੇ। ਇਹੀ ਗੱਲ ਤੁਹਾਡੇ ਨਾਲ ਕਰਨ ਲੱਗਾ ਸੀਗਾ ਕਿ ਜਿਹੜਾ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਉਹਦੇ ਵਿੱਚ ਤੇ ਉਹਦੀ ਚੋਇਸ ਹੁੰਦੀ ਹੈ ਕਿ ਉਹ ਜਿਹਨੂੰ ਮਰਜ਼ੀ ਆਪਣੇ ਨਾਲ ਲੈ ਆਵੇ, ਆਪਣੇ ਕੋਲ ਜਿਹਨੂੰ ਮਰਜ਼ੀ ਬਿਨਾਂ ਕਿਸੇ ਇਲੈਕਸ਼ਨ ਤੋਂ, ਬਿਨਾਂ ਕਿਸੇ ਗੱਲ ਤੋਂ, ਜਿਹਨੂੰ ਮਰਜ਼ੀ ਉਹ ਫੋਰਨ ਸੈਕਟਰੀ ਲਾ ਲੇ, ਜਿਹਨੂੰ ਮਰਜ਼ੀ ਹੋਮ ਸੈਕਟਰੀ ਲਾ ਲੇ, ਜਿਹਨੂੰ ਮਰਜ਼ੀ ਕਰ ਲੇ, ਕਿਉਂਕਿ ਉਹਨੇ ਆਪਣੀ ਟੀਮ ਬਣਾਉਣੀ ਹੁੰਦੀ ਆ। ਜੇ ਟਰੰਪ ਹੈ ਤੇ ਟਰੰਪ ਦੀ ਟੀਮ ਕੰਮ ਕਰ ਰਹੀ ਆ। ਪਰ ਜਿਹੜਾ ਪ੍ਰਾਈਮ ਮਿਨਿਸਟਰ ਵਾਲਾ ਜਿਹੜਾ ਕ੍ਰਾਈਟੇਰੀਆ, ਜਿਹੜੀ ਡੈਮੋਕ੍ਰੇਸੀ ਅਸੀਂ ਫਾਲੋ ਕੀਤੀ ਆ ਬ੍ਰਿਟਿਸ਼ ਵਾਲੀ ਜਾਂ ਆਪਾਂ ਇੱਥੇ ਕਰਦੇ ਆ, ਉਹਦੇ ਵਿੱਚ ਇਹ ਚੋਇਸ ਨਹੀਂ ਹੁੰਦੀ ਨਾ। ਉਹ ਤੇ ਫਿਰ ਉਹ ਲਿਮਟਿਡ ਹੁੰਦੇ, ਉਹਨਾਂ ਚੋਂ ਲੈਣੇ ਪੈਂਦੇ ਉਹਨੂੰ। ਨਹੀਂ ਕਿਹੜੀ ਲਿਮਿਟਡ ਨੇ ਤੁਸੀਂ ਦੱਸੋ? ਗੱਲ ਤੇ ਉਹੀ ਹੈ। ਨਹੀਂ ਮੰਨ ਲਓ ਟਰੂਡੋ ਸਾਹਿਬ ਨੇ ਤੁਹਾਨੂੰ ਲੈ ਕੇ ਜਾਣਾ ਹੋਵੇ ਤਾਂ ਉਹਨਾਂ ਵਾਸਤੇ ਬੜਾ ਔਖਾ ਹੋਏਗਾ। ਸੈਨੇਟ 'ਚ ਲੈ ਕੇ ਜਾਓ, ਇਹ ਕਰੋ ਉਹ ਕਰੋ, ਜਿਹੜਾ ਹਾਂਜੀ ਅੱਜ ਤੋਂ 5 ਸਾਲ ਪਹਿਲਾਂ ਜਿਹਨੂੰ ਮਰਜ਼ੀ ਅਪਾਇੰਟ ਕਰ ਦਿੰਦੇ ਸੀ, ਭਾਵੇਂ ਉਹ ABCD ਹੋਵੇ, ਜੋ ਮਰਜ਼ੀ ਹੋਵੇ ਜੀ, ਉਹ ਕੋਈ ਰੁਕਾਵਟ ਨਹੀਂ ਸੀਗੀ। ਦੈਟਸ ਨੰਬਰ 1। ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਨਾ ਜੀ, ਉਹ ਜਿਹਨੂੰ ਮਰਜ਼ੀ ਸੈਕਟਰੀ ਬਣਾ ਦੇਣ, ਜਿਹਨੂੰ ਜੋ ਉਹ ਮਿਨਿਸਟਰਸ ਨੇ, ਉਹ ਪ੍ਰਿਵਿਲੇਜ ਪ੍ਰਾਈਮ ਮਿਨਿਸਟਰ ਕੋਲ ਵੀ ਹੈ, ਉਹ ਪ੍ਰਿਵਿਲੇਜ ਚੀਫ ਮਿਨਿਸਟਰ ਕੋਲ ਵੀ। ਹੁਣ ਚੀਫ ਮਿਨਿਸਟਰ ਜਿਹੜਾ ਪਰਸਨਲ ਆਪਣੇ ਜਿਹਨੂੰ ਪਰਸਨਲ ਸੈਕਟਰੀ ਕਹਿੰਦੇ ਨੇ, ਜਿਹੜਾ ਉਹ ਪਰਸਨਲ ਸੈਕਟਰੀ ਬਣਾਉਂਦਾ ਜਾਂ ਹੋਰ ਬਣਾਉਂਦਾ, ਉਹਨੂੰ ਕੌਣ ਚੁਣਦਾ? ਉਹਨੂੰ ਚੀਫ ਮਿਨਿਸਟਰ ਖੁਦ ਚੁਣਦਾ। ਜਿਹਨੇ ਸਭ ਤੋਂ ਜ਼ਿਆਦਾ ਚਮਚਾਗਿਰੀ ਕੀਤੀ ਹੁੰਦੀ ਹੈ ਚੀਫ ਮਿਨਿਸਟਰ ਦੀ ਹਾਂਜੀ, ਉਹਨੂੰ ਉਹ ਪ੍ਰਿੰਸੀਪਲ ਸੈਕਟਰੀ ਬਣਾਉਂਦਾ। ਹੁਣ ਤੁਹਾਨੂੰ ਯਾਦ ਹੈ ਕੈਪਟਨ ਨੇ ਪ੍ਰਿੰਸੀਪਲ ਸੈਕਟਰੀ ਬਣਾਇਆ ਸੀ ਇੱਕ ਰਿਟਾਇਰਡ IAS ਨੂੰ। ਹਾਈ ਕੋਰਟ ਨੇ ਕਹਿਤਾ ਤੂੰ ਨਹੀਂ ਬਣਾ ਸਕਦਾ। ਉਹਨੇ ਉਹਦਾ ਮਹਿਕਮਾ ਹੀ ਬਦਲ ਦਿੱਤਾ। ਉਹਨੇ ਕਿਹਾ ਮੇਰਾ ਪਰਸਨਲ ਐਡਵਾਈਜ਼ਰ ਗੱਲ ਕਰ। ਸੋ ਵਾਟ ਦੇਰ ਆਰ ਮੀਨਸ, ਇਹ ਜੋ ਕੁਝ ਕਰਦੇ ਨੇ ਇਹ ਆਪ ਹੀ ਕਰਦੇ ਨੇ ਜਿਹੜੇ ਪਾਵਰ ਦੇ ਵਿੱਚ ਆਉਂਦੇ ਨੇ। ਉਹ ਵੈਦਰ ਦੇ ਆਰ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰਸ, ਨੋ ਵਨ ਐਲਸ ਡਜ਼। ਇਹ ਕੰਟਰੋਵਰਸੀ ਤੇ ਮਮਤਾ ਬੈਨਰਜੀ ਨਾਲ ਵੀ ਹੋਈ ਹੈ ਪਿਛਲੇ ਦਿਨੀ। ਇੱਕ IAS ਅਫਸਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਦਿੱਲੀ ਬੁਲਾ ਲਿਆ ਸੀਗਾ ਤੇ ਉਹਨਾਂ ਕਿਹਾ ਮੈਂ ਨਹੀਂ ਜਾਣ ਦੇਣਾ, ਉਹਨੇ ਤਾਂ ਰਿਜ਼ਾਈਨ ਕਰਾ ਲਿਆ। ਮੈਂ ਹੁਣੇ ਕਹਿ ਗਿਆ ਤੁਹਾਨੂੰ, ਮਮਤਾ ਵੀ ਜਿਹੜੀ ਆ ਉਹ ਵੀ ਉਹਦੇ ਕੋਠੀ IAS ਦੀ ਆ। ਇਹ ਉਹਦੀ ਨਹੀਂ, ਸਾਰੇ ਹੀ। ਹੁਣ UP ਦੇ ਵਿੱਚ ਗੱਲ ਹੈਗੀ ਕਿ ਯੋਗੀ ਨਹੀਂ ਰਾਜ ਕਰਦਾ। ਯੋਗੀ ਦੇ ਜਿਹੜੇ IAS ਅਫਸਰ ਉਹਨੇ ਬਿਠਾਏ ਹੋਏ ਨੇ ਉਹਦੇ ਇਰਦ ਗਿਰਦ, ਉਹ ਰਾਜ ਕਰਦੇ ਨੇ। ਯੋਗੀ ਸਿਰਫ ਬਿਆਨਬਾਜ਼ੀ ਕਰਦਾ। ਲੇਕਿਨ ਯੋਗੀ ਨੇ ਇਹ ਕਹਿ ਦਿੱਤਾ ਕਿ ਅੱਛਾ ਜੀ ਇੱਥੇ ਕ੍ਰਾਈਮ ਰੁਕਣਾ ਚਾਹੀਦਾ, ਇੱਥੇ ਹਿੰਦੂਆਂ ਨੂੰ ਫਰੀਡਮ ਹੋਣੀ ਚਾਹੀਦੀ ਹੈ, ਇੱਥੇ ਇਹ ਹੋਏਗਾ। ਉਹ ਉਹਨੇ ਕਹਿ ਦਿੱਤਾ, ਉਹਨਾਂ ਨੇ ਉਸ ਹਿਸਾਬ
ਵੈਸੇ ਤੇ ਸਰਕਾਰਾਂ ਵੈਸੇ ਤੇ ਡਾਕਟਰ ਸਾਹਿਬ ਇਹ ਹੁੰਦਾ ਵੀ ਇਦਾਂ ਹੀ ਆ ਕਿ ਕਿਉਂਕਿ ਉਹਨਾਂ ਦਾ ਜਿਹੜਾ ਥੱਲੇ ਤੱਕ ਜਿਹੜਾ ਆਰਡਰ ਚੱਲਣਾ ਹੁੰਦਾ ਉਹ ਜਾਣਾ ਤੇ ਉਹ ਸਿਸਟਮ ਥਰੂ ਹੀ ਆ ਨਾ, ਜਿਹੜਾ ਸਿਸਟਮ ਆਪਾਂ ਬਣਾਇਆ ਹੋਇਆ ਬਿਊਰੋਕਰੈਟਸ ਆ ਥੱਲੇ ਤੱਕ ਜਿਹੜੇ ਮਤਲਬ ਪੰਚਾਇਤ ਤੋਂ ਲੈ ਕੇ ਉੱਪਰ ਤੱਕ ਇੱਕ ਸਿਸਟਮ ਤਾਂ ਹੈ ਨਾ ਜਿਹੜਾ ਰਨ ਕਰਦਾ, ਤਾਂ ਹੀ ਤੇ ਉਹਨੂੰ ਸਰਕਾਰ ਕਹਿੰਦੇ ਆ। ਤੇ ਜੇ ਹੁਣ ਜੋਗੀ ਨੇ ਆਪ ਹੀ ਤੇ ਨਹੀਂ ਸਾਰੇ ਆਰਡਰ ਕਰਨੇ ਹੁੰਦੇ, ਤਰੀਕਾ ਤੇ ਉਹੀ ਹੁੰਦਾ ਕਿ ਉਹ ਇੱਕ ਗਾਈਡਲਾਈਨ ਹੁੰਦੀ ਆ ਵੀ ਏਦਾਂ ਕੰਮ ਕਰਨਾ ਆਪਾਂ, ਇਹ ਦੁਨੀਆ ਭਰ 'ਚ ਹੀ ਆ। ਪਰ ਇੱਕ ਨਵਾਂ ਸਿਸਟਮ ਜਿਹੜਾ ਡਿਵੈਲਪ ਕਰਤਾ ਸੀ ਖਾਸ ਕਰਕੇ ਪੰਜਾਬ ਦੇ ਸੀਐਮ ਕੈਪਟਨ ਸਾਹਿਬ ਨੇ ਕਿ 12 13 14 ਬੰਦੇ ਚੁੱਕ ਕੇ ਆਪਣੇ ਦੋਸਤ ਮਿੱਤਰ ਇਧਰੋਂ ਉਧਰੋਂ ਤੇ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਦੇ ਦਿੱਤਾ, ਉਹਨਾਂ ਨੂੰ ਫੈਸਿਲਿਟੀਆਂ ਵੀ ਦੇ ਦਿੱਤੀਆਂ, ਸਾਰੀ ਫੈਸਿਲਿਟੀਆਂ, ਤੇ ਉਹ ਹੀ ਸਰਕਾਰ ਚਲਾ ਰਹੇ ਸੀ। ਮਤਲਬ ਕੈਪਟਨ ਸਾਹਿਬ ਤੱਕ ਤੇ ਕਿਸੇ ਦੀ ਪਹੁੰਚ ਹੀ ਨਹੀਂ ਸੀ, ਤੇ ਉਹ ਬੰਦੇ ਜਿਹੜੇ ਆ ਉਹ ਨਾਲੇ ਤੇ ਉਹ ਪੈਸਾ ਇਕੱਠਾ ਕਰਕੇ ਉੱਥੇ ਪਹੁੰਚਾਉਂਦੇ ਆ ਤੇ ਨਾਲੇ ਉਹ ਰਾਜ ਕਰ ਰਹੇ ਹੁੰਦੇ ਆ, ਖੁਦ ਆਪ ਵੀ ਉਹ ਲੁੱਟ ਦਾ ਹਿੱਸਾ ਲੈ ਰਹੇ ਹੁੰਦੇ ਆ। ਮੈਂ ਇੱਕ ਐਸਐਸਪੀ ਨੂੰ ਜਾਣਦਾ ਜੀ, ਹੁਣ ਤੇ ਰਿਟਾਇਰ ਹੋ ਗਿਆ ਤਾਂ ਯੂਪੀ ਦੇ ਵਿੱਚ ਸੀਗਾ, ਮਾਇਆਵਤੀ ਦੀ ਚੌਂਕ ਤੇ। ਉਹਨਾਂ ਨੂੰ ਇਹ ਆਰਡਰ ਸੀਗਾ ਕਿ 10 ਲੱਖ ਰੁਪਈਆ ਰੋਜ਼ ਦਾ ਹਰ ਡਿਸਟ੍ਰਿਕਟ ਦਾ, ਉੱਥੇ 43 45 ਡਿਸਟ੍ਰਿਕਟ ਸੀਗੇ, ਉਦੋਂ 48 ਸੀ ਕਿਉਂਕਿ ਉਦੋਂ ਅਜੇ ਉੱਤਰਾਖੰਡ ਅਲੱਗ ਨਹੀਂ ਸੀ ਹੋਇਆ। ਉਹ ਉਹਨਾਂ 10 ਦੇ ਵਿੱਚ ਡਿਪੈਂਡਿੰਗ ਅਪੋਨ ਕਿੱਡੇ ਵੱਡੇ ਨੇ 10 ਲੱਖ ਮਿਨੀਮਮ ਅਮਾਊਂਟ ਹੁੰਦੀ ਸੀ ਰੋਜ਼ ਦੀ ਇਕੱਠੀ ਕਰਕੇ ਮਾਇਆਵਤੀ ਦੇ ਮਤਲਬ ਉੱਥੇ ਫੰਡਾਂ ਦੇ ਵਿੱਚ ਪਾ ਰਹੀ, ਰੋਜ਼ ਦੀ 10 ਲੱਖ ਇੱਕ ਡਿਸਟ੍ਰਿਕਟ ਦੇ ਵਿੱਚ। ਸੋ ਇਹ ਜਿਹੜਾ ਕੰਮ ਹੈਗਾ ਨਾ ਬੇਸਿਕਲੀ ਯੂ ਹੈਵ ਟੂ ਰੀਅਲਾਈਜ਼ ਕਿ ਇਹ ਜਿਹੜੇ ਅਫਸਰ ਨੇ ਜਿੰਨੇ 10 ਲੱਖ ਬਣਾਉਣਾ ਉਹਨੇ 10 ਲੱਖ ਆਪਣਾ ਵੀ ਬਣਾਉਣਾ। ਉਹ ਕਹਿੰਦਾ ਠੀਕ ਹੈ ਸਾਨੂੰ ਮੌਕਾ ਮਿਲ ਗਿਆ, ਜਾਂ ਚੀਫ ਮਿਨਿਸਟਰ ਨੇ ਕਹਿ ਦਿੱਤਾ ਫਿਰ ਕਰੀ ਚਲੋ ਕੰਮ। ਜਿਹੜੀ ਕੋਟਰੀ ਆ ਇਹਨੂੰ ਕਹਿੰਦੇ ਆ ਅਸੀਂ ਕੋਟਰੀ, ਬੜੀ ਇਰਦ ਗਿਰਦ ਹੁੰਦੀ ਹੈ ਜਿਹੜੀ ਕੋਟਰੀ ਆ, ਉਹ ਅੱਜ ਮੋਦੀ ਜਿਹੜਾ ਹੈ ਅੱਜ ਮੋਦੀ ਦੀ ਐਡਮਿਨਿਸਟ੍ਰੇਸ਼ਨ ਨਾ ਮਿਨਿਸਟਰ ਚਲਾ ਰਹੇ ਨੇ ਨਾ ਹੋਰ ਕੋਈ, ਉਹਦੇ ਆਪਣੇ ਪੀਐਮਓ, ਉਹਦੇ ਪੀਐਮ ਆਫਿਸ ਦੇ ਵਿੱਚ 5 ਰਿਟਾਇਰਡ ਆਈਐਸ ਆਫਿਸਰ ਫਰੋਮ ਆਈਐਸ ਐਂਡ ਆਈਐਫਐਸ ਰਿਟਾਇਰਡ ਫਰੋਮ ਗੁਜਰਾਤ ਜਿਹੜੇ ਨੇ ਉਹ ਬੈਠੇ ਹੋਏ ਨੇ, ਉਹ ਸਾਰੇ ਹਿੰਦੁਸਤਾਨ ਨੂੰ ਚਲਾ ਰਹੇ, ਉਹ ਬੈਠ ਕੇ ਹਰ ਕਿਸਮ ਦੀ ਸਲਾਹ ਕਰਦੇ ਨੇ। ਅੱਛਾ ਡਾਕਟਰ ਸਾਹਿਬ, ਚਲੋ ਆਪਾਂ ਜੇ ਭਾਰਤ ਦੀਆਂ ਗੱਲਾਂ ਕਰਨ ਲੱਗੇ ਤੇ ਥੋੜੀ ਜਿਹੀ ਇੱਕ ਇਹ ਵੀ ਕਰ ਲਈਏ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਬੜੀ ਵੱਡੀ ਚੇਂਜ ਹੋਈ ਆ, ਜਿਹੜੀ ਆਪਾਂ ਕੋਈ ਵੀ ਸੈਕਟਰ ਨੂੰ ਤਿਆਰ ਨਹੀਂ ਸੀ, ਆਪਾਂ ਸਾਰੇ ਸਮਝਦੇ ਸੀ ਕਿ ਕੈਪਟਨ ਦਾ ਜਿਹੜਾ ਯੁੱਗ ਹੈ, ਉਹ ਕੈਪਟਨ ਦਾ ਜਿਹੜਾ ਔਰਾ ਆ, ਕੈਪਟਨ ਦਾ ਜਿਹੜਾ ਇੱਕ ਮਹਾਰਾਜਾ ਵਾਲਾ ਸਟਾਈਲ ਹੈ, ਕੈਪਟਨ ਇੱਕ ਸ਼ਕਤੀਸ਼ਾਲੀ ਵਿਅਕਤੀ ਆ, ਕੈਪਟਨ ਦੇ ਰਿਲੇਸ਼ਨ ਹੈ ਬੜੇ ਹਾਈ ਕਮਾਂਡ ਨਾਲ। ਇੱਕ ਤਾਂ ਥੋੜਾ ਜਿਹਾ ਇਹ ਦੱਸੋ ਵੀ ਇੱਕਦਮ ਉਹ ਬੰਦਾ ਆਪਣੇ ਆਪ ਨੂੰ ਇੰਨਾ ਮਤਲਬ ਬੇਇੱਜ਼ਤ ਕਿਉਂ ਹੋਇਆ ਸਮਝ ਰਿਹਾ ਕਿ ਉਹ ਕਾਫੀ ਉਹ ਐ ਲੱਗਦਾ ਸੁਲਗ ਰਿਹਾ ਉਹਦੇ ਅੰਦਰ ਕਿ ਮੇਰੀ ਕਾਫੀ ਜ਼ਿਆਦਾ ਬੇਇੱਜ਼ਤੀ ਹੋ ਗਈ ਔਰ ਹੋਈ ਵੀ ਆ। ਔਰ ਦੂਜੇ ਪਾਸੇ ਜਿਹੜੀ ਨਵੀਂ ਲੀਡਰਸ਼ਿਪ ਅੱਗੇ ਆਈ ਆ, ਜਿਹੜੀ ਬਿਲਕੁਲ ਹੀ ਲੋਕੀ ਐਕਸਪੈਕਟ ਨਹੀਂ ਕਰਦੇ, ਲੋਕੀ ਸੋਚਦੇ ਹੀ ਸ਼ਾਇਦ ਸਿੱਧੂ ਹੀ ਬਣ ਜਾਏਗਾ ਸਿੱਧੇ ਤੌਰ ਤੇ, ਜਾਂ ਕੋਈ ਜਾਖੜ ਸਾਹਿਬ ਦਾ ਨਾਂ ਜ਼ਰੂਰ ਸਹੀ ਲੱਗ ਰਿਹਾ ਸੀਗਾ, ਪਰ ਬਾਅਦ ਚ ਜਿੱਦਾਂ ਇੱਕਦਮ ਡਰਾਸਟਿਕ ਚੇਂਜਸ ਹੋਈਆਂ ਨੇ, ਚੰਨੀ ਤੇ ਗੁਣਾ ਪੈ ਗਿਆ, ਚਾਹੇ ਉਹਦੇ ਪੋਲੀਟੀਕਲ ਸਾਡੇ ਉੱਥੇ ਕਈ ਮਜਬੂਰੀਆਂ ਨੇ, ਦਲਿਤ ਵਾਲਾ ਭਾਸ਼ਾ ਦੂਜੀ ਤੀਜੀ। ਪਰ ਹੁਣ ਤੁਹਾਨੂੰ ਕੀ ਲੱਗਦਾ, ਜਿੱਦਾਂ ਚੰਨੀ ਹੋਰਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਆਈ ਹੈ ਤੁਸੀਂ ਵੇਖੀ ਹੋਣੀ ਆ, ਉਹਨੇ ਕਿਹਾ ਕਿ ਮੈਂ ਬੜੇ ਗਰੀਬ ਲੋਕਾਂ ਦਾ ਲੀਡਰ ਆ, ਚਾਹੇ ਛੋਟਾ ਦੁਕਾਨਦਾਰ ਹੈ, ਚਾਹੇ ਛੋਟਾ ਕਿਸਾਨ ਹੈ, ਚਾਹੇ ਦਿਹਾੜੀ ਵਾਲਾ ਮਜ਼ਦੂਰ ਹੈ, ਮੇਰੇ ਕੋਲ ਕੋਈ ਮਾਫੀਆ ਦਾ ਬੰਦਾ ਨਾ ਆਵੇ, ਰੇਤ ਮਾਫੀਆ ਖਤਮ, ਫਲਾਣਾ ਮਾਫੀਆ ਖਤਮ। ਇਹ ਕੀ ਹੋਏਗਾ? ਦੇਖੋ ਆਪਣੇ ਵੱਲੋਂ ਇੱਕ ਮਾਸਟਰ ਸਟ੍ਰੋਕ ਅੱਜ ਰਾਹੁਲ ਗਾਂਧੀ ਨੇ ਵੀ ਮੰਨਿਆ, ਉੱਥੇ ਉਹ ਗਿਆ ਵੀ ਸੀ ਸਵੇਰਿੰਗ ਸੈਰੇਮਨੀ। ਹਾਂਜੀ, ਲੇਟ ਹੋ ਗਏ ਥੋੜੇ ਜਿਹੇ। ਹਾਂਜੀ, ਉਹਨੇ ਇਹ ਗੱਲ ਕਹੀ ਵੀ ਸਵੇਰਿੰਗ ਸੈਰੇਮਨੀ, ਉਹਨੇ ਗੱਲ ਕਹੀ ਬਾਅਦ ਵਿੱਚ ਕਿ ਮੈਂ ਬੜਾ ਵਧੀਆ ਡਿਸੀਜਨ ਲਿਆ। ਉਹਨੇ ਲਫ਼ਜ਼ ਪਹਿਲੀ ਵਾਰੀ ਯੂਜ਼ ਕੀਤਾ, ਮੈਂ ਡਿਸੀਜਨ ਲਿਆ, ਕਿ ਮੈਂ ਬੜਾ ਵਧੀਆ ਡਿਸੀਜਨ ਲਿਆ, ਮੈਂ ਇਸ ਬੰਦੇ ਨੂੰ ਬਣਾਇਆ। ਉਹਦੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਸੀ ਮੈਂ ਸਾਰੀ ਸੁਣੀ। ਉਹਨੇ ਕਿਹਾ ਜਿਸ ਤਰ੍ਹਾਂ ਹੁੰਦਾ ਨਾ for the people, by the people, of the people, ਉਹਨੇ ਕਿਹਾ for the poor, by the poor and of the poor। ਸੋ ਉਹਨੇ ਕਿਹਾ ਕਿ ਮੇਰਾ ਬਾਪ ਜਿਹੜਾ ਨਾ ਟੈਂਟ ਲਾਉਂਦਾ ਹੈ, ਉਹ ਕਹਿਆ ਮੇਰੇ ਬਾਪ ਟੈਂਟ ਲਾਉਂਦਾ ਵੇਖਿਆ ਮੈਂ ਆਪਣੇ ਬਾਪ ਨੂੰ, ਉਹ ਟੈਂਟ ਲਗਾਉਂਦਾ ਹੁੰਦਾ ਸੀਗਾ। ਇਸ ਕਰਕੇ ਮੈਂ ਇੱਕ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਆਇਆ, ਸੋ ਮੈਨੂੰ ਪਤਾ ਕਿ ਗਰੀਬੀ ਕੀ ਹੁੰਦੀ ਹੈ। ਬਾਕੀ ਜਿਸ ਤਰ੍ਹਾਂ ਉਹ ਤੋਤਾ ਹੈ, ਉਹਨੂੰ ਜਿਸ ਤਰ੍ਹਾਂ ਕਹਿ ਦਿੱਤਾ ਨਵਜੋਤ ਨੇ ਵੀ ਤੂੰ ਰੇਤ, ਕਿਉਂਕਿ ਨਵਜੋਤ ਦੇ ਇਸ਼ੂ ਨੇ ਨਾ, ਰੇਤ ਦਾ ਔਰ ਬਿਜਲੀ ਦਾ ਇਸ਼ੂ ਨਵਜੋਤ ਦਾ। ਉਹਨੇ ਕਿਹਾ ਵੀ ਪਹਿਲੀ ਇਹ ਪ੍ਰੈਸ ਕਾਨਫਰੰਸ ਤੂੰ 2 ਗੱਲਾਂ ਜ਼ਰੂਰ ਕਰਨੀਆਂ। ਸੋ ਉਹਦਾ ਲਿਕਰ ਦਾ ਵੀ ਡਾਕਟਰ ਸਾਹਿਬ, ਲਿਕਰ ਦਾ ਵੀ ਆਦਾ ਇੱਕ ਲਿਕਰ ਤੇ ਵੀ ਉਹਨੇ ਇੱਕ ਪਲਾਨ ਦਿੱਤਾ ਹੋਇਆ ਸੀਗਾ ਗਵਰਨਮੈਂਟ ਨੂੰ, ਜਿਹੜਾ ਉਹਨਾਂ ਨਹੀਂ ਸੀ ਐਕਸੈਪਟ ਕੀਤਾ। 3-4 ਵੱਡੇ ਕੰਮ ਐਸੇ ਮਤਲਬ ਸਾਰੇ ਉਹ ਮਤਲਬ ਤੋਤੇ ਦੀ ਤਰ੍ਹਾਂ ਜਿੱਦਾਂ ਰਟਾ ਦਿੱਤਾ ਉਹਨੇ,
ਉਦਾਂ ਉਹਨੇ ਤੇ ਤੁਸੀਂ ਵੇਖਿਆ ਹੋਣਾ ਪ੍ਰੈਸ ਕਾਨਫਰੰਸ ਵਿੱਚ ਵੀ ਮਤਲਬ ਇੱਕ ਗੱਲ ਅਜੇ ਪੂਰੀ ਨਹੀਂ ਸੀ ਕਰਦਾ ਤੇ ਸਿੱਧੂ ਸਾਹਿਬ ਦੇ ਹੱਥ ਫੜ ਲੈਂਦੇ ਸੀ ਨਾਲ ਹੀ ਇਦਾਂ ਵੀ ਕੋਈ ਨਹੀਂ ਨਾਰਮਲ ਉਹਦੀ ਪਿੱਠ ਥੱਪ ਰਹੇ ਸੀ ਐਦਾਂ ਲੱਗ ਰਿਹਾ ਸੀ ਕਿ ਸੀਐਮ ਬੱਚਾ ਹੁੰਦਾ ਤੇ ਉਹਨੂੰ ਜਿੱਦਾਂ ਪਲੋਸ ਰਹੇ ਹੁੰਦੇ ਨਾਲ ਇਦਾਂ ਹੀ ਹੈ ਵੈਸੇ ਇਹ ਤੁਸੀਂ ਦੇਖੋ ਚੰਨੀ ਦਾ ਇਦਾਂ ਹੀ ਹੈ ਚੰਨੀ ਵਿਲ ਨਾਟ ਬੀ ਏਬਲ ਟੂ ਰਨ ਇੰਡੀਪੈਂਡੈਂਟਲੀ ਉੱਤੇ ਜਿਹੜੇ ਦੇਖੋ ਪਹਿਲਾਂ ਰੰਧਾਵਾ ਨੂੰ ਇਹਨਾਂ ਨੇ ਅਨਾਉਂਸ ਕਰ ਦਿੱਤਾ ਚੀਫ ਮਿਨਿਸਟਰ ਰੰਧਾਵਾ ਦੇ ਪੁਲਿਸ ਪਹੁੰਚ ਗਈ ਜਿਹੜੀ ਕਿ ਚੀਫ ਮਿਨਿਸਟਰ ਤੇ ਹੁੰਦੀ ਹੈ ਉਹਨਾਂ ਦੇ ਘਰ ਪੁਲਿਸ ਪਹੁੰਚ ਗਈ ਲੇਕਿਨ ਲਾਸਟ ਮੂਮੈਂਟ ਤੇ ਪ੍ਰੈਸ਼ਰ ਪਾਇਆ ਗਿਆ ਨਵਜੋਤ ਕਹਿੰਦੇ ਨੇ ਕਿ ਨਵਜੋਤ ਸਿੱਧੂ ਵੱਲੋਂ ਕਿ ਭਾਈ ਇਹ ਆਪਣੇ ਇਹ ਦਲਿਤ ਸਿੱਖ ਨੂੰ ਬਣਾਓ ਤਾਂ ਕਿ ਅਸੀਂ ਮੈਂ ਜੱਟਾਂ ਰੰਧਾਵਾ ਸਾਹਿਬ ਨੂੰ ਡਿਪਟੀ ਬਣਾਓ ਸੋਨੀ ਨੂੰ ਡਿਪਟੀ ਚੀਫ ਮਿਨਿਸਟਰ ਬਣਾਓ ਬਾਕੀ ਦੇ ਅਸੀਂ ਮਿਨਿਸਟਰ ਲੈ ਕੇ ਆਵਾਂਗੇ ਡਿਫਰੈਂਟ ਏਰੀਆਜ਼ ਦੇ ਵਿੱਚੋਂ ਹੁਣ ਜਿਹੜੇ ਬ੍ਰਹਮ ਵਰਗੇ ਹੈਗੇ ਨੇ ਉਹਨਾਂ ਨੂੰ ਤੇ ਉਹਨਾਂ ਨੇ ਕੱਢ ਹੀ ਦੇਣਾ ਬਾਹਰ ਜਿਹੜੀ ਨਵੀਂ ਮਿਨਿਸਟਰੀ ਬਣਨੀ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਨਹੀਂ ਆਉਣਾ ਆ ਸਕਦਾ ਜਿਹੜਾ ਉਹ ਆਪਣਾ ਹਾਕੀ ਦਾ ਪਲੇਅਰ ਹੈ ਜਿਹੜਾ ਉਹਨੂੰ ਮਿਨਿਸਟਰ ਪ੍ਰਗਟ ਸਿੰਘ ਇਦਾਂ ਹੀ ਉਹ ਆਪਣੇ ਬਾਦਲ ਦੇ ਇਲਾਕੇ ਦੇ ਵਿੱਚੋਂ ਮੁੰਡਾ ਬਣਿਆ ਦਾ ਇੱਕ ਯੰਗ ਜਿਹੜਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਉਹਨੂੰ ਬਣਾ ਦੇਣ ਰਾਜਾ ਵੜਿੰਗ ਜਿਹਨੂੰ ਕਹਿੰਦੇ ਆ ਹਾਂਜੀ ਉਹਨੂੰ ਬਣਾ ਦੇਣ ਮਤਲਬ ਉਹ ਲੈਣਗੇ ਫੈਸਲਾ ਡਾਕਟਰ ਸਾਹਿਬ ਹੁਣ ਤੇ ਕਲੀਅਰ ਕੱਟ ਹੋ ਗਿਆ ਕਿ ਜਿਹੜੀ ਧੜੇਬੰਦੀ ਸੀ ਨਾ ਜੀ ਪਹਿਲਾਂ ਜਿਹੜੀ ਓਪਰੀ ਨਜ਼ਰ ਨਾਲ ਦਿਖਦੀ ਸੀ ਵੀ ਸ਼ਾਇਦ ਕੈਪਟਨ ਦਾ ਤੇ ਸਿੱਧੂ ਦਾ ਰੌਲਾ ਹੁਣ ਤੇ 4-5 ਧੜੇ ਨਜ਼ਰ ਆਏ ਆ ਸਿੱਧੂ ਦਾ ਜਿਹੜਾ ਸੁਖਜਿੰਦਰ ਰੰਧਾਵੇ ਨੂੰ ਕੱਟਣਾ ਆ ਕਿਤੇ ਨਾ ਕਿਤੇ ਅੰਦਰ ਇੱਕ ਹੋਰ ਧੜਾ ਵੀ ਕ੍ਰੀਏਟ ਵੱਡਾ ਹੋ ਗਿਆ ਸਿੱਧੂ ਵਾਸਤੇ ਵੀ ਏਡਾ ਸੌਖਾ ਨਹੀਂ ਹੋਏਗਾ ਸਿੱਧੂ ਨੂੰ ਏਦਾਂ ਲੱਗਿਆ ਕਿ ਜੇ ਸੁਖਜਿੰਦਰ ਰੰਧਾਵਾ ਬਣ ਗਿਆ ਤੇ ਇਹਨੂੰ ਇੱਕ ਬੜੀ ਪੰਜਾਬ 'ਚ ਮਸ਼ਹੂਰ ਗੱਲ ਹੁੰਦੀ ਸੀਗੀ ਵੈਸੇ ਤਾਂ ਫਿਰ ਉਹ ਜਾਤੀਆਂ ਨਾਲ ਜੋੜ ਕੇ ਗੱਲ ਕਰਨ ਵਾਲੀ ਆ ਕੈਰੋ ਦੇ ਵੇਲੇ ਕਹਿੰਦੇ ਹੁੰਦੇ ਸੀ ਕਿ ਕੈਰੋ ਕਹਿੰਦਾ ਯਾਰ ਜੱਟ ਦੇ ਸੁਹਾਗੇ ਦੇ ਚੜਿਆ ਨਹੀਂ ਮਾਣ ਮੈਂ ਤੇ ਸੀਐਮ ਆ ਮੈਨੂੰ ਲਾਉਣ ਵਾਲਾ ਕਿਹੜਾ ਜੰਮਿਆ ਤੇ ਇਸੇ ਤਰ੍ਹਾਂ ਦੀ ਗੱਲ ਸਿੱਧੂ ਨੂੰ ਲੱਗਦੀ ਸੀ ਕਿ ਜੇ ਸੁਖਜਿੰਦਰ ਰੰਧਾਵਾ 3-4 ਮਹੀਨੇ ਰਹਿ ਗਿਆ ਤੇ ਕਿਤੇ ਇਹ ਐਡੇ ਪੈਰ ਨਾਲ ਜਮਾ ਜਾਵੇ ਮੁੜ ਕੇ ਮੈਨੂੰ ਨਾ ਲਾਗੇ ਲੱਗਣ ਦੇਵੇ ਉਹਨਾਂ ਨੂੰ ਇੱਕ ਕਮਜ਼ੋਰ ਵਿਅਕਤੀ ਚਾਹੀਦਾ ਜਿਹਨਾਂ ਬਣਾ ਲਿਆ ਉਹ ਨੈਚੁਰਲੀ ਉਹ ਚਾਹੁੰਦਾ ਸੀ ਜਿਹੜਾ ਮੇਰੇ ਹੱਥ ਦੇ ਵਿੱਚ ਖੇਲੇ ਮੈਂ ਨਾ ਕੈਰੋ ਦੀ ਵਰਕਿੰਗ ਦੇਖੀ ਆ My mother-in-law was very close. She was the first MLA, first time in 57. ਤੇ ਮੈਂ ਕੈਰੋ ਦੀ ਵਰਕਿੰਗ ਦੇਖੀ ਕੈਰੋ was the only chief minister I have seen in my life ਜਿਹਦੇ ਅੱਗੇ ਅਫਸਰ ਦੀ ਹਿੰਮਤ ਨਹੀਂ ਸੀ ਬੰਦੀ ਬੋਲਣ ਦੀ ਉਹ ਜੋ ਕਹਿੰਦਾ ਸੀ ਉਹ ਕਰਵਾਉਂਦਾ ਸੀ ਔਰ ਕੈਰੋ ਨੇ ਜਿਹੜਾ 7-8 ਸਾਲ 10 ਸਾਲ ਦੇ ਵਿੱਚ 57 to 63 ਦੇ ਵਿੱਚ ਰਿਜ਼ਾਈਨ ਕੀਤਾ 64 'ਚ ਆਈ ਥਿੰਕ ਉਹਨੂੰ ਮਾਰ ਦਿੱਤਾ ਗਿਆ ਉਹ ਜਿਹੜਾ ਉਹਨੇ ਰਾਜ ਕੀਤਾ ਸੀਗਾ ਉਹਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਈ ਲੁਧਿਆਣੇ ਦੀ ਜਾਂ ਜਿੰਨੀ ਇੰਡਸਟਰੀ ਲੱਗੀ ਜਾਂ ਜੋ ਕੋਈ ਲੱਗਿਆ ਉਹਦੇ ਬਾਅਦ ਤੇ ਜਿਹੜੇ ਵੀ ਚੀਫ ਮਿਨਿਸਟਰ ਆਏ ਨੇ ਇੰਡਸਟਰੀ ਡੁੱਬੀ ਆ ਉਹ ਜੋ ਕੋਈ ਬਣ ਗਿਆ ਚੀਫ ਮਿਨਿਸਟਰ ਦੇ ਟਾਈਮ 'ਚ ਬਣ ਗਿਆ ਮੈਂ ਕੈਰੋ ਦੇ ਟਾਈਮ 'ਚ ਉਹਦੇ ਵਿੱਚ ਕੁਝ ਬਣਿਆ ਹੀ ਨਹੀਂ ਕੱਲੀ ਇੰਡਸਟਰੀ ਨਹੀਂ ਡਾਕਟਰ ਸਾਹਿਬ ਸਾਰਾ ਪੰਜਾਬ ਸੇਮ ਦੀ ਮਾਰ ਥਲੇ ਸੀ ਇਹ ਡਰੇਨੇਜ ਸਿਸਟਮ ਡਿਜ਼ਾਈਨ ਕੀਤਾ ਉਹਨੇ ਜਿੱਦਾਂ ਆਪਾਂ ਅੰਗਰੇਜ਼ਾਂ ਦੇ ਵੇਲੇ ਜਿਹੜਾ ਕਨਾਲ ਸਿਸਟਮ ਹੈ ਜਿਹੜਾ ਚੀਫ ਇੰਜੀਨੀਅਰ ਕੈਨੇਡੀ ਦੇ ਡਿਜ਼ਾਈਨ ਤੇ ਨਹਿਰਾਂ ਬਣੀਆਂ ਨੇ ਖਾਸ ਕਰਕੇ ਸਾਡੀ ਮਾਝਾ ਬੈਲਟ ਤੇ ਅੱਗੇ ਲੈਲਪੁਰ ਤੱਕ ਜਿਹੜੀਆਂ ਪਾਕਿਸਤਾਨ ਵਾਲੇ ਪਾਸੇ 12 'ਚ ਜਾਂਦੀਆਂ ਸੀਗੀਆਂ ਨਹਿਰਾਂ ਉਹ ਜਿਹੜੀ ਚੀਜ਼ ਸੀਗੀ ਉਹ ਅੱਜ ਵੀ ਅੰਗਰੇਜ਼ਾਂ ਨਾਲ ਲੱਗਦੀ ਇਸੇ ਤਰ੍ਹਾਂ ਹੀ ਜਿਹੜਾ ਡਰੇਨੇਜ ਸਿਸਟਮ ਸੀਗਾ ਸੇਮ ਦਾ ਖਾਤਮਾ ਕਰਾਉਣਾ ਮਤਲਬ ਐਗਰੀਕਲਚਰ ਵੀ ਨਾਲ ਲੈ ਕੇ ਚੱਲੇ ਇੰਡਸਟਰੀ ਤੁਸੀਂ ਦੱਸ ਹੀ ਰਹੇ ਹੋ ਹੋਰ ਵੀ ਚੀਜ਼ਾਂ ਦੇ ਵਿੱਚ ਕੈਰੋ ਵਾਲਾ ਜਿਹੜਾ ਸਮਾਂ ਉਹਨੂੰ ਬੜਾ ਇੱਕ ਕਿਸਮ ਦਾ 골ਡਨ ਪੀਰੀਅਡ ਮੰਨਿਆ ਜਾਂਦਾ ਪਰ ਉਹ ਸਾਡੀਆਂ ਬੇਵਕੂਫੀਆਂ ਕਿ ਅਸੀਂ ਪੰਜਾਬ ਦੇ ਵਿੱਚ ਬਣਾਉਣਾ ਜੀ ਵੇਖੋ ਉਦੋਂ ਕੈਰੋ ਵੀ ਤੇ ਸਰਦਾਰ ਹੀ ਸੀ ਪਗੜੀ ਵਾਲਾ ਹੀ ਸੀਗਾ ਜੇ ਉਹ ਬਣ ਸਕਦਾ ਸੀ ਤੇ ਮੁੜ ਕੇ ਬਾਦਲ ਰਹੀ ਜੇ ਉਹਨਾਂ 'ਚ ਕੈਪੇਬਿਲਿਟੀ ਹੁੰਦੀ ਤੇ ਵੀ ਬਣ ਜਾਂਦੇ ਪੰਜਾਬ ਵੱਡੇ ਪੰਜਾਬ ਦਾ ਬੇੜਾ ਕਰ ਕਿਉਂ ਕਰਾਉਣਾ ਸੀ ਇਹਨਾਂ ਨੇ ਬਾਦਲ ਵੀ 57 'ਚ ਪਹਿਲੀ ਵਾਰੀ ਬਣਿਆ ਸੀ MLA ਔਰ ਇੰਡੀਪੈਂਡੈਂਟ MLA ਬਣਿਆ ਸੀ ਵਿਦ ਦੀ ਸਪੋਰਟ ਆਫ ਕਾਂਗਰਸ ਹਾਂਜੀ ਹੀ ਵਾਸ 28 years old at that time ਸੋ ਇਹ ਠੀਕ ਹੈ ਕਿ ਹਰ ਇੱਕ ਦਾ ਆਪਣਾ ਹਿਸਾਬ ਕਿਤਾਬ ਹੁੰਦਾ ਲੇਕਿਨ ਰਾਜ ਕਰਨਾ ਸਭ ਨੂੰ ਆਉਂਦਾ ਕੁਝ ਲੋਕਾਂ ਨੂੰ ਰਾਜ ਕਰਨਾ ਆਉਂਦਾ ਜੀ ਬੜੇ ਘੱਟ ਮੈਂ ਹਿੰਦੁਸਤਾਨ ਦੀ ਅਗਰ ਹਿਸਟਰੀ ਦੇਵਾਂ ਸਾਰੀਆਂ ਸਟੇਟਾਂ ਦੀਆਂ ਤੇ ਮੈਂ ਸਿਰਫ 7-8 ਨਾਮ ਗਿਣ ਸਕਦਾ ਨਥਿੰਗ ਮੋਰ ਦੈਨ ਦੈਟ ਬਿਲਕੁਲ ਡਾਕਟਰ ਸਾਹਿਬ ਸੋ ਕੱਲ ਦੇ ਪ੍ਰੋਗਰਾਮ 'ਚ ਆਪਾਂ ਦੁਬਾਰਾ ਮਿਲਦੇ ਹਾਂ ਤੇ ਅੱਜ ਹੁਣ 9:30 ਵਜੇ ਤੱਕ ਵੋਟਾਂ ਦਾ ਇੱਥੇ ਕੰਮ ਮੁੱਕ ਜਾਣਾ ਆ ਰਾਤ ਅੱਜ ਜਾ ਕੇ ਵੇਖਾਂਗੇ 12-1 ਵਜੇ ਤੱਕ ਕਿ ਕਿਸ ਤਰ੍ਹਾਂ ਦੇ ਪ੍ਰੋਜੈਕਸ਼ਨ ਆਉਂਦੇ ਆ ਤੇ ਕੱਲ ਤੱਕ ਆਰਾਮ ਨਾਲ ਸਕੌਚ ਪੀ ਕੇ ਸੌਵੋ ਕੱਲ ਸਵੇਰੇ ਉੱਠ ਕੇ ਦੇਖਣਾ ਕਿਉਂਕਿ ਅੱਜ ਰਾਤ ਤੱਕ ਕੋਈ ਖਾਸ ਨਹੀਂ ਪਤਾ ਪਿਕਚਰ ਕਾਫੀ ਕਲੀਅਰ ਹੋ ਜਾਏਗੀ ਮੈਨੂੰ ਲੱਗਦਾ ਵੈਸਾ 12-1 ਵਜੇ ਤੱਕ ਪਿਕਚਰ ਤੇ ਕਲੀਅਰ ਹੋਣੀ ਹੋ ਜਦੋਂ ਪ੍ਰੋਜੈਕਸ਼ਨ ਦੇਣ ਲੱਪੇ ਟੀਵੀ ਚੈਨਲ ਚੰਗੀ ਤਰ੍ਹਾਂ ਤੁਸੀਂ ਕਿਹਾ ਸ਼ੁਰੂ ਹੋ ਵੀ ਗਏ ਆ ਤੇ ਕਾਫੀ ਪਿਕਚਰ ਕਲੀਅਰ ਹੋ ਜਾਣੀ ਆ ਥੋੜੀ ਜਿਹੀ ਕਿਉਰਿਓਸਿਟੀ ਤੇ ਹੁੰਦੀ ਹੈ ਨਾ ਜੀ ਕਿ ਕਿਹੜੀ ਸਰਕਾਰ ਬਣ ਜਾ ਰਹੀ ਹੈ ਭਾਵੇਂ ਉਹਨਾਂ ਕਿਹੜਾ ਸਾਨੂੰ ਮਿਨਿਸਟਰ ਲੈਣਾ ਪਤਾ ਹੀ ਹੈ ਕਿਹੜੀ ਸਰਕਾਰ ਬਣਨੀ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਬਟ ਐਨੀਵੇ
ਜਿਸ ਤਰ੍ਹਾਂ ਤੁਹਾਡਾ ਦਿਲ ਕਰੇ ਤੁਸੀਂ ਉਦਾਂ ਚਲੋ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਕੱਲ ਦੇ ਪ੍ਰੋਗਰਾਮ ਦੀ ਇੰਤਜ਼ਾਰ ਕਰਾਂਗੇ ਔਰ ਉਹਦੇ ਲਈ ਆਪਾਂ ਤਿਆਰੀ ਕਰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਤਿਆਰੀ ਕਾਹਦੀ ਕਰਨੀ ਹੁੰਦੀ ਹੈ, ਤੁਸੀਂ ਲਾਇਕ ਬੰਦੇ ਹੋ, ਤੁਸੀਂ ਤਿਆਰੀ ਚਲੋ ਤੁਸੀਂ ਤਾਂ ਉਦਾਂ ਹੀ ਰਿਜ਼ਲਟ ਤੋਂ ਹੀ ਪਤਾ ਲੱਗ ਜਾਣਾ ਤੁਹਾਨੂੰ ਕੀ ਹੋ ਰਿਹਾ, ਤੁਸੀਂ ਉਹਦਾ ਜਿਹੜਾ ਆਪਣਾ ਫਸਟ ਕਲਾਸ ਐਨਾਲਿਸਿਸ ਕਰ ਦੇਣਾ। ਸੋ ਡੋਂਟ ਵਰੀ ਜੀ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਚੰਗੇ ਸ਼ਬਦਾਂ ਲਈ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਜੀ। ਕੱਲ ਨੂੰ ਮਿਲਦੇ ਹਾਂ। ਗੁੱਡ ਨਾਈਟ ਟੂ ਐਵਰੀਵਨ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਸੋ ਆਪਣੇ ਦਰਸ਼ਕਾਂ ਦਾ ਵੀ ਕਰਦੇ ਹਾਂ ਜੀ ਧੰਨਵਾਦ। ਉਹ